ਕੈ ਧੂ ਮਿਆਨੋਂ ਖੰਡਾ ਹੋਈ ਸਾਹਮਣੇ। ਜਦੋਂ ਰਾਖਸ਼ਾਂ ਦੀਆਂ ਫੌਜਾਂ ਆਉਂਦੀਆਂ ਦੇਖੀਆਂ ਤਾਂ ਉੱਚੀ ਆਵਾਜ਼ 'ਚ ਜਿਵੇਂ ਸ਼ੇਰ ਗਰਜਦਾ ਹੈ, ਕੜਕੁੱਠੀ ਦਾ ਸ਼ੇਰ ਦੀ ਗਰਜਣ ਨੂੰ ਪੂਰੇ ਕੌਨਫੀਡੈਂਸ ਨਾਲ ਉਧਰੋਂ ਚੱਲੀ ਬੋਲੀ ਵੀ ਆ ਗਏ, ਚੰਗਾ ਆ ਜਾਓ। ਫਿਰ ਮੌਤ ਨੂੰ ਆਵੇ ਕੋਈ ਆਵੇ ਮੌਤ ਦੇ ਮੂਹਰੇ ਨੂੰ, ਮੌਤ ਨੂੰ ਤਾਂ ਟੋਲਣਾ ਨਹੀਂ ਪੈਂਦਾ। ਉਹਨੂੰ ਤਾਂ ਪਤਾ ਹੈ ਵੀ ਇਹ ਭਰਮ ਦੇ ਵਿੱਚ ਹੈਗੇ ਨੇ। ਅਸਲ 'ਚ ਧੂਮਾ ਲੈਣ ਉਹਦਾ ਨਾਮ ਹੈ ਜਿਹਨੂੰ ਗਿਆਨ ਰਿਐਕਸ਼ਨ ਕਰ ਜਾਵੇ। ਧੂਮਾ ਲੈਣ ਕਹਿੰਦੇ ਨੇ ਹੋਵੇ ਤਾਂ ਗਿਆਨੀ, ਗਿਆਨੀ ਰਿਐਕਸ਼ਨ ਨੂੰ ਸੰਸਾਰੀ ਗਿਆਨ ਰਿਐਕਸ਼ਨ ਕਰ ਜਾਵੇ। ਜਿਹਨੂੰ ਇਹਨਾਂ ਨੂੰ ਵੀ ਰਿਐਕਸ਼ਨ ਨੇ ਕੀਤਾ ਹੈ ਗਿਆਨ, ਜਿਹੜੇ ਰੌਲਾ ਪਾਉਂਦੇ ਨੇ। ਆਦ ਜਿਹੜੀ ਸਿੱਖੀ ਹੈ ਨਾ, ਉਹਨਾਂ ਨੇ ਸਮਝ ਲਿਆ ਵੀ ਜੋ ਅਸੀਂ ਸਮਝ ਲਿਆ ਉਹੀ ਸਿੱਖੀ ਹੈ। ਬਸ ਸਮਝ ਲਿਆ, ਮੰਨ ਲਿਆ ਵੀ। ਸਪੋਕਸਮੈਨ ਕਹਿੰਦਾ ਵੀ ਜੋ ਮੈਂ ਕਹਿ ਰਿਹਾ ਸਿੱਖੀ ਇਹ ਹੈ। ਗੁਰਬਾਣੀ ਦਾ ਇੱਕ ਅੱਖਰ ਦਾ ਨਹੀਂ ਪਤਾ। ਇਹ ਰਿਐਕਸ਼ਨ ਕਰ ਜਾਂਦਾ ਨਾ ਲੋਕਾਂ ਨੂੰ ਗਿਆਨ। ਠੀਕ ਹੈ, ਤੈਨੂੰ ਹੋਰ ਕਿਸੇ ਗਿਆਨ, ਤੇਰੇ ਕੋਲ ਹੋਰ ਕੋਈ ਗਿਆਨ ਹੋਊ, ਹੋਰ ਕੋਈ ਗੱਲ ਹੋਊ, ਇਤਿਹਾਸ ਦਾ ਗਿਆਨ ਹੋ ਸਕਦਾ ਹੈ, ਵਕਾਲਤ ਦਾ ਗਿਆਨ ਹੋ ਸਕਦਾ ਹੈ, ਅਖਬਾਰ ਚਲਾਉਣ ਦਾ ਗਿਆਨ ਹੋ ਸਕਦਾ ਹੈ, ਜਾਂ ਪੈਸੇ ਲੋਕਾਂ ਤੋਂ ਕਿਵੇਂ ਇਕੱਠੇ ਕਰਨੇ ਨੇ, ਫੰਡ, ਇਹ ਗਿਆਨ ਹੋ ਸਕਦਾ ਹੈ ਬਿਆਨ ਲਾ ਲਾ ਕੇ। ਗੁਰਮਤਿ ਦੇ ਗਿਆਨ ਦੀ ਵੱਖਰੀ ਗੱਲ ਹੈ, ਇਹ ਵੱਖਰੀ ਗੱਲ। ਉਹਨੇ ਇੰਨਾ ਚਿਰ ਤੇ ਰੌਲਾ ਪਾਉਂਦੇ ਨੇ ਸਾਨੂੰ ਕੋਈ ਖਤਰਾ ਹੈ ਹੀ ਨਹੀਂ। ਇਹਨਾਂ ਦਾ ਕੀ ਖਤਰਾ ਹੁਣ? ਜਿੰਨੇ ਜਾਨਵਰ ਜ਼ਿਆਦਾ ਬੋਲਣਗੇ ਨਾ, ਸ਼ੇਰ ਨੂੰ ਉਨਾ ਹੀ ਫਾਇਦਾ ਹੁੰਦਾ। ਜਿੰਨੇ ਨਿਰਭੈ ਹੋ ਜਾਣਗੇ, ਸ਼ੇਰ ਨੂੰ ਉਨਾ ਹੀ ਫਾਇਦਾ ਹੁੰਦਾ। ਉਹਦੇ ਨੇੜੇ ਆ ਜਾਣਗੇ, ਭੱਜਣਾ ਨਹੀਂ ਪਊ ਮਗਰ। ਉਹਦੇ ਕੋਲੇ ਆ ਜਾਵੇ ਸ਼ਿਕਾਰ ਤੇ ਉਹਨੂੰ ਹੋਰ ਕੀ ਚਾਹੀਦਾ? ਉਹਨੂੰ ਕੀ ਖਤਰਾ? ਸ਼ੇਰ ਨੂੰ ਕੀ ਖਤਰਾ? ਇਹਦਾ ਇੱਕ ਉਦਾਹਰਨ ਜਿਵੇਂ ਮਿਰਗ ਭੱਜ ਜਾਂਦੇ ਨੇ, ਭੱਜ ਜਾਂਦੇ ਨੇ। ਕਾਲੇ ਬਗਾਨੇ ਦੇ ਹੱਕ 'ਚ ਕੋਈ ਬੋਲਿਆ ਹੀ ਨਹੀਂ। ਉਹ ਜਾਂ ਢਾਲਿਆ ਨਾ, ਬੋਲਿਆ ਹੀ ਨਹੀਂ ਕੋਈ। ਇਹਦਾ ਜਿਹੜਾ ਢਾਲਵੇ ਉਹਨੂੰ ਛੱਡ ਕੇ ਭੱਜ ਜਾਂਦੇ ਨੇ ਸਾਰੇ ਹੀ। ਮਿਰਗ ਜਿਹੜਾ ਢਾਲਵੇ ਸ਼ੇਰ, ਬਾਕੀ ਭੱਜ ਜਾਂਦੇ ਨੇ। ਕਦੇ ਆ ਕੇ ਦੇਖੇ ਟੱਕਰਾਂ ਮਾਰਦੇ ਸ਼ੇਰ ਦੇ ਵੀ ਮਿਰਗ ਕਿਉਂ ਢਾਲਿਆ? ਉਹ ਕਹਿੰਦੇ ਆਪ ਬਚੋ ਹੁਣ। ਇਹ ਜਿਹੜੀ ਫੌਜ ਲੈ ਕੇ ਚੱਲੇ ਮਿਰਗਾਂ ਦੀ ਫੌਜ ਹੈ। ਹੁਣ ਮਿਰਗਾਂ ਦੀ ਫੌਜ ਦੀ ਭੇਡਾਂ ਦੀ ਜਿਹੜੀ ਫੌਜ ਹੁੰਦੀ ਹੈ, ਸ਼ੇਰ ਨੂੰ ਉਹਦੀ ਕਾਹਦੀ ਫੌਜ ਹੈ? ਭੈ। ਸ਼ੇਰ ਇੱਕ ਹੋਵੇ, ਭੇਡਾਂ ਦੀ ਫੌਜ ਹੋਵੇ, ਉਹਨੂੰ ਕੀ ਖਤਰਾ? ਭੇਡਾਂ ਗਿਆਨ ਦੇ ਲੈਵਲ ਦੀ ਗੱਲ ਹੈ, ਸਰੀਰਕ ਲੜਾਈ ਦੀ ਗੱਲ ਨਹੀਂ ਹੈ। ਨਾ ਮਾਇਆ ਦੀ ਲੜਾਈ ਹੈ, ਨਾ ਬਾਹੂਬਲ ਦੀ ਲੜਾਈ ਹੈ। ਇਹ ਤਾਂ ਬੁੱਧੀ ਦੀ ਗੱਲ ਹੈ। ਬੁੱਧੀ ਦੇ ਲੈਵਲ ਤੋਂ ਉਹਨਾਂ ਦੀ ਬੁੱਧੀ ਭੇਡਾਂ ਵਰਗੀ ਹੈ। ਭੇਡ ਕਿਹਾ ਹੋਇਆ ਗੁਰਬਾਣੀ 'ਚ, ਲੈ ਲੈ ਕੋ ਚੂੰਗੇ ਨਿਤ ਭੇਡ। ਜਿਹੜਾ ਆਪਣਾ ਗਿਆਨ ਹੈ ਨਾ, ਉਹਦੇ ਤੇ ਬੜਾ ਖੁਸ਼ ਹੋਵੇ। ਉਹਨੂੰ ਕਹੇ ਵੀ ਮੇਰੇ ਗਿਆਨ ਜਿਹੜਾ ਬਹੁਤ ਵਧੀਆ। ਬੁੱਧੀ ਜਿਹੜੀ ਇਹ ਮੰਨ ਲਵੇ ਉਹ ਭੇਡੇ ਹੁੰਦੀ ਹੈ। ਉਹ ਆਪਣੇ ਗਿਆਨ ਨੂੰ ਹੀ ਰੋਜ਼ ਉਹ ਚੋਂ ਹੀ ਦਸਾ ਲੈ ਰਹੀ ਹੈ ਵੀ ਮੇਰੇ ਵਰਗਾ ਦਾ ਗਿਆਨ ਨਹੀਂ ਕਿਸੇ ਨੂੰ। ਕੜਕੁੱਠੀ ਰਣ ਚੱਲੀ ਫੌਜਾਂ ਦੇਖ ਕੇ ਤੂੰ ਮਿਆਨੋਂ ਖੰਡਾ ਹੋਈ ਸਾਹਮਣੇ। ਹੁਣ ਖੰਡਾ ਲਿਖਿਆ ਹੋਇਆ। ਚੰਡੀ ਕੋਲ ਕਦੇ ਖੰਡਾ ਨਹੀਂ ਹੁੰਦਾ। ਚੰਡੀ ਕੋਲ ਤਲਵਾਰ ਹੁੰਦੀ ਹੈ। ਜਿਹੜੀ ਇਹ ਕਹਿੰਦੇ ਨੇ ਚੰਡੀ, ਉਹਦੇ ਕੋਲ ਤਲਵਾਰ ਹੋ, ਖੰਡਾ ਨਹੀਂ ਕਦੇ ਹੁੰਦਾ। ਦਸਮ ਪਾਤਸ਼ਾਹ ਖੰਡਾ ਕਹਿ ਰਹੇ। ਕਿਤੇ ਵੀ ਗ੍ਰੰਥ ਜਿਹਨਾਂ ਦੇ ਖੰਡਾ ਨਹੀਂ ਆ, ਚੰਡੀ ਕੋਲ ਕਦੇ ਹੁੰਦਾ। ਇਹਨਾਂ ਦੀ ਚੰਡੀ ਹੋਊ, ਹੋਰ ਹੋਊ ਕੋਈ? ਇਹ ਖੰਡਾ ਹੈ। ਖੰਡਾ ਕੀ ਹੁੰਦਾ? ਖੰਡਾ ਦੋ ਪ੍ਰਕਾਰ ਦਾ ਗਿਆਨ ਹੈ। ਜਿਹੜੀ ਨਾਮਦੇਵ ਨੇ 2 ਗਲੀ ਗਾਂ ਜੋ ਕੇ ਲਿਆਂਦੀ ਸੀ ਨਾ, ਦੁੱਧ ਕਪਲ ਗਾਏ ਨਾਮੇ ਦੋਹੇ ਆਨੀ। ਉਹ 2 ਰੰਗ ਦੀ ਗਾਏ ਸੀ। ਕਪਲ ਗਾਏ 2 ਰੰਗ ਦੀ ਗਾਏ ਨੂੰ ਕਹਿੰਦੇ ਨੇ। ਇਹ ਗੁਰਬਾਣੀ ਦਾ ਦੁੱਧ 2 ਰੰਗ ਦੀ ਗਾਏ ਦਾ ਹੀ ਹੈ। ਇਹ ਕਲਾਲੀ ਦਾ ਲਾਹਣ ਵੇਲਿਆ ਹੋਇਆ,
ਲਾਣ ਕਲਾਲੀ ਨੇ ਵੇਲੇ ਗਿਆਨ ਜਿਹੜਾ ਗੁੜ ਪਾਇਆ ਉਹ ਲਾਲੀ ਦਾ ਨਾਮ ਲਾਲੀ ਨੇ ਦਿੱਤਾ ਸੰਸਾਰੀ ਗਿਆਨ ਕਲਾਲੀ ਨੇ ਪਾਇਆ ਕਲਾਲੀ ਹੁੰਦੀ ਹੈ ਜਿਹੜੀ ਪਹਿਲੀ ਬੁੱਧੀ ਸੀ ਸੰਸਾਰੀ ਬੁੱਧੀ ਇਹ ਦੋ ਪ੍ਰਕਾਰ ਦਾ ਗਿਆਨ ਹੈ ਦੋ ਪ੍ਰਕਾਰ ਦਾ ਗਿਆਨ ਲੈ ਕੇ ਸਾਹਮਣੇ ਹੋਈ ਦੋ ਪ੍ਰਕਾਰ ਦੇ ਗਿਆਨ ਨਾਲ ਲੜਾਈ ਕੀਤੀ ਹੈ ਕਿਉਂ ਇਹ ਸੰਸਾਰੀ ਗਿਆਨ ਦੇ ਉੱਤੇ ਖੜਾ ਹੈ ਕਿ ਕਿਵੇਂ ਵੱਲੋਂ ਗੁਰਬਾਣੀ 'ਚ ਵੀ ਹੈ ਜਦੋਂ ਜੋਗੀਆਂ ਨਾਲ ਗੱਲ ਕੀਤੀ ਜਿਹੜੇ ਮੂਰਤੀ ਪੂਜਕ ਨੇ ਉਹਦੇ ਨਾਲ ਦੋ ਪ੍ਰਕਾਰ ਦੇ ਗਿਆਨ ਨਾਲ ਗੱਲ ਹੋਊਗੀ ਕਿ ਮਾਇਆ ਨਾਲ ਜੁੜੇ ਖੜੇ ਨੇ ਨਾ ਮਾਇਆਧਾਰੀ ਨਾਲ ਜਾ ਗੱਲ ਕਰੋਗੇ ਤੁਸੀਂ ਡਾਇਰੈਕਟ ਬ੍ਰਹਮ ਗਿਆਨ ਦੀ ਨਹੀਂ ਕਰ ਸਕਦੇ ਮਾਇਆ ਦੇ ਗਿਆਨ ਤੋਂ ਚੱਕ ਕੇ ਉਹਨੂੰ ਆਹ ਲੈ ਕੇ ਜਾਣਾ ਜੇ ਤੁਸੀਂ ਆਪਣੀ ਗੱਲ ਕਰੀ ਜਾਓਗੇ ਉਹਦੇ ਸਮਝ 'ਚ ਨਹੀਂ ਆਉਣੀ ਉਹ ਆਪਣੀ ਕਰੀ ਜਾਊਗਾ ਇਹ ਤਾਂ ਗੱਲ ਦੋਹਾਂ ਦੀ ਬਣਨੀ ਹੋਣੀ ਤੁਸੀਂ ਤਾਂ ਉਹਦੀ ਗੱਲ ਸਮਝਦੇ ਹੋ ਤੁਹਾਡੀ ਨਹੀਂ ਸਮਝ ਸਕਦਾ ਗੁਰੂ ਨਾਨਕ ਨੇ ਕੀਤੀ ਹੈ ਸਿੱਧਾ ਨਾਲ ਗੱਲ ਬੋਲੇ ਭਰਤਰੀ ਸਤ ਸਰੂਪ ਬੋਲੇ ਗੋਰਖ ਸਤ ਸਰੂਪ ਪਰਮ ਤਤ ਮੈਂ ਰੇਖ ਨ ਰੂਪ ਇਹ ਦੋ ਰੰਗ ਦਾ ਗਿਆਨ ਹੈ ਖੰਡਾ ਹੈ ਬੋਲੇ ਕਿੱਥੇ ਬੋਲੇ ਸਰੀਰ 'ਚ ਸਰੀਰ ਕੀ ਹੈ ਮਾਇਆ ਉਹ ਕਹਿੰਦੇ ਜਿਹੜਾ ਸਰੀਰ ਵਿੱਚ ਬੋਲਦਾ ਹੈ ਉਹ ਸਤ ਸਰੂਪ ਹੈ ਸਰੀਰ ਪੰਜ ਤੱਤਾਂ ਦਾ ਦੋ ਗਿਆਨ ਹੋ ਗਏ ਨਾ ਤੈਨੂੰ ਪੰਜ ਤੱਤਾਂ ਦਾ ਜਿਹੜਾ ਸਰੀਰ ਦੀਂਦਾ ਉਹ ਤਾਂ ਮਾਇਆ ਹੈ ਅਸੀਂ ਗੱਲ ਕਰ ਰਹੇ ਹਾਂ ਜਿਹੜਾ ਵਿੱਚ ਬੋਲਦਾ ਉਹਦੀ ਤੂੰ ਕਰ ਰਿਹਾ ਗੱਲ ਸਰੀਰ ਦੀ ਮੂਰਤੀ ਪੂਜਾ ਵਾਲੇ ਗੱਲ ਕਰਦੇ ਨੇ ਸਰੀਰ ਦੀ ਨਾਨਕ ਨੂੰ ਗੁਰੂ ਮੰਨਣ ਵਾਲੇ ਨਾਲ ਗੱਲ ਕਰਦੇ ਸਰੀਰ ਦੀ ਲੈਣਾ ਗੱਲ ਕਰਦਾ ਨਾਨਕ ਦੀ ਜੋਤ ਦੀ ਸੱਤਾ ਬਲਵੰਡ ਕਰ ਰਿਹਾ ਨਾਨਕ ਦੀ ਜੋਤ ਦੀ ਜੋਤ ਉਹ ਹੈ ਜੁਗਤ ਸਾਈ ਆਪਣਾ ਸੁੰਦਰ ਸੁੰਦਰ ਗੱਲ ਹੈ ਜੋਤ ਦੀ ਗੱਲ ਜੋਤ ਉਹ ਹੈ ਜੁਗਤ ਸਾਈ ਸਾਇ ਕਾਇਆ ਫੇਰ ਪਲਟੀ ਹੈ ਪਰਮੇਸ਼ਰ ਨੇ ਕਾਇਆ ਫੇਰ ਪਲਟਦੀ ਪਰਮੇਸ਼ਰ ਦੀ ਗੱਲ ਹੈ ਇੱਕ ਕਾਇਆ ਫੇਰ ਪਲਟਦੀ ਕਾਇਆ ਕੀ ਕਿਵੇਂ ਪਲਟੀ ਸਰੀਰ ਜਿਹੜਾ ਸੀ ਛਡਾਤਾ ਤਿਰਕੁਟੀ ਛਡਾਤੀ 10ਵੇਂ ਘਰ 'ਚ ਟਿਕਾਤਾ ਆਪਣੇ ਮੂਲ ਨਾਲ ਜੋੜਤਾ ਪੁਰਖ ਨੂੰ ਪੂਰਨ ਪੁਰਖ ਕਰਤਾ ਪੂਰਨ ਪੁਰਖ ਅਚੋਤਾ ਅਵਨਾਸ਼ੀ ਕਰਤਾ ਅਵਨਾਸ਼ੀ ਰਾਜ ਬਣਾ ਨਿਰਾਕਾਰੀ ਦੇਹੀ ਦੇਤੀ ਜਨਮ ਪਦਾਰਥ ਦੇਤਾ ਉਹਨੂੰ ਇਹ ਬਹੁਤ ਐਡੀ ਗਹਿਰੀ ਗੱਲ ਹੈ ਹੁਣ ਵਿਦਵਾਨ ਵਿਚਾਰੇ ਕੀ ਜਾਣਨ ਪਰ ਨਾ ਜਾਣਨ ਇਹ ਗੱਲ ਅਲੱਗ ਹੈ ਪਰ ਰੌਲਾ ਕਾਹਤੇ ਪਾਉਣ ਜਾਣਨ ਦੀ ਕੋਸ਼ਿਸ਼ ਕਰਨ ਜਾਂ ਕਿਸੇ ਨੂੰ ਕਹਿਣ ਸਾਨੂੰ ਸਮਝਾਓ ਤੁਸੀਂ ਤਾਂ ਫਤਵਾ ਦੇ ਦਿੱਤਾ ਫਤਵਾ ਕਿਹੜੇ ਗਿਆਨ ਨਾਲ ਦਿੱਤਾ ਫਤਵਾ ਜਸਟੀਫਾਈ ਕਰਨਾ ਪਊ ਕਿਸ ਗਰਾਊਂਡ ਤੇ ਫਤਵਾ ਦਿੱਤਾ ਤੁਸੀਂ ਇਹ ਤਾਂ ਮੂਰਖ ਦੇ ਜੇ ਤਾਂ ਤੁਸੀਂ ਮੂਰਖ ਦੇ ਮਗਰ ਲੱਗ ਕੇ ਫਤਵਾ ਦਿੱਤਾ ਫਿਰ ਤਾਂ ਮੂਰਖ ਤੁਹਾਡੇ ਗੁਰੂ ਤੁਸੀਂ ਮਹਾਂਮੂਰਖ ਨਹੀਂ ਫਿਰ ਤੁਹਾਨੂੰ ਇੱਥੇ ਹੁਣ ਦੱਸਣਾ ਪਊਗਾ ਕੀ ਗਰਾਊਂਡ ਤੁਹਾਡੇ ਕੋਲ ਹੈ ਫਤਵਾ ਦੇਣ ਦੀ ਤੂੰ ਮਿਆਨੋਂ ਖੰਡਾ ਹੋਈ ਸਾਹਮਣੇ ਦੋਏ ਬਸ ਤਰਫ ਦਾ ਗਿਆਨ ਲਿਆ ਸੰਸਾਰੀ ਗਿਆਨ ਵੀ ਦਇਆਕਾਰੀ ਗਿਆਨ ਵੀ ਸਭੇ ਵੀਰ ਸੰਘਾਰੇ ਧੂਮਰ ਨੈਣ ਦੇ ਜਿੰਨੇ ਨਾਲ ਦੇ ਸੀ ਚੇਲੇ ਉਹਦੇ ਨਾਲ ਵੀ ਹੁੰਦੇ ਨੇ ਰੱਖਦੇ ਹੁੰਦੇ ਨੇ ਉਹ ਸਾਰੇ ਦੋ ਕਮਰਸ਼ਨਾਂ ਨਾਲੇ ਖਤਮ ਕਰਤੇ ਇੱਥੇ ਕੀ ਕਰਨਗੇ ਅਸੀਂ ਗੱਲ ਕਰ ਰਹੇ ਹਾਂ ਜਿਹੜਾ ਅੰਦਰ ਬੋਲਦਾ ਤੁਸੀਂ ਗੱਲ ਕਰ ਰਹੇ ਹੋ ਸਰੀਰ ਦੀ ਤਾਂ ਗੱਲ ਹੀ ਨਹੀਂ ਹੁੰਦੀ ਹਾਂ ਜਿਹੜੇ ਅਵਤਾਰ ਨੇ ਮੂਰਤੀ ਪੂਜਕ ਨੇ ਉਹ ਪਾਗਲ ਨੇ ਇੱਕੋ ਹੀ ਗੱਲ ਨਾਲ ਸਾਰੇ ਖਤਮ ਹੋ ਗਏ ਸਾਰੀ ਚਰਚਾ ਦਾ ਵਿਸ਼ਾ ਹੀ ਖਤਮ ਕਰਤਾ ਇਹ ਵਿਸ਼ਨੂੰ ਨੂੰ ਕਾਹਦੇ ਮੰਨਦੇ ਹੋਣਗੇ ਅਸੀਂ ਤਾਂ ਨਹੀਂ ਮੰਨਦੇ ਪਾਗਲ ਨੇ ਮੰਨਦੇ ਮੰਨੀ ਜਾਣਗੇ ਤੁਸੀਂ ਕੀ ਲੈਣਾ ਤੁਸੀਂ ਆਪਣੀ ਗੱਲ ਕਰੋ ਤੁਸੀਂ ਕੀ ਮੰਨਦੇ ਹੋ ਉਹਨਾਂ ਕੋਲ ਤਾਂ ਗਿਆਨ ਹੁੰਦਾ ਹੀ ਨਹੀਂ ਰਾਖਿਆਂ ਕੋਲ ਗਿਆਨ ਨਹੀਂ ਹੁੰਦਾ ਉਹ ਤਾਂ ਇਹ ਕਹਿੰਦੇ ਨੇ ਇਹ ਐਂ ਕਹਿੰਦੇ ਨੇ ਇਹ ਤਾਂ ਗਲਤ ਕਹਿੰਦੇ ਨੇ ਤੁਸੀਂ ਦੱਸੋ ਠੀਕ ਕੀ ਹੈ ਫਿਰ ਤੁਸੀਂ ਜੇ ਕਹਿੰਦੇ ਗਲਤ ਨੇ ਠੀਕ ਦੱਸੋ ਫਿਰ ਕੀ ਹੈ ਠੀਕ ਉਹਨਾਂ ਨੂੰ ਪਤਾ ਨਹੀਂ ਗਲਤ ਨੂੰ ਗਲਤ ਕਹਿਣਾ ਦੱਸ ਦੇਣਾ ਕੋਈ ਬਹੁਤੀ ਅਕਲ ਦੀ ਗੱਲ ਨਹੀਂ ਹੁੰਦੀ ਥੋੜੀ ਅਕਲ ਦੀ ਗੱਲ ਤਾਂ ਹੈ ਪਰ ਪੂਰੀ ਅਕਲ ਦੀ ਗੱਲ ਨਹੀਂ ਪੂਰੀ ਅਕਲ ਦੀ ਗੱਲ ਨਹੀਂ
ਚਿਹਰਾ ਦੇਖ ਕੇ ਪਛਾਣ ਲੈਣਾ ਵੀ ਅੱਜ ਬੁਖਾਰ ਚੜਿਆ ਹੈ ਤੈਨੂੰ ਲੱਗਦਾ ਮੈਨੂੰ ਤਾਂ ਇਹ ਵੀ ਅਕਲ ਦੀ ਗੱਲ ਹੈ। ਚਿਹਰੇ ਤੋਂ ਪਛਾਣ ਲੈਣਾ ਬਗੈਰ ਹੱਥ ਲਾਏ ਤੇ ਅਕਲ ਦੀ ਤਾਂ ਹੈ, ਪਰ ਬੁਖਾਰ ਕਿਹੜਾ ਕੀ ਹੈ, ਇਲਾਜ ਕੀ ਹੈ, ਇਹ ਤੇ ਬਿਨਾਂ ਨਹੀਂ ਫਿਰ ਪੂਰੀ ਅਕਲ ਹੈ। ਸਭੇ ਵੀਰ ਸੰਘਾਰੇ ਧੂਮਰ ਨੈਣ ਦੇ ਛੇਤੀ ਹੋਈ ਫੈਸਲਾ ਕਰਤਾ। ਗੱਲ ਆਤਮਾ ਦੀ ਕਰੋ, ਜੋਤ ਦੀ ਗੱਲ ਕਰ ਜੋਗੇ ਹੈ ਨਹੀਂ। ਜਨ ਲੈ ਕੱਟੇ ਆਰੇ ਦਰਖਤ ਵਾਢੀਆਂ। ਐ ਸਮਝ ਲਓ ਵੀ ਆਰੇ ਨਾਲ ਜਿਵੇਂ ਦਰਖਤ ਕੱਟ ਦਿੰਦੇ ਨੇ ਨਾ ਬੜਈ ਵੱਢਣ ਵਾਲੇ, ਐ ਸਾਰੇ ਵੱਢ ਕੇ ਪਰੇ ਮਾਰੇ। ਇੱਕ ਦੋ ਗੱਲਾਂ ਨਾਲੇ ਖਤਮ ਕਰਤੀ ਕਹਾਣੀ, ਲੜਾਈ ਉਹ ਖਤਮ ਕਰਤੀ। ਪੌੜੀ 24 ਧੌਂਸ ਬਜਾਈ ਦਲਾ ਮੁਕਾਬਲਾ। 24 ਧੌਂਸ ਬਜਾਈ ਦਲਾ ਮੁਕਾਬਲਾ। 24 ਨੇ ਧੌਂਸ ਲਾਈ, ਚਰਚਾ ਫਿਰ ਸ਼ੁਰੂ ਹੋਈ ਦੁਬਾਰਾ। ਰੋ ਭਵਾਨੀ ਆਈ ਉੱਤੇ ਰਾਖਸ਼ਾਂ। ਪਹਿਲਾਂ ਅਸਲ ਦੇ ਵਿੱਚ ਜਿਹੜੇ ਬੋਲੇ ਆ ਇਉਂ ਲੱਗਦਾ ਤੁਮਰ ਲੋਚਨ ਆਪ ਨਹੀਂ ਬੋਲਿਆ, ਉਹਦੇ ਚੇਲੇ ਹੀ ਬੋਲਦੇ ਨੇ। ਪਹਿਲਾਂ ਚੇਲੇ ਚੁੱਪ ਕਰਾਤੇ। ਸਭੇ ਵੀਰ ਸੰਘਾਰੇ ਤੁਮਰ ਨੈਣ ਦੇ। ਉਹ ਜਿਹੜੇ ਬੋਲੇ ਨੇ ਨਾ ਉਹ ਨਹੀਂ ਬੋਲਿਆ ਆਪ ਬਾਅਦ ਚ ਬੋਲੂਗਾ ਉਹ। ਰੋ ਭਵਾਨੀ ਆਈ ਉੱਤੇ ਰਾਖਸ਼ਾਂ। ਰਾਖਸ਼ਾਂ ਦੇ ਉੱਤੇ ਹਾਵੀ ਹੋ ਗਈ ਰਾਖਸ਼ਾਂ ਦੇ ਉੱਤੇ ਹਾਵੀ ਹੋ ਗਈ। ਇੱਕੋ ਹੀ ਗੱਲ ਚ। ਹਾਂਜੀ। ਖੱਬੇ ਦਸਤ ਨਚਾਈ ਸੀਹਣ ਸਾਰਦੀ। ਦੇਖੋ ਸੱਜਾ ਹੱਥ ਨਹੀਂ ਲਿਖਿਆ, ਤਲਵਾਰ ਸੱਜੇ ਹੱਥ ਚ ਹੁੰਦੀ ਹੈ। ਖੱਬੇ ਦਸਤ ਨਚਾਈ ਸੀਹਣ ਸਾਰਦੀ। ਇਹਨਾਂ ਨੇ ਜਦ ਤਲਵਾਰ ਫੜਾਉਣੀ ਹੈ ਸੱਜੇ ਹੱਥ ਚ ਹੁੰਦੀ ਹੈ। ਸੱਜੇ ਪਾਸੇ ਚਾਹੇ ਚਾਰ ਹੱਥ ਨੇ, ਪਰ ਸੱਜੇ ਹੱਥ ਚ ਤਲਵਾਰ ਹੁੰਦੀ। ਤਲਵਾਰ ਰਹੂਗੀ ਸੱਜੇ ਹੱਥ। ਇਹ ਖੱਬੇ ਹੱਥ ਵਾਲੀ ਤਲਵਾਰ ਕੀ ਹੈ? ਸੰਸਾਰੀ ਗਿਆਨ, ਸੰਸਾਰੀ ਬੁੱਧੀ। ਸੰਸਾਰੀ ਬੁੱਧੀ ਨਾਲੇ ਲੜਾਈ ਕੀਤੀ ਇਹਨਾਂ ਨਾਲ, ਛੋਟਿਆਂ ਨਾਲ ਸੰਸਾਰੀ ਬੁੱਧੀ ਨਾਲੇ ਲੜਾਈ ਕੀਤੀ। ਸੰਸਾਰੀ ਬੁੱਧੀ ਵੀ ਸਾਰੀ ਹੁੰਦੀ ਉਹਦੇ ਕੋਲ, ਇਹਨਾਂ ਕੋਲ ਨਹੀਂ ਹੁੰਦੀ ਹੋਈ। ਭਾਈਆਂ ਮਾਰਨ ਭਾਈ ਦੁਰਗਾ ਜਾਣ ਕੇ। ਜਦ ਦੁਰਗਾ ਨੂੰ ਜਾਣ ਲਿਆ ਕਿ ਦੁਰਗਾ ਕੀ ਹੁੰਦੀ ਹੈ, ਵਿਵੇਕ ਬੁੱਧੀ ਹੁੰਦੀ ਹੈ। ਇਹ ਆਪਸ ਵਿੱਚ ਹੀ ਰਾਖਸ਼ ਇੱਕ ਦੂਜੇ ਦੇ ਖਿਲਾਫ ਹੋ ਗਏ। ਉਹ ਕਹਿੰਦੇ ਯਾਰ ਗੱਲ ਤਾਂ ਠੀਕ ਹੈ, ਇਹ ਜਦ ਸਰੀਰ ਦੀ ਗੱਲੇ ਨਹੀਂ ਕਰਦੇ। ਉਹਨਾਂ 'ਚ ਆਪਸ ਵਿੱਚ ਹੀ ਫੁੱਟ ਪੈ ਗਈ, ਭਾਈਆਂ ਮਾਰਨ ਭਾਈ। ਜਦ ਦੂਆ ਬੋਲਦਾ ਉਹ ਕਹਿੰਦਾ ਤੈਨੂੰ ਕਿਹਾ ਤਾਂ ਹੈ ਵੀ ਆਤਮਾ ਦੀ ਗੱਲ ਹੈ, ਤੂੰ ਫੇਰ ਉਹੀ ਗੱਲ ਕਰੀ ਜਾਂਦਾ। ਆਪਸ ਵਿੱਚ ਹੀ ਇਹਨਾਂ ਦਾ ਰੌਲਾ ਪੈ ਗਿਆ। ਖੱਬੇ ਦਸਤ ਨਚਾਈ ਸੀਹਣ ਸਾਰਦੀ। ਸੀਹਣ ਸਾਰਦੀ, ਸੀਹਣ ਹੁੰਦਾ ਸੀਹਣ ਸਾਰਦੀ। ਬਹੁਤਿਆਂ ਦੇ ਤਨ ਲਈ ਕੀਤੀ ਰੰਗਲੀ। ਲਾਈ ਬਹੁਤਿਆਂ ਦੇ ਤਨ ਲਾਈ ਕੀਤੀ ਰੰਗਲੀ। ਬਹੁਤਿਆਂ ਦੇ ਮਾਰੀ ਲੋਭ ਰੱਤ ਵਗੀ ਸਾਰਿਆਂ ਦੀ। ਇੱਥੇ ਜਿੱਥੇ ਰੰਗਲੀ ਦਾ ਲਫ਼ਜ਼ ਆਊ ਉੱਥੇ ਲੋਭ ਤੇ ਪ੍ਰਹਾਰ ਕੀਤਾ। ਲੋਭ ਤੇ ਪ੍ਰਹਾਰ ਜਦ ਕੀਤਾ ਇਹ ਵੀ ਮਾਇਆ ਦੀ ਗੱਲ ਹੈ। ਇਹ ਖੱਬੇ ਦਸਤ ਨਚਾਈਆ ਸੀਹਣ ਸਾਰਦੀ। ਜਿਹੜਾ ਲੋਭ ਤੇ ਪ੍ਰਹਾਰ ਕਰਨਾ, ਲੋਭ ਛਡਾਉਣਾ, ਮੋਹ ਛਡਾਉਣਾ, ਇਹ ਮਾਇਆ ਦਾ ਹੀ ਗਿਆਨ ਹੈ, ਮਾਇਆ ਦਾ ਹੀ ਮੋਹ ਹੈ, ਮਾਇਆ ਦਾ ਹੀ ਲੋਭ ਹੈ। ਇਹ ਮਾਇਆ ਦਾ ਗਿਆਨ ਹੈ, ਨਿਰਾਕਾਰੀ ਗਿਆਨ ਨਹੀਂ ਹੈ। ਇਹ ਤਾਂ ਸਾਰਿਆਂ ਧਰਮਾਂ ਦੇ ਵਿੱਚ ਹੀ ਹੈ। ਫਿਰ ਇਹ ਨਿਰਾਕਾਰੀ ਗਿਆਨ ਨਹੀਂ ਹੈ। ਨਿਰਾਕਾਰੀ ਗਿਆਨ ਤਾਂ ਇਕੱਲੀ ਜੋਤ ਦਾ ਰਹਿ ਜਾਣਾ। ਨਿਰਾਕਾਰੀ ਗਿਆਨ ਬੁੱਝਣ ਵਾਲੀ ਗੱਲ ਹੈ। ਲੋਭ ਛਡਾਉਣਾ, ਛੱਡਣਾ, ਇਹਦੇ 'ਚ ਬੁੱਝਣ ਵਾਲੀ ਕੀ ਗੱਲ ਹੈ? ਇਹ ਬੁੱਝਣ ਵਾਲੀ ਕੋਈ, ਇਹ ਸਮਝਣ ਵਾਲੀ ਗੱਲ ਹੈ, ਬੁੱਝਣ ਵਾਲੀ ਨਹੀਂ ਹੈ। ਜਿੱਥੇ ਸਾਰਦੀ ਆ ਜਾਣਾ, ਸੀਨ ਸਾਰਦੀ, ਉੱਥੇ ਸਾਰੀ ਗੱਲ ਬੁੱਝਣ ਵਾਲੀ ਹੋ ਜਾਣੀ। ਬੋਲੇ ਭਰਤਰੀ ਸੱਤ ਸਰੂਪ, ਬੁੱਝਣ ਵਾਲੀ ਗੱਲ ਹੈ। ਪਰਮ ਤੱਤ ਮੈਂ ਰੇਖ ਨ ਰੂਪ। ਪਰਮ ਤੱਤ ਦਾ ਤਾਂ ਰੇਖ ਰੂਪ ਹੁੰਦਾ ਨਹੀਂ, ਮੂਰਤੀ ਕਿਵੇਂ ਬਣ ਜੂ? ਪਾਗਲ ਨੇ ਜੇ ਬਣਾਉਂਦੇ ਨੇ। ਤੁਸੀਂ ਗੱਲ ਕਰੋ, ਉਹਨਾਂ ਕੋਈ ਜਵਾਬ ਹੀ ਨਹੀਂ ਗਾ। ਜਵਾਬ ਹੀ ਨਹੀਂ ਗਾ। ਉਹ ਆਤਮਾ ਦੀ ਤਸਵੀਰ ਤਾਂ ਬਣਾ ਕੇ ਦਿਖਾਓ। ਤੁਸੀਂ ਗਿਆਨ ਦੇ ਦੀਵੇ ਦੀ ਜੋਤ ਤਾਂ ਬਣਾ ਕੇ ਦਿਖਾਓ, ਫੋਟੋ ਤਾਂ ਬਣਾ ਕੇ ਦਿਖਾਓ। ਉਹ ਤਾਂ ਦੁੱਖਾਂ ਦਾ ਤੇਲ ਪੈਣਾ, ਸਰੋਂ ਦਾ ਤੇਲ ਆ ਕੇ ਹੋਰ ਹੀ ਪੈਣਾ। ਉਹ ਜੇ ਬੱਤੀ ਨਹੀਂ ਵੱਟ ਕੇ ਪੈਂਦੀ ਰੂਹ ਦੀ, ਉਹ ਬਾਤੀ ਹੈ। ਬਾਤੀ ਦਾ ਮਤਲਬ ਬਾਤ, ਗੱਲ, ਸ਼ਬਦ, ਉਪਦੇਸ਼। ਉਹ ਬਾਤੀ ਨੂੰ ਬੱਤੀ ਕਹਿਣ ਲੱਗੇ। ਉਹ ਬਾਤੀ ਹੈ ਗੱਲਬਾਤ। ਗੱਲਬਾਤ ਬਿਨਾਂ ਗਿਆਨ ਨਹੀਂ ਦਿੱਤਾ ਜਾ ਸਕਦਾ, ਰੋਸ਼ਨੀ ਨਹੀਂ ਕੀਤੀ ਜਾ ਸਕਦੀ। ਹਾਂਜੀ। ਬਹੁਤਿਆਂ ਦੇ ਤਨ ਲਾਈ ਕੀਤੀ ਰੰਗਲੀ। ਬਹੁਤਿਆਂ ਦੇ ਤਨ ਲਾਈ, ਬਹੁਤਿਆਂ ਨੂੰ ਜਦ ਸਮਝਾਈ, ਸਾਰੇ ਮੰਨ ਕੇ ਵੀ ਹਾਂ ਵੀ ਕਰੋ। ਲੋਭ ਤਾਂ ਛੱਡਣਾ ਪਊਗਾ ਵੀ। ਲੋਭ ਜੇ ਮਾੜਾ ਛੱਡਣਾ ਚਾਹੀਦਾ। ਕਹਿੰਦੇ ਹਾਂ ਤੁਸੀਂ ਛੱਡਿਆ। ਇਹਨਾਂ ਨੂੰ ਕਹਿੰਦੇ ਹੋ ਤੁਸੀਂ ਪਖੰਡੀ ਨੇ। ਪਖੰਡੀ ਤਾਂ ਤੁਸੀਂ ਵੀ ਹੋ।
ਠੀਕ ਹੈ ਤੁਹਾਡਾ ਬੰਦਾ ਜਿਹੜਾ ਰੱਬ ਹੈ, ਚਲੋ ਮੰਨ ਲਿਆ। ਜੇ ਕਹਿੰਦੇ ਰੱਬ ਹੈ, ਤੁਸੀਂ ਕਹਿੰਦੇ ਉਹਨੂੰ ਰੱਬ ਹੈ ਵੀ ਰੱਬ ਹੈ, ਪਰ ਤੁਸੀਂ ਛੱਡ ਦਿੱਤਾ ਲੋਭ, ਤੁਸੀਂ ਉਹ ਛੱਡ ਦਿੱਤਾ ਚੁੱਪ ਕਰ ਗਏ। ਇਹਨਾਂ ਦਾ ਤੁਹਾਨੂੰ ਵੀ ਪਤਾ ਹੈ ਵੀ ਲੋਭ ਮਾੜਾ ਹੈ, ਤੁਸੀਂ ਕਿਉਂ ਨਹੀਂ ਛੱਡਿਆ? ਫਿਰ ਤੁਸੀਂ ਦਿਓ ਜਵਾਬ। ਚੁੱਪ ਲੱਗੀ ਨਾ ਸਾਰਿਆਂ ਦੇ, ਬਹੁਤ ਇਹਨੇ ਤਾਂ ਲਾਈ ਕੀਤੀ ਰੰਗਲੀ, ਫੱਟ ਖੋਲਤਾ ਸਾਰਿਆਂ ਦੇ। ਕਸੂਰਵਾਰ ਤਾਂ ਤੁਸੀਂ ਵੀ ਉਹੋ ਜਿਹੇ, ਉਹ ਵੀ ਉਹੋ ਜਿਹੇ ਨੇ। ਤੁਸੀਂ ਸੁਪੀਰੀਅਰ ਕਿਵੇਂ ਹੋ ਇਹਨਾਂ ਨਾਲੋਂ? ਪਖੰਡ ਨਹੀਂ। ਧਰਮ ਵਧੀਆ, ਧਰਮ ਦਾ ਤੁਹਾਡੇ ਕੋਲ ਵੀ ਨਹੀਂ, ਧਾਰਮਿਕ ਦਾ ਬੰਦੇ ਤੁਸੀਂ ਵੀ ਨਹੀਂ। ਤੁਸੀਂ ਇਹ ਜਿਹੜੇ ਲੋਭ ਵਗੈਰਾ, ਜੇ ਕਮਿਊਨਿਸਟ ਕਹਿੰਦੇ ਧਰਮ ਮਾੜਾ ਹੈ, ਲੋਭ ਤਾਂ ਉਹਨਾਂ ਨੇ ਵੀ ਨਹੀਂ ਛੱਡਿਆ। ਕਰਪਸ਼ਨ ਤਾਂ ਉੱਥੇ ਵੀ ਹੈ ਮੁਲਕਾਂ ਦੇ ਵਿੱਚ, ਉਹਨਾਂ 'ਚ ਉਹ ਵੀ ਕਰਪਟ ਸੀ, ਤੁਸੀਂ ਵੀ ਕਰਪਟ ਹੋ। ਫਰਕ ਕੀ ਹੋ ਗਿਆ ਤੁਹਾਡੇ ਚਾਰੋਂ ਨੂੰ? ਫਰਕ ਜਦ ਹੋਊ ਜਦ ਅੰਦਰੋਂ ਬਦਲਾਅ ਹੋਊਗਾ। ਅੰਦਰੋਂ ਬਦਲਾਅ ਤੁਹਾਡੇ 'ਚ ਵੀ ਨਹੀਂ ਹੈ, ਉਹਨਾਂ 'ਚ ਵੀ ਨਹੀਂ। ਹੱਕ ਦੂਜਿਆਂ ਦੇ ਬਾਣੇ ਤੁਸੀਂ ਜਿਹੜਾ ਲੋਭੀ ਹੈ, ਦੂਏ ਦਾ ਹੱਕ ਖਾਂਦਾ। ਦੂਏ ਦਾ ਹੱਕ ਤੇ ਨਿਗਾਹ ਜਿਹਦੀ ਹੋਵੇ ਉਹੀ ਲੋਭੀ ਹੁੰਦਾ। ਜੇ ਤੁਸੀਂ ਲੋਭੀ ਹੋ, ਤੁਸੀਂ ਵੀ ਦੂਏ ਦੇ ਹੱਕ ਤੇ ਨਿਗਾਹ। ਦੂਆ ਕੌਣ? ਗਰੀਬ। ਝੂਠੇ ਕਰਤੇ। ਹਾਂਜੀ, ਭਾਈਆਂ ਮਾਰਨ ਭਾਈ ਦੁਰਗਾ ਜਾਣ ਕੇ। ਬਸ ਭਾਈ ਦੋ ਧੜੇ ਹੋ ਗਏ, ਭਾਈਆਂ ਮਾਰਨ ਭਾਈ। ਭਾਈ ਦੀ ਗੱਲ ਭਾਈ ਉਹ ਕੱਟੀ ਜਾਂਦਾ। ਵੀ ਇਹ ਨਹੀਂ ਗੱਲ ਕਹਿਣ ਵਾਲੀ ਹੈਗੀ, ਇਹ ਉੱਥੇ ਹੀ ਸੀ ਕਹਿਣ ਵਾਲੀ, ਇੱਥੇ ਨਹੀਂ। ਹੁਣ ਇੱਥੇ ਗੱਲ ਗਾਂਹ ਚਲੀ ਗਈ। ਉਹਦਾ ਉਹ ਗੱਲਾਂ ਪਹਿਲੀਆਂ ਕਰੀ ਜਾਂਦੇ ਨੇ ਜਿਹੜੀਆਂ ਉਹਨਾਂ ਨਾਲ ਕਰਦੇ ਦੇਵਤਿਆਂ ਨੂੰ। ਦੇਵਤਿਆਂ ਦੀ ਗੱਲ ਇੱਥੇ ਕਿਵੇਂ ਚੱਲ ਜੂਗੀ? ਜਿਹੜੇ ਥੋੜ੍ਹੀ ਅਕਲ ਵਾਲੇ ਹੁੰਦੇ ਨੇ ਉਹੀ ਗੱਲ ਬੋਲੀ ਜਾਂਦੇ ਹੁੰਦੇ ਨੇ। ਗੱਲ ਕਿਹੜੀ ਸਟੇਜ ਚਲੀ ਗਈ? ਹੁਣ ਕੀ ਜਵਾਬ ਦੇਣਾ? ਉਹਨਾਂ ਨੂੰ ਮੂਰਖਾਂ ਨੂੰ ਰੋਕਣ ਵਾਲੇ ਵਿੱਚੋਂ ਹੀ ਉੱਠ ਪਏ। ਰੋ ਹੋਏ ਚਲਾਈ ਰਾਖਸ਼ ਰਾਏ ਨੂੰ। ਰਾਖਸ਼ ਰਾਏ ਨੂੰ ਸੰਬੋਧਨ ਕਰਕੇ ਫਿਰ ਗੱਲ ਕਹੀ। ਉਹ ਤਾਂ ਬੋਲਦਾ ਨਹੀਂ ਸੀ, ਚੁੱਪ ਕੀਤਾ ਬੈਠਾ ਸੀ ਪੂਰੇ। ਵੀ ਤੂੰ ਜਵਾਬ ਦੇ ਹੁਣ, ਇਹ ਤਾਂ ਚੇਲੇ ਨੇ ਤੇਰੇ ਚ ਲੋਭ ਹੈਗਾ ਜਾਂ ਨਹੀਂ ਹੈ? ਤਾਂ ਇਹਨਾਂ ਨੂੰ ਕੀ ਉਪਦੇਸ਼ ਦਿੱਤਾ ਜੇ ਤੂੰ ਇਹਨਾਂ ਦਾ ਗੁਰੂ ਬਣਿਆ ਬੈਠਾ? ਤੂੰ ਕਹਿੰਦਾ ਅਸੀਂ ਅਵਤਾਰ ਹਾਂ, ਤੈਂ ਇਹਨਾਂ ਨੂੰ ਕੀ ਸਿਖਾਇਆ? ਤੈਂ ਕੀ ਸਿੱਖਿਆ? ਐ ਚਲਾਈ ਰਾਖਸ਼ ਰਾਏ ਨੂੰ। ਜੰਪੁਰ ਦੀ ਆ ਪਠਾਈ ਲੋਚਣ ਧੂਮ ਨੂੰ। ਬਸ ਚੁੱਪੇ ਕਰ ਗਿਆ, ਬੋਲਿਆ ਹੀ ਨਹੀਂ ਹੈ। ਜਿਹਨੂੰ ਗਿਆਨ ਦਾ ਭੁਲੇਖਾ ਸੀ ਆਪਣੇ ਨੂੰ, ਚੁੱਪੇ ਕਰ ਗਿਆ, ਬੋਲਿਆ ਹੀ ਨਹੀਂ ਗਾ। ਜੰਪੁਰ ਦੀ ਆ ਪਠਾਈ ਲੋਚਣ ਧੂਮ ਨੂੰ। ਜਾਪੇ ਦਿੱਤੀ ਸਾਈ ਮਾਰਨ ਸਾਈ ਜਾਪੇ ਦਿੱਤੀ ਸਾਈ ਮਾਰਨ ਸੁੰਭਦੀ। ਇਉਂ ਲੱਗਦਾ ਸੀ ਉਹਨਾਂ ਨੂੰ ਸਾਰਿਆਂ ਨੂੰ ਵੀ ਹੁਣ ਸੁੰਭ ਵੀ ਮਾਰਿਆ ਗਿਆ। ਇਹ ਗਿਆਨ ਤਾਂ ਸਾਡੇ ਕੋਲ ਹੈ ਹੀ ਨਹੀਂ। ਸੁੰਭ ਨੂੰ ਮਾਰਨ ਦੀ ਸਾਈ ਦਿੱਤੀ ਗਈ, ਇਹ ਤਾਂ ਸੁੰਭ ਵੀ ਗਿਆ। ਹੁਣ ਉਹਦੇ ਕੋਲ ਜਵਾਬ ਕਿਸੇ ਕੋਲ ਵੀ ਨਹੀਂ ਇਸ ਗੱਲ ਦਾ। ਇਹ ਤਾਂ ਸਾਰੇ ਕਸੂਰਵਾਰ ਹਾਂ ਆਪਾਂ। ਲੋਭ ਤਾਂ ਸਾਰਿਆਂ 'ਚ ਹੈ। ਫਿਰ ਇੱਥੇ ਆ ਕੇ ਸਾਰੇ ਮਾਰ ਖਾਵਾਂਗੇ। ਉਹਨਾਂ ਨੇ ਮੰਨ ਲਿਆ ਵੀ ਸੁੰਭ ਦੀ ਸਾਈ ਵੀ ਦਿੱਤੀ ਗਈ। ਇਸੇ ਗੱਲ ਨਾਲ ਸੁੰਭ ਨੇ ਮਰ ਜਾਣਾ, ਇਸੇ ਤੀਰ ਨਾਲ ਸੁੰਭ ਨੇ ਮਰ ਜਾਣਾ। ਉਹ ਜੇ ਮਨਮੁਖਾਂ ਦੇ ਵਿੱਚ ਲੋਭ ਹੈ ਤਾਂ ਜਿਹੜੇ ਅਖੌਤੀ ਸਿੱਖ ਨੇ ਅੱਜ ਬੜੇ ਬੜੇ ਬੈਠੇ, ਇਹ ਸੰਤ ਨੇ, ਇਹਨਾਂ 'ਚ ਲੋਭ ਕਿਉਂ ਹੈ? ਤੁਹਾਡੇ 'ਚ ਕਿਉਂ ਹੈ? ਤੁਸੀਂ ਧਰਮ ਕਿਹੜੇ ਹਿਸਾਬ ਨਾਲ ਹੋ? ਗੱਲ ਆ ਸੀ ਦੇਵਤੇ ਤਾਂ ਆ ਗਏ ਛੱਡ, ਉਹਦਾ ਰੱਦ ਕਰਤੇ। ਇਹ ਤਾਂ ਅਸਲ ਦੇ ਵਿੱਚ ਸੱਚ ਮਾਰਗ ਤੋਂ ਭਟਕੇ ਹੋਏ ਨੇ। ਹੁਣ ਜੇ ਕੋਈ ਸਾਡੇ ਨਾਲ ਚਰਚਾ ਕਰਦਾ ਦੂਏ ਧਰਮ ਵਾਲਾ ਆ ਕੇ, ਜਦ ਉਹਨੇ ਮੈਨੂੰ ਉੱਥੇ ਕਿਹਾ ਵੀ ਤੁਸੀਂ ਜਿਹੜੀ ਆਹ ਕਰਦੇ ਹੋ, ਮੱਥਾ ਟੇਕਦੇ ਹੋ ਗੁਰੂ ਗ੍ਰੰਥ ਸਾਹਿਬ ਨੂੰ, ਚੜਾਵਾ ਚੜਾਉਂਦੇ ਹੋ, ਇਹ ਕਦੋਂ ਲੱਗਿਆ? ਕਦੋਂ ਲੱਗਿਆ? ਉਹਦਾ ਮਤਲਬ ਗੁਰਿਆਈ ਦਿੱਤੀ ਤੇ ਬਾਅਦ ਲੱਗਿਆ ਹੋਊ। ਪਹਿਲਾਂ ਤਾਂ ਹੋ ਨਹੀਂ ਸਕਦਾ, ਪਹਿਲਾਂ ਤਾਂ ਹੋ ਨਹੀਂ ਸਕਦਾ। ਮੈਂ ਕਿਹਾ ਵੀ ਬਸ ਤੂੰ ਇਹ ਗੱਲ ਨਾ ਪੁੱਛਤਾ ਚੰਗਾ। ਵੀ ਜੇ ਗੱਲ ਮੈਂ ਕਹੀ ਤਾਂ ਭਾਂਬੜ ਦਾ ਮਚੂਗਾ। ਇਹਦੇ ਨਾਲ ਅਨੰਦਪੁਰ ਸਾਹਿਬ ਉਹਦੇ ਬੈਠੇ ਉੱਥੇ ਤਲੋ ਜਦੋਂ ਦੇ ਡਰਾਇੰਗ ਰੂਮ 'ਚ
ਮੈਂ ਕਿਹਾ ਲੜਦੇ ਲੜਦੇ ਜਿਹੜੇ ਸਿੰਘ ਸੀ ਨਾ ਸਭ ਕੁ ਗਵਾ ਬੈਠੇ, ਗਰੀਬ ਹੋ ਗਏ। ਉਹ ਦੁਖੀ ਹੋ ਗਏ ਗਰੀਬੀ ਤੋਂ। ਗਰੀਬੀ ਨੂੰ ਗਦਾ ਨਹੀਂ ਮੰਨਿਆ, ਦੁੱਖ ਨੂੰ ਦਾਰੂ ਨਹੀਂ ਮੰਨਿਆ, ਬੁੱਧ ਪੁੱਠੀ ਹੋ ਗਈ। ਬਸ ਭੁੱਖ ਨੇ ਜ਼ੋਰ ਕਰ ਲਿਆ, ਭੁੱਖ ਵੱਧ ਗਈ ਮਾਇਆ ਦੀ। ਸਲਾਹ ਬਣਾ ਲਈ ਵੀ ਏਦਾਂ ਏਦਾਂ ਕਰ ਲਓ, ਆਪਾਂ ਗੁਰਦੁਆਰੇ ਬਣਾ ਲਓ, ਚੜਾਵਾ ਆਊਗੀ। ਹੁਣ ਦੇਖ ਲੈ ਸੋਨਾ ਵਰਸਦਾ ਰੋਜ਼। ਸਾਡੀ ਸਕੀਮ ਗੁਰੂ ਮੰਨਣ ਦੀ ਨਹੀਂ ਸੀ, ਗੁਰੂ ਬਣਾਉਣ ਦੀ ਨਹੀਂ ਸੀ। ਇਸ ਕਰਕੇ ਨਹੀਂ ਗੁਰੂ ਬਣਾਇਆ ਵੀ ਐਸਾ ਗੱਲ ਮੰਨਣੀ ਹੈ। ਇਸ ਕਰਕੇ ਗੁਰੂ ਬਣਾਇਆ ਤਾਂ ਵੀ ਚੜਾਵਾ ਚੜੂਗਾ, ਮੌਜਾਂ ਕਰਾਂਗੇ। ਉਹ 'ਚ ਅਸੀਂ ਕਾਮਯਾਬ। ਕਹਿੰਦਾ ਇਹ ਜੋ ਬਾਤ ਕਰ ਰਹੇ ਹੋ तुम्हें पता कहाँ बैठ के कर रहे हो? मैं कहा मैनू पता। कौन बर्दाश्त करेगा ऐसे में? कोई करे कोई ना करे, सच है। इस सिख आपको क्या करना है? मैनू गोली मार देना, सच है। तेरी तसली सच ना हो, झूठ ना हो जू। तेरी तसली करानी है मैं, सच बोल के हो, झूठ नहीं होनी तेरी तसली। तू अपनी तसली कर, असीं आपे निबड़ लांगे जो कुछ हो मेरे नाल। सच है। दूए धर्म के आदमी तसली सच ना होगी, पिट करे तो होगी नहीं। वो लैके चलिया जाऊगा बई ये तो हुण पखंडी ने, ये तो पखंडी हो गए। हुण सैटिस्फैक्टरी जवाब नहीं दे सकते। सैटिस्फैक्शन तेरी होई कहना होगी, बस मैं ठीक है। तेरी सैटिस्फैक्शन होनी चाहिए है, असीं आपे निबड़ लांगे जिहड़ा कुछ हो। तू कहना मेरी सैटिस्फैक्शन कोई करा नहीं सकता, 8 साल हो गए। तेरी होगी, तेरी होनी चाहिए। कमजोरी साडी है, मैं मन ली, अपनी कमजोरियों मनी और की कीता। गल एक नहीं मनते असीं गुरु दी। गुरु कहने चढ़ावा आउंदा है, वो दिखाई जाने, अपने हिसाब नाल वरती जाने, आपे खाने। जे कॉलेज बनाने साडे मुंडे पढ़ते ने उत्थे, गुरु नूं की दिंदे हो? गुरु नूं दिंदे जे गुरमत दा प्रचार करदे? गुरु नूं दिंदे जे किसी गरीब दे मूँह च पैंदा? मैं कहा अपराध असीं करी जाने, होर की कहना? ना मनदा अपराध नूं अपराध करके माफी किवें हुंदी? अपराध नूं अपराध करके गुरुआं ने मन्निया है, हम ऐसे अपराधी माधो, हम ऐसे अपराधी जिन पर जियो पिंड थे दीने ताकि भाव भगत दिन की भाव भगत नहीं साधी। वो जिहड़े गुरु ने माया दित्ती ਉਹਦੀ भाव भगती तो कीती होई नहीं असीं, ते अपराधी नहीं तो होर की हाँ। वो भाव भगती है गुरबाणी, वो तो असीं साधी होई नहीं। साधनी पैंदी है भाव भगती, ऐदां नहीं समझ आउंदी। जो असीं समझी होई आ ਉਹਨੂੰ ਸਾਧਾਂਗੇ ਤਾਂ पता लगूगा। शुद्ध करांगे भगती की हुंदी है, विचारधारा नूं शुद्ध कर। सोधत 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 सीझिया गुर प्रसाद तत सब बुझिया। साढ़े को अशुद्ध है गुरमत का ज्ञान है, शुद्ध नहीं है। शुद्ध करना पऊ बार 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 इतों पढ़ के, बार बार इतों देख के भी असीं गलत तो नहीं समझ लिया। बारंबार बार प्रभ जपीए, बार बार इनू समझिए भी गल ठीक है, ठीक रास्ते जा रहे हैं, गलत रास्ते तो नहीं चले गए, दिशाहीन तो नहीं हो गए। बार बार नापना पऊगा, नहीं तो गलत रास्ते चले जाओगे। वैसे वो भी लिखा नानक गुरमुख नाम जपिए एक बार, क्या सानू पता लग गया बिल्कुल असीं ठीक रास्ते जा रहे हैं, फिर लोड़ ही नहीं, फिर हम भी चलते रहो सीधे। हाँ जी। पौड़ी भन्ने दैंत पुकारे राजे सुंबत है। भन्ने भन्ने लफ्ज़ है, भन्ने का अर्थ ने भज्जे करता दौड़े। भन्ने कुट कुटी है, मारिया कोई नहीं, कुट्टे ने। ज्ञान की कुटाई होंदी हुंदी है। कहते लै मुसला जो धान कुट्टे हैं, ऐ कुटते धान चिट्टे हो जाते कुट्टे ते। जब उखड़ी च पा के धान छड़ी देने कुट्टी देने आपे चिट्टे हो जाते हैं। जब उखड़ी च पा के ज्ञान के मूसल उत्ते बजदा है आपे चिट्टे निकले आते हैं अंदरों मन। ऐ कुट दिते, होश आ गई होश,
ਹੰਕਾਰ ਦਾ ਜਿਹੜਾ ਨਸ਼ਾ ਸੀ ਸਭ ਉਤਰ ਗਿਆ। ਜੇ ਹੋ ਜ਼ਿਆਦਾ ਆਉਂਦੀ ਹੈ ਜਾਂ ਜਿਵੇਂ ਦਾਰੂ ਉਤਰ ਜਾਂਦੀ ਹੈ ਨਾ, ਫਿਰ ਹੋਸ਼ ਆ ਜਾਂਦੀ ਹੈ। ਹਾਲ ਤਾਂ ਹੰਕਾਰ ਦਾ ਨਸ਼ਾ ਹੋਇਆ, ਦੁਰਮਤ ਦਾ ਨਸ਼ਾ ਹੋਇਆ, ਮਾਇਆ ਮਤ ਮਤੇ ਨੇ ਸਾਰੇ ਪਾਗਲ ਕੀਤੇ ਨੇ ਹੰਕਾਰ ਦੇ ਵਿਦਵਾਨ ਸਾਰੇ ਜਿਹੜੀਆਂ ਸੰਸਥਾਵਾਂ ਸਕਰਾਂ ਦਾ ਪਾਗਲ ਹੋਏ ਨੇ। ਗਿਆਨ ਰਿਐਕਸ਼ਨ ਕਰ ਗਿਆ, ਜਿਹੜਾ ਥੋੜਾ ਬਹੁਤਾ ਗੁਰਬਾਣੀ ਪੜ੍ਹਦੇ ਨੇ ਉਹ ਰਿਐਕਸ਼ਨ ਕਰ ਗਈ, ਜੋ ਕੁਝ ਕਰਦੇ ਨੇ ਹੰਕਾਰ ਪੈਦਾ ਹੋਇਆ ਉਹਦੇ ਨਾਲ। ਹਾਂਜੀ, ਭੰਨੇ ਦੈਤ ਪੁਕਾਰੇ ਰਾਜੇ ਸੁਭਤ ਹੈ। ਉਹ ਜਿਹੜੇ ਕੁੱਟੇ ਹੋਏ ਗਏ ਉਹਨਾਂ ਨੇ ਜਾ ਕੇ ਪੁਕਾਰ ਕੀਤੀ। ਜਿਹੜੇ ਹਾਰ ਖਾ ਕੇ ਮੰਨ ਗਏ ਉਹ ਨਹੀਂ ਗਏ ਮੁੜ ਕੇ ਉੱਥੇ, ਮੂਹੇ ਨਹੀਂ ਦਿਖਾਇਆ ਉਹਨਾਂ ਨੇ, ਆਪਣੇ ਘਰਾਂ ਨੂੰ ਚਲੇ ਗਏ ਵੀ ਅਸੀਂ ਗਲਤ ਦਿਸ਼ਾ ਵਿੱਚ ਜਾ ਰਹੇ ਹਾਂ, ਅਸੀਂ ਨਹੀਂ ਲੜ ਨਹੀਂ ਸਕਦੇ, ਹਾਰ ਮੰਨ ਗਏ। ਰਾਜੇ ਸੁਭਤ ਹੈ। ਰਾਜੇ ਸੁੰਭ ਚਲੇ ਗਏ। ਲੋਚਨ ਧੂਮ ਸੰਘਾਰੇ ਸਣੇ ਸਿਪਾਹੀਆਂ। ਉਹ ਕਹਿੰਦੇ ਲੋਚਨ ਧੂਮ ਸੀ ਜਿਹੜਾ ਤੇਰਾ, ਉਹ ਤਾਂ ਸਿਪਾਹੀਆਂ ਨਹੀਂ ਬਸ ਸੁਗਾਰਿਆ ਗਿਆ, ਉਹਦੇ ਪੱਲੇ ਨਹੀਂ ਛੱਡਿਆ ਕੱਖ, ਉਹਦਾ ਚੁੱਪ ਕਰਾਤਾ, ਉਹ ਤਾਂ ਹੋ ਗਿਆ ਖਤਮ। ਉਹ ਤਾਂ ਹਥਿਆਰ ਗਏ ਸਿੱਟ, ਉਹ ਨਹੀਂ ਲੜਦੇ ਹੁਣ। ਉਹ ਕਹਿੰਦੇ ਵੀ ਅਸੀਂ ਨਹੀਂ ਲੜ ਸਕਦੇ, ਅਸੀਂ ਗਲਤ ਦਿਸ਼ਾ ਵਿੱਚ ਜਾ ਰਹੇ ਹਾਂ। ਚੁਣ ਚੁਣ ਜੋਧੇ ਮਾਰੇ ਅੰਦਰ ਖੇਤ ਦਾ। ਕਹਿੰਦੇ ਚੁਣ ਚੁਣ ਕੇ ਮਾਰੇ ਨੇ। ਜਿਹੜਾ ਬੋਲਦਾ ਸੀ ਪੂਰੇ, ਜਿਹੜਾ ਬੋਲਦਾ ਸੀ ਉਸ ਨੂੰ ਜਦੇ ਇੱਕੋ ਹੀ ਤੀਰ ਨਾਲ, ਬਸ ਜਿਹੜਾ ਬੋਲਿਆ ਇੱਕੋ ਹੀ ਤੀਰ ਨਾਲ ਉੱਥੇ ਹੀ ਬਿਠਾਲਤਾ, ਮੁੜ ਕੇ ਬੋਲਿਆ ਹੀ ਨਹੀਂ। ਉਹ ਜਿੰਨਾ ਦਸਤ ਉਠਾਏ ਰਹੇ ਨਾ ਜੀਵ ਦੇ, ਅੱਗੇ ਆਊਗੀ ਭੁਗਤੀ। ਕਹਿੰਦੇ ਜਿਹਨੇ ਵੀ ਹੱਥ ਚੱਕਿਆ ਮੂਹਰੇ, ਜਿਉਂਦਾ ਛੱਡਿਆ ਹੀ ਨਹੀਂ। ਉਹ ਚੁਣ ਚੁਣ ਉਹੀ ਮਾਰਨੇ ਸੀ ਜਿਹੜੇ ਮੂਹਰੇ ਹੋ ਕੇ ਲੜਦੇ ਸੀ। ਜਾਪਣ ਅੰਬਰ ਤਾਰੇ ਡਿੱਗਣ ਸੂਰਮੇ। ਐ ਸਮਝ ਲਓ ਸੂਰਮੇ ਡਿੱਗਦੇ ਤੇ ਜਿਵੇਂ ਅੰਬਰ ਤੋਂ ਤਾਰੇ ਡਿੱਗਦੇ ਹੁੰਦੇ ਨੇ। ਤਾਰੇ ਜੋਤ ਡਿੱਗਦੀ ਆ ਨਾ, ਤਾਰਿਆਂ ਵਰਗਾ ਗਿਆਨ ਸੀ ਉਹਨਾਂ ਦਾ। ਹਾਂਜੀ, ਗਿਰੇ ਪਰਬਤ ਭਾਰੇ ਮਾਰੇ ਬਿਜਦੇ। ਬੜੇ ਬੜੇ ਪਰਬਤੀ, ਜਿਹੜਾ ਪਰਬਤਾਂ ਵਰਗਾ ਜਿਹਨਾਂ ਦਾ ਗਿਆਨ ਸਮਝਦੇ ਸੀ, ਮੁੱਕਣਾ ਹੀ ਨਹੀਂ ਸਾਡੇ ਕੋਲ ਗਿਆਨ। ਮਾਰੇ ਬਿਜਦੇ। ਆ ਬਿਜਲੀ ਦੇ ਮਾਰੇ ਨਾ, ਇਹ ਬਿਜਲੀ ਦਾ ਜਾਣਣ ਮਾਰੇ ਥੱਲੇ ਡੱਪੇ, ਢੇਰੀ ਹੋ ਗਏ। ਦੈਂਤਾਂ ਦੇ ਦਲ ਹਾਰੇ ਦਹਿਸ਼ਤ ਖਾਇਕ ਹੈ। ਐਸੀ ਦਹਿਸ਼ਤ ਪਾਈ ਪ੍ਰਚੰਡ ਗਿਆਨ ਦੀ, ਦੈਂਤਾਂ ਦੇ ਦਲ ਹਥਿਆਰ ਛੱਡ ਗਏ। ਕਹਿੰਦੇ ਅਸੀਂ ਲੜੇ ਨਹੀਂ ਸਕਦੇ। ਨਿਰਾਕਾਰ ਦੀ ਗੱਲ ਕਰੋ ਜੇ ਕਰਨੀ ਹੈ, ਮਾਇਆ ਦੀ ਨਹੀਂ ਗੱਲ। ਧਰਮ ਨਿਰਾਕਾਰ, ਮਾਇਆ ਤਾਂ ਸੰਸਾਰੀ ਗਿਆਨ ਹੈ, ਇਹਦੀ ਕੀ ਗੱਲ ਕਰਨੀ? ਇਹ ਤੋਂ ਕਹਾਂ ਗੱਲ ਕਰੋ। ਸਿੱਖਾਂ ਦੀ ਤਰੱਕੀ ਸੰਸਾਰੀ ਗੱਲ ਹੈ, ਸਿੱਖਾਂ ਦੀ ਪੜ੍ਹਾਈ ਸੰਸਾਰੀ ਗੱਲ ਹੈ, ਐਜੂਕੇਸ਼ਨ ਸੰਸਾਰੀ ਗੱਲ ਹੈ, ਕੇਸ ਰੱਖਣੇ ਸੰਸਾਰੀ ਗੱਲ ਹੈ, ਅੰਮ੍ਰਿਤ ਛਕਣਾ ਨਾ ਛਕਣਾ ਸੰਸਾਰੀ ਗੱਲ ਹੈ ਜੀ। ਪਹਿਲਾਂ ਆਹ ਗੱਲ ਹੈ, ਅੰਦਰ ਸਾਫ਼ ਕਰੋ ਪਹਿਲਾਂ, ਅੰਦਰ ਫਿਰ ਛਕ ਲਿਓ ਬਾਹਰਲਾ ਅੰਮ੍ਰਿਤ। ਪੌੜ ਫਿਰ ਲੈ ਲਿਓ, ਪਹਿਲਾਂ ਅੰਮ੍ਰਿਤ ਛਕੋ, ਅੰਮ੍ਰਿਤ ਛਕੋ ਪਹਿਲਾਂ, ਪੌੜ ਬਾਅਦ ਚ ਲੈ ਲਿਓ। ਅੰਮ੍ਰਿਤ ਨਾਮ ਬਾਣੀ ਚ। ਜਿੰਨਾ ਚਿਰ ਅੰਦਰ ਸਾਫ਼ ਨਹੀਂ ਬਾਹਰਲੇ ਭੇਖ ਦਾ ਕੋਈ ਫਾਇਦਾ ਨਹੀਂ। ਉਹ ਜੇ ਬਦਨਾਮੀ ਹੈ, ਕਰੂ ਦਾ ਕੰਮ ਭੈੜੇ, ਉਹ ਸਿੱਖ ਗੁਰੂ ਦਾ ਬੱਜੂ, ਗੁਰੂ ਬਦਨਾਮ ਹੋਊਗਾ। ਫਿਰ ਕੀ ਲੋੜ ਹੈ ਜੇ ਸਿੱਖਾਂ ਦੀ? ਕੀ ਕਰਾਉਣਾ ਉਹਨਾਂ ਨੇ? ਜੇ ਕੱਲ ਨੂੰ ਕਿਰਪਾਨ ਪਾ ਕੇ ਫਿਰ ਕਬਰ ਤੇ ਖੜਾ ਹੋਵੇ, ਇਹ ਕਿਸੇ ਪੁੱਛਿਆ ਵਾਲੇ ਕੋਲ ਪੁੱਛਿਆ ਲੈਂਦਾ ਹੋਵੇ ਜਾ ਕੇ, ਇਹ ਸ਼ਨੀ ਦੇਵ ਦਾ ਜਾਪ ਕਰਾਉਂਦਾ ਹੋਵੇ, ਫਿਰ ਉਹਦਾ ਕੀ ਲੈਣਾ ਹੈ? ਜੇ ਸਿੱਖੀ ਤੇ ਸੀ ਕੀ ਲੈਣਾ ਉਹਨਾਂ ਤੇ? ਥੋੜੇ ਹੀ ਚੰਗੇ ਨੇ, ਥੋੜੇ ਠੀਕ ਨੇ, ਪੰਜੇ ਰੱਖੇ ਤੇ ਪੰਜੇ ਪਾਸ ਹੋਏ ਤੇ ਅਸੀਂ ਭੀੜ ਇਕੱਠੀ ਕਰਦੇ ਹਾਂ। ਭੀੜ ਇਕੱਠੀ ਕਰੋਗੇ ਸੱਚ ਨਹੀਂ ਰਹਿਣਾ, ਧਰਮ ਨਹੀਂ ਰਹਿਣਾ। ਭੀੜ ਰਹਿ ਜੂਗੀ, ਸੱਚ ਰਹਿਣਾ ਨਹੀਂ। ਦੈਂਤਾਂ ਦੇ ਦਲ ਹਾਰੇ ਦਹਿਸ਼ਤ ਖਾਇਕ ਹੈ। ਹਾਂ, ਬਚੇ ਸੋ ਮਾਰੇ ਮਾਰੇ ਰਹਿੰਦੇ ਰਾਇਤ ਹੈ। ਆਦੇ ਦੈਂਤਾਂ ਨੇ ਜਿਹੜੇ ਆ ਇਕੱਠਿਆ ਕਰਦੇ ਨੇ ਦਲ ਇਕੱਠਾ ਕੀਤਾ ਤਾਂ ਇਹ ਦੈਂਤ ਹੁੰਦੇ ਨੇ, ਜਿਨ੍ਹਾਂ ਦੇ ਇਹਨਾਂ ਦੇ ਬਣਾਏ ਨੇ ਨਾ, ਜਿਵੇਂ ਬਾਦਲ ਹੈ ਗਰੁੱਪ, ਦਲ ਇਕੱਠੇ ਕਰਦੇ ਨੇ ਸਭ ਦੈਂਤ ਨੇ। ਇਹਨਾਂ ਦਾ ਹੀ ਕਬਜ਼ਾ ਗੁਰਦੁਆਰਿਆਂ ਦੇ ਦੈਂਤਾਂ ਦਾ ਉਹਨਾਂ ਨੇ ਨਹੀਂ ਕੀਤਾ ਸੀ। ਇੰਦਰਪੁਰੀ ਤੇ ਕਬਜ਼ਾ ਦੈਂਤਾਂ ਨੇ, ਧਰਮ ਤੇ ਕਬਜ਼ਾ ਕਰ ਲਿਆ ਸੀ ਨਾ ਰਾਖਸ਼ਾਂ ਨੇ, ਫਿਰ ਇਹਨਾਂ ਨੇ ਕਬਜ਼ਾ ਕਰ ਲਿਆ। ਦੈਂਤਾਂ ਦੇ ਦਲ ਹਾਰੇ। ਹੁਣ ਦੇਖਾਂਗੇ ਦਲਾਂ ਦੇ ਵਿੱਚ ਕਿੰਨਾ ਕਦਮ ਹੈ, ਹਾਰਦੇ ਨੇ ਕਿ ਜਿੱਤਦੇ ਨੇ। ਗਿਆਨ ਚਰਚਾ ਗੁਰੂ ਵਾਲੀ ਗੱਲ 'ਚ ਦੈਂਤ ਇਹਨਾਂ ਦੇ ਦਲ ਕਿੰਨੇ ਕੁ ਇਹਨਾਂ ਨੂੰ
ਮਦਦ ਦਿੰਦੇ ਨੇ। ਇਹਨਾਂ ਜੋ ਕੀ ਨਿਕਲਦਾ ਹੈ, ਸਾਰੇ ਇਕੱਠੇ ਹੋ ਕੇ ਸਾਰਿਆਂ ਦੀ ਬੁੱਧੀ ਇਕੱਠੀ ਕਰ ਲੈਣ, ਫੇਰ ਵੀ ਕੀ ਕਰਨਗੇ? ਗਿਆਨ ਚਰਚਾ ਕੀ ਕਰਨਗੇ? ਇਹ ਆ ਕੇ ਭੱਜ ਜਾਣਗੇ, ਬਸ ਗਰਦਨ ਥੱਲੇ ਸੁੱਟ ਦੇਣਗੇ, ਚੁੱਪ ਕਰ ਜਾਣਗੇ। ਅੱਗੇ ਪੰਡਤ ਚੁੱਪ ਨਹੀਂ ਕੀਤਾ ਭਗਤਾਂ ਕੋ। ਪੰਡਤ ਤੇ ਪ੍ਰਚਾਰਕ ਹੈ, ਸਾਰੇ ਵਿਦਵਾਨ ਚੁੱਪ ਕਰ ਜਾਣਗੇ, ਪ੍ਰਚਾਰਕ ਸਭ ਚੁੱਪ ਕਰਦੇ ਸਵਾਏ ਨਾ ਕੋ ਹੈ ਵੀ। ਹੋਰ ਆਪਾਂ ਕਿਤਾਬਾਂ ਲਿਖੀਆਂ 96 ਚ ਇਹ ਲਿਖ ਦਿੱਤਾ ਬਈ ਜਿਹੜੀ ਗੁਰਬਾਣੀ ਨੇ ਵਿਦਵਾਨਾਂ ਨੂੰ ਮੂਰਖ ਮੰਨਿਆ, ਬੁੱਧਵਾਨਾਂ ਨੂੰ ਆਦਰ ਦਿੱਤਾ। ਜਿਹੜੇ ਕੋਰੇ ਵਿਦਵਾਨ ਨੇ ਉਹਨਾਂ ਨੂੰ ਗੁਰਬਾਣੀ ਮੂਰਖ ਕਹਿੰਦੀ ਹੈ। ਕਿਸੇ ਯੂਨੀਵਰਸਿਟੀ ਵਾਲੇ ਨੇ ਕਿਸੇ ਨੇ ਜਵਾਬ ਦਿੱਤਾ ਇਸ ਗੱਲ ਦਾ ਵੀ ਤੁਸੀਂ ਮੂਰਖ ਕਾਹਦੇ ਕਹਿੰਦੇ ਵਿਦਵਾਨਾਂ ਨੂੰ? ਪੀ ਕੇ ਗੱਲ, ਬਸ ਉਹਨਾਂ ਨੂੰ ਪਤਾ ਵੀ ਗੱਲ ਠੀਕ ਹੈ, ਜੇ ਬੋਲਾਂਗੇ ਹੋਰ ਪੜਦਾ ਖੁੱਲ ਜੂਗਾ। ਇਹ ਤੇ 96 ਚ ਕਹਿੰਦਾ ਸੀ, ਅੱਜ ਤਾਂ 12-13 ਸਾਲ ਹੋ ਗਏ ਇਹਨਾਂ ਨੂੰ ਦੇਖ ਰਿਹਾ ਨੂੰ ਵੀ ਕੋਈ ਕਿਸੇ ਪਾਸੇ ਕੋਈ ਗੱਲ ਹੋਊਗੀ, ਕੋਈ ਉੱਠਣਗੇ। ਇਹ ਨਹੀਂ ਉੱਠਦੇ ਹੁਣ। ਇਹਨਾਂ ਦਾ ਤਾਂ ਆਹੀ ਇਲਾਜ ਸੀ ਜਿਹੜਾ ਸ਼ੁਰੂ ਕਰਤਾ ਆਪਾਂ ਨੇ, ਹੋਰ ਕੋਈ ਇਲਾਜ ਨਹੀਂ। ਕਿ ਆਪਣੇ ਇੰਡੀਪੈਂਡੈਂਟ ਤਰੀਕੇ ਨਾਲ ਆਪਾਂ ਹਾਈਲਾਈਟ ਕਰ ਦਈਏ ਗੁਰਮਤਿ ਨੂੰ, ਆਪੇ ਲੋਕ ਦੇਖ ਲੈਣਗੇ ਵੀ ਇਹ ਕੌਣ ਨੇ, ਕੀ ਨੇ, ਸਿੱਖ ਨੇ ਕਿ ਨਹੀਂ ਹੈ। ਉਹ ਤਾਂ ਰੋਸ਼ਨੀ 'ਚ ਪਤਾ ਲੱਗੂ ਨਾ, ਰੋਸ਼ਨੀ ਹੋਊਗੀ, ਸੂਰਜ ਚੜੂਗਾ, ਸਭ ਦਾ ਪਤਾ ਲੱਗ ਜੂ। ਤਾਂ ਹਨੇਰੇ 'ਚ ਨੇ ਸਾਰੇ ਸਿੱਖ ਬਣੇ ਹੋਏ ਹੁਣ। ਹਾਂਜੀ, ਬਚੇ ਸੋ ਮਾਰੇ, ਮਾਰੇ ਰਹਿੰਦੇ ਥਾਏ ਥੈ ਰਾਏ ਥੈ। ਬਚੇ ਸੋ ਮਾਰੇ, ਜਿਹੜੇ ਬਚ ਗਏ ਵਿਚਾਰੇ ਮਾਰੇ ਮਸਾਂ ਪਹੁੰਚੇ ਉੱਥੇ ਡਿੱਗਦੇ ਢਹਿੰਦੇ ਉਹ ਰਾਜੇ ਕੋਲ ਮਸਾਂ ਪਹੁੰਚੇ। ਪੌੜੀ ਰੋ ਹੋਏ ਬੁਲਾਏ ਰਾਖਸ਼ ਰਾਏ ਨੇ। ਰਾਖਸ਼ ਰਾਏ ਨੇ ਰੋ ਹੋ ਕੇ ਸਾਰੇ ਜਿਹੜੇ ਹੋਰ ਪਹਿਲਾਂ ਥੋੜੇ ਜਿਹੇ ਭੇਜੇ ਸੀ ਨਾ, ਸਾਰੇ ਹੀ ਸੱਦ ਲਏ। ਫਿਰ ਜਿਹੜੇ ਹੋਰ ਬਾਕੀ ਸੀ, ਬਾਕੀ ਸੂਰਮੇ ਜਿਹੜੇ ਇਦੋਂ ਵੱਡੇ ਸੂਰਮੇ ਸੀ ਉਹ ਸੱਦੇ। ਫਿਰ ਥੱਲੇ ਦੇ ਲੈਵਲ ਤੋਂ ਲੜਾਈ ਸ਼ੁਰੂ ਕਰਦੇ ਹੁੰਦੇ ਨੇ, ਕੋਈ ਵੀ ਹਕੂਮਤ ਥੱਲੇ ਦੇ ਲੈਵਲ ਤੋਂ ਲੜਾਈ ਸ਼ੁਰੂ ਕਰਦੀ ਹੈ। ਸਾਰੀ ਫੌਜ ਨਹੀਂ ਲਾਉਂਦੀ ਹੁੰਦੀ ਕਿਤੇ ਵੀ, ਜਿੰਨੀ ਕੁ ਉੱਥੇ ਲੋੜ ਹੈ ਉਨੀ। ਫਿਰ ਜੇ ਨਾ ਜਿੱਤ ਹੋਵੇ ਫਿਰ ਹੋਰ ਭੇਜ ਦਿੰਦੀ ਹੈ, ਨਾ ਹੋਵੇ ਫਿਰ ਹੋਰ ਭੇਜ ਦਿੰਦੀ ਹੈ। ਐਵੇਂ ਚੱਲਦੀ ਹੁੰਦੀ ਹੈ ਲੜਾਈ। ਪਹਿਲਾਂ ਛੋਟੇ ਵਿਦਵਾਨ, ਫਿਰ ਉਦੋਂ ਬੜੇ। ਹਾਂਜੀ, ਬੈਠੇ ਮਤਾ ਪਕਾਏ ਦੁਰਗਾ ਲਿਆਵਣੀ। ਕਹਿੰਦੇ ਵੀ ਉਹਨੂੰ ਜਿੱਤ ਕੇ ਮੁਸ਼ਕਾਂ ਬੰਨ ਕੇ ਲਿਆਓ, ਹਾਜ਼ਰ ਕਰੋ ਮੇਰੇ। ਉਹਨੂੰ ਜਿੱਤ ਕੇ ਨਾ ਫੜ ਕੇ ਮੁਸ਼ਕਾਂ ਬੰਨ ਕੇ ਮੇਰੇ ਕੋਲ ਪੇਸ਼ ਕਰੋ। ਚੰਡ ਅਰ ਮੁੰਡ ਪਠਾਏ ਬਹੁਤਾ ਕਟਕਦਾ। ਬਹੁਤਾ ਜ਼ਿਆਦਾ ਫੌਜ ਦੇ ਕੇ ਚੰਡਰ ਮੁੰਡ, ਬਹੁਤ ਬੜੇ ਵਿਦਵਾਨ ਦੇ ਕੇ, ਬਹੁਤੇ ਜ਼ਿਆਦਾ ਲੋਕ ਨਾਲ ਦੇ ਕੇ। ਚੰਡ ਔਰ ਮੁੰਡ ਨੂੰ ਦੇ ਦੋ ਜਿਹੜੇ ਸੀ ਸੈਨਾਪਤੀ, ਉਹ ਭੇਜਦੇ। ਜਾਪੇ ਛੱਪਰ ਛਾਏ ਬਣੀਆਂ ਕੇ ਜਮਾ। ਕੇ ਜਮਾ ਲਫ਼ਜ਼ ਕੇ ਜਮਾ ਐ ਸਮਝ ਲਓ, ਜਿਹੜੀਆਂ ਤਲਵਾਰਾਂ ਨੇ ਨਾ ਯੋਧਿਆਂ ਦੀਆਂ, ਜਦ ਐ ਆਪਸ ਵਿੱਚ ਹੀ ਲੱਗਦੀਆਂ ਨੇ, ਐ ਬਣ ਗਿਆ ਜਿਵੇਂ ਬੈਰਕਾਂ ਬਣੀਆਂ ਹੁੰਦੀਆਂ ਨੇ। ਹੁੰਦੇ ਨੇ ਨਾ ਜੋ ਛੱਪਰ ਹੁੰਦਾ, ਛੱਪਰ ਵੀ ਐ ਹੁੰਦਾ। ਹੱਥ ਤਲਵਾਰਾਂ ਲੈ ਕੇ ਐ ਨਿਕਲੇ, ਇੱਧਰਲੀ ਤਲਵਾਰ ਉਹ ਛਾਂ ਐ ਹੋ ਗਈ ਜਿਵੇਂ ਬੈਰਕਾਂ ਹੁੰਦੀਆਂ। ਹਾਂ, ਜੇਤੇ ਰਾਏ ਬੁਲਾਏ ਚੱਲੇ ਜੁੱਧ ਨੂੰ। ਜਿੰਨੇ ਵੀ ਬੁਲਾਏ ਰਾਜੇ ਨੇ ਸਾਰੇ ਜੰਗ ਨੂੰ ਚਲੇ ਗਏ। ਜਨ ਜੰਪੁਰ ਪਕੜ ਚਲਾਏ ਸਭੇ ਮਾਰਨੇ। ਐ ਸਮਝ ਲਓ ਵੀ ਜਮ ਲੋਕ ਨੂੰ ਜਾ ਰਹੇ ਨੇ ਇੱਥੋਂ ਹੀ, ਮੁੜ ਕੇ ਕਿਸੇ ਨੇ ਨਹੀਂ ਆਉਣਾ। ਇੱਥੋਂ ਵਿਦਾ ਹੋ ਚੱਲੇ ਜਮ ਲੋਕ ਵਾਸਤੇ। ਪੌੜੀ ਢੋਲ ਨਗਾਰੇ ਵਾਏ ਦਲਾਂ ਮੁਕਾਬਲਾ। ਢੋਲ ਨਗਾਰੇ ਵਜਾ ਲਏ, ਦਲਾਂ ਨੇ ਮੁਕਾਬਲਾ ਸ਼ੁਰੂ ਫਿਰ ਕਰ ਲਿਆ। ਰੋ ਰਹੇਲੇ ਆਏ ਉੱਤੇ ਰਾਖਸ਼ਾਂ। ਇੱਧਰ ਵੀ ਰਹੇਲੇ ਸੀ। ਇਹਦੇ ਨਾਲ ਜਿਹੜੇ ਆਪਣੇ ਦੇਵਤੇ ਸੀ, ਦੇਵਤਿਆਂ ਨੂੰ ਵੀ ਕਾਫੀ ਗਿਆਨ ਨਾਲ ਦੀ ਨਾਲ ਹੋ ਜਾਂਦਾ ਹੁੰਦਾ ਨਾ। ਫਿਰ ਉਹ ਵੀ ਕੁਛ ਨਾ ਕੁਛ ਜਿਹੜੇ ਇੱਧਰੋਂ ਸਿੱਖ ਗਈ, ਫਿਰ ਪੈਂਤਰਾ ਬਦਲ ਕੇ ਫਿਰ ਉਹ ਗੱਲ ਕਰਨ ਲੱਗ ਜਾਂਦੇ ਨੇ। ਰੋ ਰਹੇਲੇ ਆਏ। ਨਾਲੇ ਦੇਵਤਿਆਂ ਦੇ ਵਿੱਚ ਵੀ ਕੁਛ ਬੰਦੇ ਹੁੰਦੇ ਨੇ ਇਮਾਨਦਾਰੀ ਦੀ ਗੱਲ ਕਰਨ ਵਾਲੇ, ਸਾਰੇ ਨਹੀਂ ਬੁਰੇ ਹੁੰਦੇ। ਟਾਵੇਂ ਹੁੰਦੇ ਨੇ, ਉਹਦੇ ਟਾਵੇਂ ਹੁੰਦੇ ਨੇ, ਉਹ ਚੰਡੀ ਦੇ ਨਾਲ ਹੁੰਦੇ ਨੇ, ਉਹ ਹੁੰਦੇ ਨੇ।
ਹਾਂ ਸਭਨੀ ਤੁਰੇ ਨਚਾਏ ਵਰਛੇ ਪਕੜ ਕੇ। ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਹੈਨ ਬਿਰਲੇ ਨਹੀਂ ਕਹਿਣੇ, ਉਹ ਬਿਰਲੇ ਤਾਂ ਨਾਲ ਖੜੇ ਨੇ, ਉਹ ਬਿਰਲੇ ਤਾਂ ਇਹਨਾਂ ਨੂੰ ਕਹਿੰਦੇ ਨੇ ਗਲਤ ਨੇ, ਹੁਣ ਵੀ ਕਹਿੰਦੇ ਨੇ ਬਿਰਲੇ ਗਲਤ ਨੇ, ਉਹ ਬਿਰਲੇ ਇੱਧਰ ਆ ਜਾਂਦੇ ਨੇ ਫਿਰ। ਹਾਂਜੀ ਬਹੁਤੇ ਮਾਰ ਗਰਾਏ ਅੰਦਰ ਖੇਤ ਦਾ। ਬਾ ਖੇਤ ਦੇ ਵਿੱਚ ਬਹੁਤੇ ਮਾਰ ਕੇ ਗਿਰਾ ਦਿੱਤੇ। ਤੀਰੀ ਸ਼ਹਿਬਰ ਲਾਏ ਬੁੱਠੀ ਦੇਵਤਾ। ਬੁੱਠੀ ਲਫ਼ਜ਼ ਆਇਆ, ਬੁੱਠੀ ਦਾ ਮਤਲਬ ਬਾਰਿਸ਼ ਹੁੰਦੀ ਹੈ, ਤੀਰਾਂ ਦੀ ਬਾਰਿਸ਼ ਨਹੀਂ ਕੀਤੀ, ਗਿਆਨ ਦੀ ਬਾਰਿਸ਼ ਕੀਤੀ ਹੈ। ਬੁੱਠੀ ਲਫ਼ਜ਼ ਹੈ, ਪੁੱਠਾ ਲਫ਼ਜ਼ ਵਰਤਿਆ। ਦੇਵਤਾ, ਦੇਵਤਾ ਲਫ਼ਜ਼ ਪੁਲਿੰਗ ਹੈ, ਫਿਰ ਪੁਲਿੰਗ ਆ ਗਿਆ ਲਫ਼ਜ਼ ਦੇਵਤਾ। ਦੇਵੀ ਹੈ, ਲੜ ਰਹੀ ਹੈ, ਦੇਵੀ ਕਹਿ ਰਹੇ ਨੇ ਦੇਵਤਾ। ਜੇ ਧਿਆਨ ਨਾਲ ਪੜ੍ਹ ਲੈਂਦੇ ਵਿਦਵਾਨ ਤਾਂ ਭੁਲੇਖਾ ਤਾਂ ਆਵੇ ਨਿਕਲ ਜਾਂਦਾ। ਉਹਦਾ ਦੇਵਤਾ ਹੈ, ਦੇਵੀ ਹੈ ਉਹ ਨਹੀਂ। ਇਹ ਦੇਵਤੇ ਦੀ ਅਕਲ ਲੜ ਰਹੀ ਹੈ ਤਾਂ ਚੰਡੀ ਕਹਿੰਦੇ ਨੇ। ਜਿਹੜਾ ਦੇਵ ਬਣਾਇਆ ਤਾਂ ਨਾ ਦੇਵਤਾ, ਜਿਹੜੇ ਮਾਨਸ ਦੇ ਦੇਵਤੇ ਕੀਏ, ਉਹੀ ਦੇਵਤਾ ਲੜ ਰਿਹਾ ਗੁਰਮੁਖ ਹੋ ਗਏ ਵਿਵੇਕ ਬੁੱਧੀ ਨੂੰ। ਕਿਉਂ ਵਿਵੇਕ ਦੀਜਾ ਬੁੱਧ ਵਿਵੇਕਾ, ਵਿਵੇਕ ਬੁੱਧੀ ਪਰਮੇਸ਼ਰ ਨੇ ਦੇਤੀ। ਉਹ ਹੱਥ 'ਚ ਹੈ, ਹੱਥ 'ਚ ਕਿਹਦੇ ਫਿਰ ਖੜਗ? ਦੇਵਤੇ ਦੇ ਹੱਥ 'ਚ ਖੜਗ। ਦੇਵਤੇ ਨੂੰ ਸ਼ੇਰ ਕਿਹਾ ਹੋਇਆ। ਵਿਵੇਕ ਸ਼ੇਰ ਹੈ, ਵਿਵੇਕ ਬੁੱਧੀ ਉੱਤੇ ਚੱਡੀ ਉਹਦੇ ਸਵਾਰੀ ਕਰਦੇ। ਹਾਂਜੀ ਪੌੜੀ ਭੇਰੀ ਸੰਖ ਵਜਾਏ ਸੰਗਰ ਰਚਿਆ। ਭੇਰੀ, ਭੇਰੀ ਵੱਜੀ, ਸੰਖ ਵਜਾਏ ਸੰਖ ਵੱਜੇ, ਸੰਗਰ ਰਚਿਆ। ਜੰਗ ਦਾ ਜਿਹੜਾ ਅਖਾੜਾ ਗਰਮ ਹੋ ਗਿਆ, ਆਪਣੇ ਆਪਣੀਆਂ ਆਵਾਜ਼ਾਂ ਕੱਢੀਆਂ, ਬੋਲੇ ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ। ਭੇਰੀ ਵੱਜੀ ਤੇ ਸੰਖ ਵੱਜੇ। ਸੰਖ ਵੱਜਣਾ, ਬੋਲਣ ਨੂੰ ਸੰਖ ਵੱਜਣਾ ਕਹਿੰਦੇ ਨੇ। ਰਹੋ ਰੇ ਸੰਖ ਮਜੂਰ, ਦੇਵਲ ਦੇਵਲ ਧਾੜੀ ਉਗਵੇ, ਦੇਸਾਂ ਉਗਵੇ ਸੂਰ। ਜੇ ਤਾਂ ਆਦੀ ਬਾਣੀ ਪੜ੍ਹੀ ਹੋਵੇ, ਸਮਝ ਹੋਵੇ, ਫਿਰ ਤਾਂ ਨਹੀਂ ਸਮਝ ਆਵੇ। ਹੁਣ ਉਹਨਾਂ ਨੂੰ ਅਰਥ ਲਾਉਂਦੇ ਨੇ ਸੰਸਾਰੀ, ਉੱਥੇ ਵੀ ਸੰਸਾਰੀ ਲਾਈ ਜਾਂਦੇ ਨੇ। ਉਹ ਤਾਂ ਕਬੀਰ ਦੇ ਉਹਦੇ ਅਰਥ ਕਿਵੇਂ ਕਰਨਗੇ ਫਿਰ ਉਹ ਸ਼ਲੋਕ ਦੇ? ਉੱਥੇ ਵੀ ਉਹਨਾਂ ਨੇ ਬਾਹਰਲਾ ਸੰਖ ਅਰਥ ਕਰ ਲਿਆ, ਇੱਥੇ ਵੀ ਬਾਹਰਲਾ ਕਰ ਲਿਆ। ਜੇ ਉੱਥੇ ਸੰਖ ਸਮਝ ਲੈਂਦੇ ਤਾਂ ਇਹ ਸੰਖ ਦਾ ਪਤਾ ਲੱਗ ਜਾਂਦਾ। ਹਾਂਜੀ ਤਨ ਤਨ ਤੀਰ ਚਲਾਏ ਦੁਰਗਾ ਧਨਖ ਲੈ। ਇਹ ਤੀਰ ਨੇ, ਜਿਹੜਾ ਸੰਖ ਵੱਜਿਆ ਉਹੀ ਤੀਰ ਨੇ। ਇਹ ਬਾਣੀ ਦੇ ਹੀ ਬਾਣ ਨੇ। ਗੁਰਬਾਣੀ ਇਹ ਮਨ ਮਾਰਿਆ, ਅਣਿਆਲੇ ਅੜੀਆਂ ਮਨ ਮਾਰ ਰਹੀ ਆ ਉਹਨਾਂ ਦੇ। ਸਰੀਰ ਥੋੜੀ ਮਾਰ ਲੈਣ, ਮਨ ਜਿੱਤਣੇ ਨੇ ਸਾਰਿਆਂ ਦੇ, ਸਰੀਰ ਨਹੀਂ ਜਿੱਤਣੇ। ਮਨ ਮਾਰਨ ਦੀ ਗੱਲ ਹੋ ਰਹੀ ਹੈ। ਮਨ ਤੇ ਹਰ ਬੁੱਧੀ ਤੇ ਅਟੈਕ ਹੋ ਰਿਹਾ, ਉਹਨਾਂ ਦੀ ਮਨ ਬੁੱਧੀ ਤੇ ਅਟੈਕ ਹੋ ਰਿਹਾ। ਹਾਂ ਜਿਨੀ ਦਸਤ ਉਠਾਏ ਰਹੇ ਨਾ ਜੀਵਨ ਦੇ। ਪਰ ਜਿਹਨੇ ਹੱਥ ਮੂਹਰੇ ਚੱਕ ਲਿਆ, ਜਿਹੜਾ ਮੂਹਰੇ ਬੋਲਿਆ ਜਾਂਦਾ ਨਹੀਂ ਰਿਹਾ। ਬਸ ਹਿੰਮਤ ਨਹੀਂ ਕਿਸੇ ਦੀ ਮੂਹਰੇ ਦੇ ਬੋਲਣ ਦੀ ਪੈ ਰਹੀ, ਪਰ ਜਿਹੜਾ ਬੋਲਿਆ ਨਾ ਹੱਥ ਜਿਹਨੇ ਉਠਾ ਲਿਆ, ਜਿਉਂਦਾ ਨਹੀਂ ਰਿਹਾ। ਇੱਕੋ ਵਾਰ ਹੱਥ ਚੁੱਕਿਆ, ਦੁਬਾਰਾ ਖਤਮ। ਦੁਬਾਰਾ ਬੋਲਣ ਜੋਗਾ ਛੱਡਿਆ ਹੀ ਨਹੀਂ। ਚੰਡਾਰ ਮੁੰਡ ਖਪਾਏ ਦੋਨੋਂ ਦੇਵਤਾ। ਚੰਡਾਰ ਮੁੰਡ ਖਪਾਏ ਦੋਨੋਂ ਦੇਵਤਾ। ਦੋਨੋਂ ਹੀ ਦੇਵਤਾ ਨੇ ਚੰਡਾਰ ਮੁੰਡ ਖਪਾ ਦਿੱਤੇ। ਦੇਵਤਾ ਫਿਰ ਲਫ਼ਜ਼ ਆ ਗਿਆ। ਦੇਵੀ ਨੇ ਦੋਨੋਂ ਖਪਾਤੇ। ਦੇਵੀ ਔਰ ਦੇਵਤਾ ਇਸੇ ਲਿੰਗ ਪੁਲਿੰਗ ਨਹੀਂ ਹੁੰਦਾ। ਜੇ ਇਹਨਾਂ ਨੂੰ ਅਕਲ ਹੁੰਦੀ ਨਾ, ਦੇਵਤਾ ਦੇ ਸਰੀਰ ਨਹੀਂ ਹੁੰਦੇ। ਉਹ ਪਿਤਾ ਮਾਤਾ ਤਾਂ ਇੱਕ ਨੂੰ ਕਿਹਾ, ਉੱਥੇ ਜਾ ਕੇ ਸਰੀਰ ਖਤਮ, ਲਿੰਗ ਪੁਲਿੰਗ ਨਹੀਂ ਹੁੰਦੇ। ਸਾਡੀ ਭਾਸ਼ਾ 'ਚ ਇਸਤਰੀ ਲਿੰਗ ਪੁਲਿੰਗ ਹੈ। ਕਿਉਂ? ਸਰੀਰ ਤੇ ਨਾਲ ਜੁੜੀ ਹੋਈ ਹੈ ਸਾਡੀ ਭਾਸ਼ਾ, ਮਾਇਆ ਨਾਲ ਜੁੜੀ ਹੋਈ ਹੈ। ਮਾਇਆ ਤੇ ਕਹਾਂ ਜਾ ਕੇ ਇੱਕੋ ਰਹਿ ਜਾਂਦਾ, ਜੋਤ ਇੱਕ ਹੋ ਜਾਂਦੀ ਹੈ ਫਿਰ। ਪੌੜੀ ਸੁੰਬਰ ਨੇ ਸੁੰਬਰ ਸਾਏ ਮਾਰੇ ਦੈਂਤ ਸੁਣ। ਸੁੰਬਰ ਨੂੰ ਸੁੰਬ ਦੋਏ ਬੜੇ ਗੁੱਸੇ 'ਚ ਆਏ ਵੀ ਇਹ ਵੀ ਮਾਰੇ ਗਏ। ਅੱਛਾ ਬਈ ਵੱਡੀ ਤਾਕਤ ਹੈ। ਫਿਰ ਦੈਂਤਾਂ ਦੇ ਮਾਰੇ ਗਏ, ਚੰਡ ਮੁੰਡ ਚੰਡ ਮੁੰਡ ਮਾਰੇ ਗਏ ਸੁਣ ਕੇ ਬੜੇ ਗੁੱਸੇ 'ਚ ਆ ਗਏ।
ਹਾਂ ਜੋਧੇ ਸਭ ਬੁਲਾਏ ਆਪਣੇ ਮਜਲਸੀ। ਫਿਰ ਮਜਲਸੀ ਜਿਹੜੇ ਸੀ ਨਾ ਕੈਬਨਿਟ ਦੇ ਮੰਤਰੀ ਉੱਚੇ, ਉਹ ਬੁਲਾਏ ਸਾਰੇ ਕੈਬਨਿਟ ਦੇ ਮੰਤਰੀ ਔਰ ਸੈਨਾਪਤੀ, ਉਹੀ ਬੁਲਾਏ ਚੰਦ ਆਦਮੀ। ਜਿਨੀ ਦਿਓ ਭਜਾਏ ਇੰਦਰ ਜਿਹੇ, ਜਿਨ੍ਹਾਂ ਨੇ ਇੰਦਰ ਨਾਲ ਚਰਚਾ ਕੀਤੀ ਸੀ, ਇੰਦਰ ਵਰਗੇ ਭਜਾਏ ਸੀ, ਉਹ ਬੁਲਾਏ। ਫਿਰ ਇਹ ਤਾਂ ਉਹੀ ਸਮਝਦੇ ਸੀਗੇ ਵੀ ਇੰਦਰ ਫੌਜਾਂ ਸੀ, ਉਹ ਜਿੱਤ ਲਿਆ, ਐਡਾ ਬੜਾ ਰਾਜਾ ਜਿੱਤ ਲਿਆ, ਇਹਨੇ ਵਿਦਵਾਨ ਸੀ, ਉਹਨੂੰ ਸਾਰੇ ਆ ਕੇ ਮੰਨਦੇ ਸੀ, ਉਹਨੂੰ ਬੜਾ ਮੰਨਦੇ ਸੀ ਇੰਦਰ ਨੂੰ। ਇਹ ਤਾਂ ਪਹਿਲਾਂ ਸਾਰਿਆਂ ਨੂੰ ਭੁਲੇਖਾ ਹੁੰਦਾ, ਗੌਰ ਨਹੀਂ ਕਰਦੇ ਹੁੰਦੇ ਵੀ ਇਹ ਇਕੱਲਾ ਕੀ ਕਰ ਲੂ। ਕਬੀਰ ਨੂੰ ਕਹਿੰਦੇ ਕੀ ਵਿਗਾੜ ਲੂ ਇਕੱਲਾ, ਜਦੋਂ ਪਤਾ ਲੱਗਾ ਜਾਂ ਸਾਰਾ ਕੁਝ ਮੁੱਦਾ ਕਰਤਾ ਉਹਨਾਂ ਦਾ। ਜਾਂ ਉਹਨੇ ਚੈਲੰਜ ਕਰਤਾ, ਬੂਝੋ ਮੋਰ ਗਿਆ ਨਾ, ਜਦੋਂ ਕਹਿੰਦਾ ਤੁਮ ਕਰ ਹਮ ਕਰ ਸੂਤ ਤਣੇ ਨਤ ਤਾਣਾ ਕੰਠ ਜਿਦੂ ਤੁਮਾਰੇ, तुम तो पढ़ो वेद गायत्री हृदय गोविंद हमारे। वो कहना हृदय गोविंद हमारे या चैलेंज करता या तो कहते दिखा, या मन लेंदे जे तो हृदय गोविंद दिखा कहते ने, फिर बह जाता भी आजो बैठो दिखावा सारी पब्लिक। फिर तो उन्होंने गोविंद गया सी, धर्म गया सी, उन्होंने पता सी भी इन्हें पब्लिक नूं मना लेना, साडा धर्म गया, बोलने ही नहीं, चुप्पे करके ਇਹ ਬੋਲਦੇ ਨਹੀਂ ਹੁੰਦੇ। ਤਾਂ ਹੀ ਜਦ ਆਪਾਂ ਨੇ ਕਿਹਾ ਸੀ ਵੀ ਅਸੀਂ 10 ਸਾਲਾਂ ਤੇ ਚਰਚਾ ਕਰਾਂਗੇ, ਰੁਪਈਆ ਅਸੀਂ ਕਰੋੜ ਨਹੀਂ ਲੈਣਾ, ਕਰੋੜ ਅਕਾਲ ਤਖਤ ਦਾ ਰਹੂ ਪੈਸਾ, ਸਾਨੂੰ ਪੈਸੇ ਦੀ ਲੋੜ ਨਹੀਂ ਹੈ, ਪੈਸਾ ਉਹਨਾਂ ਨੂੰ ਕਹੋ ਜਮ੍ਹਾਂ ਕਰੋ ਅਕਾਲ ਤਖਤ ਦੇ ਨਾਂ ਤੇ, ਅਸੀਂ ਉਹਨਾਂ ਨੂੰ ਦੱਸਾਂਗੇ, ਚਰਚਾ ਕਰਕੇ ਸਾਬਤ ਕਰਾਂਗੇ। ਉਹ ਕਾਹਦੇ ਚੁੱਪ ਕਰ ਗਏ? ਉਹਨੇ ਕਿਹਾ ਸਾਡੀ ਸੁਆਹ ਹੋ ਜੂਗੀ। ਅਕਾਲ ਤਖਤ ਵਾਲਿਆਂ ਨੇ ਕਿਹਾ ਸਾਬਤ ਹੋ ਗਿਆ, ਸਾਡੇ ਬੰਨੇ ਕੱਖ ਨਹੀਂ ਰਹਿਣਾ। ਖਬਰ ਹੈ ਕੋਈ ਇਹ ਕਹਿ ਦੇਵੇ ਬਈ ਤੁਸੀਂ ਜਹੇਦਾਰ ਕਾਹਦੇ ਹੋ, ਜਹੇਦਾਰ ਹੁਣ ਇਹਨਾਂ ਨੂੰ ਬਣਾਓ, ਤੁਸੀਂ ਪਿੱਛੇ ਹਟ ਜਾਓ ਸਾਰੇ, ਇਹ ਤਾਂ ਪਾਸਾ ਵੱਢ ਜੂਗਾ। ਚੁੱਪੇ ਕਰ ਗਏ ਵੀ ਜਿੰਨਾ ਆਉਂਦਾ ਨਗਾ ਲਓ, ਐਂ ਕਰਦੇ ਹੁੰਦੇ ਨੇ। ਅਸੀਂ ਕੀ ਕਰਨਾ ਦਾ ਅਕਾਲ ਤਖਤ ਤੇ, ਜੇ ਸਾਨੂੰ ਸਾਰੇ 100 ਵਾਰ ਕਹਿਣਾ ਸੀ ਤਾਂ ਨਾ ਜਹੇਦਾਰ ਬਣ ਗਏ। ਮੂਰਖ ਦਾ ਜਹੇਦਾਰ ਬਣੀਦਾ ਹੁੰਦਾ ਤਾਂ ਪਾਗਲ ਨੇ, ਮਾਇਆਧਾਰੀਆਂ ਦਾ ਜਹੇਦਾਰ ਬਣੀਦਾ ਹੁੰਦਾ, ਆਪ ਡੁੱਬਣਾ ਉਹਨੇ। ਇਹਨਾਂ ਦਾ ਜੂ ਤੇ ਫੇਰੀ ਦਾ ਹੁੰਦਾ ਬਸ, ਜਹੇਦਾਰ ਨਹੀਂ ਬਣੀ। ਜਹੇਦਾਰੀ ਹੋਈ ਹੈ ਜੂ ਫੇਰਦੀ, ਹੋਰ ਕੀ ਹੈ? ਸੰਤਾ ਮਾਨੋ ਦੂਤਾਂ ਡਾਲੋ ਇਹ ਕੁਟਵਾਰੀ ਮੇਰੀ। ਕੀ ਕਹਿ ਰਿਹਾ ਕਬੀਰ? ਮੇਰੀ ਕੁਤਵਾਲੀ ਹੈ, ਮੈਂ ਕੁਤਵਾਲ ਹਾਂ। ਕੁਤਵਾਲ ਥਾਣੇਦਾਰ ਨੂੰ ਕਹਿੰਦੇ ਨੇ, ਮੇਰੀ ਪਰਮੇਸ਼ਰ ਨੇ ਡਿਊਟੀ ਲਾਈ ਹੈ ਕੁਤਵਾਲ ਦੀ। ਸੰਤਾ ਮਾਨੋ ਜਿਹੜੇ ਅਸਲੀ ਸੰਤ ਨੇ ਉਹਨਾਂ ਦੀ ਮਾਨਤਾ ਕਰਾਉਣੀ ਹੈ ਸੰਸਾਰ 'ਚ। ਆਏ ਜਿਹੜੇ ਦੂਏ ਨਕਲੀ ਸੰਤ ਨੇ, ਬਾਹਰ ਗਠਾ ਕੇ ਜੰਮ ਕੇ ਦੂਤ ਨੇ, ਇਹਨਾਂ ਨੂੰ ਡਰ ਲਾਉਣਾ, ਡਰ ਲਓ ਇਹ ਕੁਟਵਾਰੀ ਮੇਰੀ, ਮੇਰੀ ਡਿਊਟੀ ਹੈ ਭਾਈ। ਸਭ ਗੱਲਾਂ ਪੀ ਕੇ ਚੁੱਪ ਕਰ ਗਏ, ਬੋਲੇ ਹੀ ਨਹੀਂ, ਪੜ੍ਹਨ ਜਵਾਬ ਹੀ ਨਹੀਂ ਦਿੱਤਾ। ਵੀ ਜੇ ਜਵਾਬ ਦਿੱਤਾ ਹੋਰ ਮਾਰੇ ਜਾਵਾਂਗੇ। ਹੁਣ ਖਰਬੂਜਾ ਛੁਰੀ ਦੇ ਉੱਤੇ ਕਿਵੇਂ ਵਸੇ? ਖਰਬੂਜਾ ਛੁਰੀ ਨਾਲ ਕਿਵੇਂ ਟਕਰਾਵੇ? ਝੂਠ ਸੱਚ ਨਾਲ ਕਿਵੇਂ ਟਕਰਾਵੇ? ਟਕਰਾਵੇ ਤਾਂ ਬਹੁਤ ਛੇਤੀ ਮਰੇ। ਕਦੇ ਮੈਦਾਨ 'ਚ ਝੂਠ ਨਹੀਂ ਆਉਂਦਾ ਸੱਚ ਦੇ, ਉਹਨੂੰ ਪਤਾ ਛੇਤੀ ਮੌਤ ਹੋ ਜੂ। ਪਬਲਿਕ ਕੋ ਸੱਚ ਛੇਤੀ ਪਹੁੰਚ ਜੂ। ਚੁੱਪ ਕਰ ਜਾਓ ਬਸ, ਚੁੱਪ ਕਰਨ 'ਚ ਦੇਰ ਲੱਗਦੀ ਹੈ ਸੱਚ ਫੈਲਣ ਨੂੰ। ਉਹਨਾਂ ਦੇ ਚੁੱਪ ਕਰਨ 'ਚ ਸਿਆਣੇ ਹੁੰਦੇ ਨੇ ਇੰਨੇ, ਜਿੰਨੇ ਉਹ ਚੁੱਪ ਕਰਨਗੇ ਉਹਨਾਂ ਸੱਚ ਹੌਲੀ ਫੈਲੂ। ਜੇ ਬੋਲ ਪਏ ਸੱਚ ਛੇਤੀ ਫੈਲ ਜੂਗਾ। ਉਹ ਇੰਨੀ ਗੱਲ ਸਮਝ ਹੁੰਦੀ ਉਹਨਾਂ ਨੂੰ, ਉਹ ਨਹੀਂ ਬੋਲਦੇ ਹੁੰਦੇ। ਸਿਆਸਤਦਾਨ ਨੇ ਬੋਲਦੇ ਨਹੀਂ, ਬਾਦਲ ਗੱਲਾਂ ਦਾ ਜਵਾਬ ਹੀ ਨਹੀਂ ਦਿੰਦਾ, ਜੋ ਮਰਜ਼ੀ ਕਹੀ ਜਾਣ। ਲੋਕ ਕਹੀ ਜਾਣ ਬਸ ਸਾਰਾ ਰੰਗੜਾ, ਹਾਲਾਂਕਿ ਬਹੁਤ ਬੁਰੀ ਗੱਲ ਹੈ ਕਹਿਣੀ, ਇਹ ਬਸ ਸਾਰਾ ਰੰਗੜਾ ਫਲਾਣਾ, ਜਵਾਬ ਹੀ ਨਹੀਂ ਦਿੰਦਾ ਵੀ ਸਦਾਈ ਨਾ ਬੋਲੀ ਜਾਣਦੇ। ਸਮਝੇ? ਕਿਉਂ ਜਵਾਬ ਦੇਵੇ? ਪਾਗਲ ਨੇ ਬੋਲੀ ਜਾਂਦੇ ਨੇ, ਹਾਥੀ 'ਚ ਤੁਰਿਆ ਜਾਂਦਾ, ਕੁੱਤੇ ਭੌਂਕਦੇ ਨੇ, ਉਹ ਐਂ ਸਮਝਦਾ। ਇਸ ਕਰਕੇ ਉਹਦਾ ਕੋਈ ਵਿਗੜਦਾ ਵੀ ਹੈ ਨਹੀਂ। ਕੀ ਵਿਗਾੜਦੇ ਨੇ ਉਹਦਾ? ਆਹ ਇਲੈਕਸ਼ਨ ਹੋ ਗੁਰਦੁਆਰਾ ਦੇਖ ਰਹੇ ਨੇ, ਪੱਲੇ ਕੀ ਨਿਕਲਦਾ? ਜਿਹੜੇ ਰੌਲਾ ਪਾਉਂਦੇ ਨੇ ਪ੍ਰੈਕਟੀਕਲੀ ਕੁਛ ਨਹੀਂ ਖੜੇ। ਆਪ ਜੀਵਨ ਵਾਲੇ ਕੋਈ ਵੀ ਨਹੀਂ ਇਹਨਾਂ 'ਚ, ਆਪਣੇ ਆਪ ਨੂੰ ਸਮਝਦੇ ਨੇ ਜੀਵਨ ਵਾਲੇ। ਹੈ ਨਹੀਂ, ਹੈ ਨਹੀਂ। ਹੋਣਾ ਹੋਰ ਗੱਲ ਹੈ, ਸਮਝਣਾ ਹੋਰ ਗੱਲ ਹੈ।
ਜੇ ਜੀਵਨ ਵਾਲੇ ਹੁੰਦੇ ਸਾਰੇ ਇਕੱਠੇ ਨਾ ਹੋ ਜਾਂਦੇ, ਜਿੰਨੇ ਹੋਰ ਨੇ ਦਲ ਬਣੇ ਹੋਏ ਇਕੱਠੇ ਕਾਹਦੇ ਨਹੀਂ ਹੁੰਦੇ, ਇੱਕ ਪਲੇਟਫਾਰਮ ਤੇ ਕਿਉਂ ਨਹੀਂ ਹੁੰਦੇ? ਸਾਰੇ ਹੰਕਾਰੀ ਨੇ, ਸਾਰੇ ਬੇਈਮਾਨ ਨੇ, ਘੱਟ ਕੋਈ ਵੀ ਨਹੀਂ ਹੈ। ਬਹੁਤੇ ਬੰਦੇ ਨੂੰ ਨਾਲ ਲੈ ਕੇ ਚੱਲਣਾ ਬੜਾ ਔਖਾ ਹੈ। ਕਮ ਸੇ ਕਮ ਬਾਦਲ ਬਾਕੀਆਂ ਨੂੰ ਤਾਂ ਨਾਲ ਲੈ ਕੇ ਚੱਲਦਾ, ਇਹਨਾਂ ਨਾਲ ਚੰਗਾ ਫਿਰ ਵੀ ਉਹ ਬਰਦਾਸ਼ਤ ਵੀ ਕਰਦਾ, ਕਈ ਵੀ ਜਾਂਦੇ ਨੇ ਚੁੱਪ ਕਰਿਆ ਹੋਇਆ। ਇਹਨਾਂ ਖੋਟਿਆਂ ਚੋਂ ਚੰਗਾ ਦੇਖਣਾ ਦਾ ਇਹ ਵੀ ਹੁਣ ਇਹ ਜਿਹੜੇ ਖੋਟੇ ਨੇ ਸਾਰੇ ਉਹਨਾਂ ਚੋਂ ਵੀ ਚੰਗਾ। ਅੱਤਵਾਦ ਦਾ ਕਦੇ ਹੱਕ 'ਚ ਨਹੀਂ ਰਿਹਾ, ਉਹ ਕਦੇ ਨਹੀਂ ਹੱਕ 'ਚ ਰਿਹਾ ਅੱਤਵਾਦ। ਜਦ ਕਹਿੰਦੇ ਗੁਰਦੁਆਰਾ ਸੁਧਾਰ ਕਰੋ, ਕਹਿੰਦਾ ਆਪਣੇ ਆਪ ਦਾ ਸੁਧਾਰ ਕਰ ਲਓ, ਗੁਰਦੁਆਰੇ ਨੂੰ ਰਹਿਣ ਦਿਓ। ਇੱਕੋ ਗੱਲ ਕਹੀ ਚੁੱਪ ਕਰਕੇ। ਗੁਰਦੁਆਰਾ ਤੁਸੀਂ ਕੀ ਸੁਧਾਰ ਕਰਨਾ? ਸੁਧਾਰ ਤੁਸੀਂ ਆਪਣੇ ਮਨ ਦਾ ਕਰੋ। ਗੁਰਦੁਆਰੇ ਦਾ ਸੁਧਾਰ ਨਵੀਂ ਉਹ ਗੱਲ ਛੇੜ ਲਈ। ਗੁਰੂ ਦਾ ਸੁਧਾਰ ਕਰਦੇ ਨੇ, ਆਪਣਾ ਨਹੀਂ ਕਰਨਾ। ਗੱਲ ਹੋਰੇ ਪਾਸੇ ਨੂੰ ਕਰ ਦੇਣੀ। ਇਹ ਛਾਤਰ ਦਿਮਾਗ ਆਦਮੀ ਨੇ ਜਿਹੜੇ ਗੁਰਦੁਆਰੇ ਦੇ ਸੁਧਾਰ ਦੀ ਰੌਲਾ ਪਾਇਆ, ਜਿਹਨਾਂ ਨੇ ਬੜੇ ਛਾਤਰ ਨੇ। ਕਿਉਂਕਿ ਆਪਣਾ ਸੁਧਾਰ ਉਹਨੇ ਇੱਕੋ ਹੀ ਕਹਿਦਾ ਵੀ ਆਪਣਾ ਸੁਧਾਰ ਕਰ ਲਓ, ਗੱਲ ਠੀਕ ਹੈ। ਚੁੱਪ ਕਰ ਗਏ ਸਾਰੇ ਇੱਕੋ ਗੱਲ 'ਚ। ਉਹ ਜਿਹੜੇ ਇਕੱਠੇ ਹੋਏ ਤੇ ਸਾਰੇ ਕਿੱਧਰ ਗਏ? ਸਾਰੇ ਉਹ ਲੀਡਰ ਜਾਂ ਚੁਣ ਲਗੇ, ਸਾਰੀ ਡਟੋਲ ਦੀ ਪੰਸੇਰੀ ਸਾਰੀ ਭੱਜ ਗਈ। ਕਹਿੰਦੇ ਲੀਡਰ ਕੌਣ ਬਣੂਗਾ? ਕੌਣ ਬਣਦਾ ਨਾ ਜੀ ਲੀਡਰ? ਡਟੋਲ ਦੀ ਪੰਸੇਰੀ ਹੈ। ਕਦੇ ਡਟੋਲ ਦੀ ਪੰਸੇਰੀ ਜਿਉਂਦਿਆਂ ਦੀ ਤੁਲੀ ਹੈ। ਚਾਰ ਦਾ 2 ਛਾਲਾਂ ਮਾਰ ਜਾਂਦੇ ਨੇ। 2 ਹੋਰ ਫੜੇਗਾ, 1 ਛਾਲ ਮਾਰ ਜੂਗਾ। ਫਿਰ 2 ਹੋਰ ਲਿਆ ਫੜ ਕੇ ਰੱਖਦੇ, 4 ਛਾਲਾਂ ਮਾਰ ਜਾਣਗੇ। ਜੋਧੇ ਸਭ ਬੁਲਾਏ ਆਪਣੇ ਮਜਲਸੀ, ਜੋਧੇ ਸਭ ਬੁਲਾਏ ਆਪਣੇ ਮਜਲਸੀ। ਜਿਹਦੇ ਵਿੱਚ ਜਿੰਨਾ ਗੁਣ ਉਹ ਮੰਨਣਾ ਪਊਗਾ। ਖੋਟ ਵੀ ਅਸੀਂ ਦੱਸ ਦਿੰਦੇ ਹਾਂ, ਗੁਣ ਵੀ ਦੱਸ ਦਿੰਦੇ। ਗੁਣ ਵੀ ਤਾਂ ਹੈ, ਇਹਨਾਂ ਨਾਲ ਗੁਣ ਚੰਗੇ ਨੇ ਉਹਦੇ ਵਿੱਚ। ਫਿਰ ਵੀ ਇੰਨੇ ਬੰਦੇ ਨੂੰ ਨਾਲ ਰੱਖਣਾ ਸੌਖੀ ਗੱਲ ਨਹੀਂ ਹੈ। ਚਾਹੇ ਉਹ ਮਿੰਤਦਾਰੀ ਕਰਦਾ, ਚਾਹੇ ਕੁਛ ਕਰਦਾ, ਚਾਹੇ ਨਰਮਾਈ ਕਰਦਾ, ਇਹਨੇ ਬੰਦਿਆਂ ਨੂੰ ਨਾਲ ਰੱਖ ਕੇ ਚੱਲਣਾ ਕੋਈ ਸੌਖੀ ਗੱਲ ਨਹੀਂ ਹੈ। ਮਾਨ ਨਾਲ ਕਹਿੰਦੇ ਜਿਹੜੇ ਸੀ ਉਹ ਵੀ ਭੱਜ ਗਏ। ਜਿਹੜਾ ਭੱਜ ਗਿਆ ਮੁੜ ਕੇ ਆਇਆ ਹੀ ਨਹੀਂ। ਆਖਿਰ ਕਿੱਥੇ ਹੈ ਕਮਜ਼ੋਰੀ? ਕਿੱਥੇ ਹੈ ਨੁਕਸ? ਕਿੱਥੇ ਹੈ? ਅਤੇ ਦਰਬਾਰ ਸਿੰਘ ਮਾਨ ਦੋਏ ਸੀ, ਕਿਉਂ ਨਹੀਂ ਇਕੱਠੇ ਰਹਿ ਸਕੇ? ਗਲਤੀ ਕਿੱਥੇ ਹੈ? ਕਿਹਨੂੰ ਕਹੀਏ ਕਿਹੜਾ ਇਮਾਨਦਾਰ ਹੈ, ਕਿਹੜਾ ਬੇਈਮਾਨ ਹੈ? ਦੋ ਸਟੱਡੀ ਕਰੋਗੇ ਆਪੇ ਪਤਾ ਲੱਗ ਜੂਗਾ। ਕਹਿਣ ਦੀ ਕੀ ਲੋੜ ਹੈ? ਗਲਤੀ ਕਿੱਥੇ ਹੈ? ਦੋਏ ਚੰਗੇ ਆਦਮੀ ਸੀ, ਇਕੱਠੇ ਕਿਉਂ ਨਹੀਂ ਰਹਿ ਸਕੇ? ਹੰਕਾਰ ਨਹੀਂ ਇਕੱਠੇ ਰਹਿਣ ਦਿੰਦਾ, ਲੋਭ ਨਹੀਂ ਇਕੱਠੇ ਰਹਿਣ ਦਿੰਦਾ, ਹੋਵੇ ਨਹੀਂ ਇਕੱਠੇ ਰਹਿਣ ਦਿੰਦੀ। ਇਹ ਤਿੰਨੇ ਚੀਜ਼ਾਂ ਬਾਦਲ 'ਚ ਘੱਟ ਨੇ। ਇਹਨਾਂ ਨੂੰ ਹੈ ਸਹੀ, ਪਰ ਇਹਨਾਂ ਨੂੰ ਘੱਟ ਨੇ। ਕੰਪਰੋਮਾਈਜ਼ ਕਰ ਲੈਣਾ ਹੰਕਾਰ ਛੱਡ ਕੇ ਹੁੰਦਾ। ਹੰਕਾਰ ਛੱਡ ਕੇ, ਆਕੜ ਛੱਡ ਕੇ ਕੰਪਰੋਮਾਈਜ਼ ਹੁੰਦਾ ਕਿਸੇ ਨੂੰ? ਐਵੇਂ ਨਹੀਂ ਹੁੰਦਾ ਹੈਗਾ। ਇਹੋ ਜਿਹੀ ਗੁਣ ਹੈਗਾ। ਆਹ ਗੁਰਮਤ ਵਾਲੇ ਗੁਣ ਨਹੀਂ ਹੈ, ਸਿੱਖੀ ਵਾਲੇ ਗੁਣ ਨਹੀਂ। ਇਹ ਗੱਲ ਹੋਰ ਹੈ, ਉਹ ਹੋਰ ਹੈ। ਉਹ ਸੰਸਾਰੀ ਗੁਣ ਉਹ ਨਹੀਂ। ਸਿੱਖੀ ਖਾਤਰ ਕੁਛ ਕਰ ਸਕਦਾ ਹੋਵੇ, ਨਹੀਂ ਹੋ ਸਕਦਾ। ਉਹ ਫਿਰ ਉਹਦਾ ਹੁਣ ਸਿਆਸਤਦਾਨ ਨੇ ਸਿੱਖੀ ਤੇ ਛੱਡੀ ਹੋਈ ਹੈ ਉਹਨਾਂ ਦੀ। ਸਿੱਖੀ ਦੀ ਗੱਲਾਂ ਨਹੀਂ ਕਰਦੇ। ਇਹ ਗੱਲ ਕਰਦੇ ਨੇ ਸਿੱਖੀ ਦੀ, ਉਹ ਗੱਲ ਕਰਦਾ ਨਹੀਂ ਸਿੱਖੀ ਦੀ। ਇਹਨਾਂ ਨੂੰ ਜ਼ਿਆਦਾ ਲੋੜ ਹੈ ਸਿੱਖੀ ਦੇ ਨੇੜੇ ਆਉਣ ਦੀ, ਉਹਨੂੰ ਨਹੀਂ ਲੋੜ ਹੈ। ਉਹ ਤਾਂ ਛੱਡ ਗਿਆ, ਉਹ ਤਾਂ ਪੰਜਾਬੀ ਪਾਰਟੀ ਬਣਾ ਲਈ ਉਹਨੇ। ਛੱਡੇਗਾ ਉਹਦਾ ਹਥਿਆਰ ਸੁਣਦੇ ਭਾਈ ਮੈਂ ਤੇ ਨਹੀਂ ਹੁੰਦਾ। ਅਸਲ ਗੱਲ ਇਹ ਹੈ। ਜਿਨੀ ਦਿਓ ਭਜਾਏ ਇੰਦਰ ਜਿਹਵੇ, ਜਿਹਨੇ ਦਿਓ ਭਜਾਏ ਅੰਦਰ ਜਿਹਵੇ, ਜਿਹਨੇ ਇੰਦਰ ਵਰਗੇ ਦੇਵਤੇ ਭਜਾਤੇ, ਉਹ ਯੋਧੇ ਬੁਲਾਏ ਨੇ ਬੜੇ ਬੜੇ। 23 ਮਾਰ ਗਰਾਏ ਪਲ ਵਿੱਚ ਦੇਵਤਾ। ਇਹ ਜੇ ਪਲ ਵਿੱਚ ਦੇਵਤਾ ਦੇਵੀ ਨੇ ਪਲ ਵਿੱਚ ਮਾਰ ਕੇ ਕਰਾਤੇ। ਚੰਡੀ ਨੇ 1 ਘੰਟੇ ਲਾਇਆ। ਦੇਖੋ ਬਹੁਤੀ ਲੜਾਈ ਨਹੀਂ ਹੋਈ ਇੱਥੇ ਵੀ। ਪਲ ਵਿੱਚ ਮਾਰ ਕਰਾਏ ਲਿਖਿਆ ਹੋਇਆ, ਮਾਰ ਗਰਾਏ ਪਲ ਵਿੱਚ ਦੇਵਤਾ, ਪਲ ਵਿੱਚ ਲਿਖਿਆ ਹੋਇਆ। ਬਹੁਤੀ ਲੜਾਈ ਨਹੀਂ ਹੋਈ ਹੈ।
ਇੱਕੋ ਹੀ ਹੋਈ ਆ ਗੱਲ ਉੱਥੇ ਖੰਡੇ ਦੀ ਗੱਲ ਦੋਹਾਂ ਦੀ ਬਈ ਗੱਲ ਜੋਤ ਦੀ ਕਰੋ ਜਾਤ ਦੀ ਨਹੀਂ ਕਰਨੀ ਬਸ। ਗੱਲ ਬੁੱਧ ਬਲ ਦੀ ਹੈ, ਸਰੀਰਕ ਬਲ ਦੀ ਗੱਲ ਨਹੀਂ, ਧਨ ਬਲ ਦੀ ਗੱਲ ਨਹੀਂ, ਉਹ ਕਰੋ। ਜਿਹੜੀ ਜੋਤ ਹੈ ਅੱਖ ਨੂੰ ਨਹੀਂ ਦਿੰਦੀ ਹੈ, ਇਹ ਉਹਦੀ ਅੰਸ਼ ਹੈ ਪਰਮੇਸ਼ਰ ਦੀ। ਪਹਿਲਾਂ ਜੋਤ ਦੀ ਆਪਾਂ ਗੱਲ ਕਰ ਲਈਏ, ਲੱਭ ਲਈਏ ਕੀ ਹੈ, ਪਰਮੇਸ਼ਰ ਤੇ ਆਪੇ ਪਹੁੰਚ ਜਾਓਗੇ। ਇਹ ਜੁੜਿਆ ਹੋਇਆ ਹੈ, ਅੰਤਰ ਆਤਮਾ ਦਰਿਆ ਹੈ। ਆਕਾਸ਼ ਬਿਆਨੇ ਲਹੰਗ ਦਰਿਆ ਗੁਸਲ ਕਰਦਮ ਬੂਦ। ਹਿਰਦੇ ਦੇ ਵਿੱਚ ਇੱਕ ਦਰਿਆ ਵਗਦਾ, ਜੇ ਉਹ ਦਰਿਆ ਦਾ ਫੜ ਲਈਏ ਨਾ ਪੱਲਾ ਸ਼ਬਦ ਦਾ, ਸਮੁੰਦਰ ਚ ਲੈ ਜਾਂਦਾ। ਦਰਿਆ ਦੇ ਰਸਤੇ ਤੁਰ ਪੋ, ਆਪੇ ਸਮੁੰਦਰ ਚਲੇ ਜਾਓਗੇ, ਕੁਛ ਕਰਨ ਦੀ ਲੋੜ ਨਹੀਂ ਹੈ। ਦਰਿਆ ਸਮੁੰਦਰ 'ਚ ਜਾਂਦਾ ਹੁੰਦਾ, ਜਿੱਧਰ ਨੂੰ ਜਾਂਦਾ ਦਰਿਆ ਸਮੁੰਦਰ ਹੁੰਦਾ ਉਧਰ। ਇਸ ਕਰਕੇ ਨਿਵੇਂ ਸੋ ਗੌਰਾ ਹੋਇਆ, ਪਹਾੜਾਂ ਵੱਲ ਨੂੰ ਨਹੀਂ ਜਾਈਦਾ ਜਿੱਧਰ ਦਰਿਆ ਆਉਂਦਾ। ਇਹ ਸਾਰੇ ਕੈਲਾਸ਼ ਪਰਬਤ ਨੂੰ ਜਾਂਦੇ ਨੇ ਜਿੱਧਰੋਂ ਦਰਿਆ ਆਉਂਦਾ, ਪੁੱਠੇ ਪਾਸੇ ਨੂੰ ਜਾਂਦੇ ਨੇ। ਜਿੱਧਰੋਂ ਦਰਿਆ ਜਾਂਦਾ ਨਾ ਉਧਰ ਨੂੰ ਜਾਈਦਾ ਹੁੰਦਾ। ਇਹਦਾ ਗੰਗਾ ਦਾ ਵਿਰੋਧ ਕਰਦੇ ਨੇ, ਉੱਪਰ ਨੂੰ ਚੜ੍ਹਦੇ ਨੇ। ਗੰਗਾ ਨੂੰ ਜਿਹਨੂੰ ਮੰਨੀਦਾ ਉਹਦੇ ਜਿੱਧਰੋਂ ਲਿਜਾਵੇ ਉਧਰ ਨੂੰ ਜਾਈਦਾ ਹੁੰਦਾ, ਪੁੱਠੇ ਪਾਸੇ ਨੂੰ ਜਾਈਦਾ। ਤਾਂ ਹੀ ਗੰਗਾ ਦਾ ਵਿਰੋਧੀ ਹੈ ਸ਼ਿਵ ਜੀ। ਹਾਂਜੀ, ਉਨੀ ਦਸਤੀ ਦਸਤ ਬਜਾਏ ਤਿਨਾ ਚਿੱਤ ਕਰ। ਉਹਨਾਂ ਦਸਤੀ ਦਸਤ ਬਜਾਏ ਤੇਨਾ ਚਿੱਤ ਕਰ। ਕਿਉਂ? ਕਹਿੰਦੇ ਯਾਰ ਹੱਦ ਹੋ ਗਈ। ਇੱਕ ਸਕਿੰਟ 'ਚ ਮੰਨ ਗਏ ਲੋਕ। ਐਡੇ ਐਡੇ ਬੰਦੇ, ਐਡੇ ਐਡੇ ਉਹ ਆਪਣੇ ਨਾਲ ਜੁੜੇ ਹੋਏ ਸੀ। ਆਖਰ ਕੀ ਜਾਦੂ ਹੈ ਉਹਦੇ ਕੋਲ, ਜਿਹੜੇ ਸਾਰੇ ਹੀ ਉਸ ਧੜੇ ਚਲੇ ਗਏ। ਤਿਨਾ ਚਿੱਤ ਕਰ, ਜਿਹਨਾਂ ਨੂੰ ਚੇਤੇ ਕਰਕੇ ਤਿਨਾ ਚਿੱਤ ਕਰ। ਉਹ ਐਡੇ ਵਿਰੋਧੀ ਸੀ, ਇਹ ਕਹਿੰਦੇ ਉਧਰ ਰਲ ਗਏ। ਚੰਡੀ ਦੇ ਜੋ ਉਹਦਾ ਗਿਆ ਉਹਦੇ ਨਾਲ ਰਲ ਗਏ ਵੀ ਤੁਸੀਂ ਠੀਕ ਹੋ ਮਾਰਾ, ਵੀ ਅਸੀਂ ਸਾਨੂੰ ਤਾਂ ਗਲਤੀ ਸੀ, ਗਲਤ ਫਹਿਮੀ ਸੀ। ਉਹਨਾਂ ਨੇ ਤਾਂ ਪਾਸਾ ਹੀ ਪਲਟ ਲਿਆ। ਜਿਹੜਾ ਪਾਸਾ ਪਲਟ ਲਿਆ ਉਹੀ ਮਰੇਗਾ। ਇੱਧਰੋਂ ਮਰ ਕੇ ਫੌਜ ਘਟ ਗਈ ਨਾ। ਉਸੇ ਨੂੰ ਕਹਿੰਦੇ ਨੇ ਸੁਰਗ ਹੋਏ, ਅੰਤ ਹੋਏ ਸੁਰਗਾਮੀ। ਸੁਰਗ ਵਾਲੇ ਪਾਸੇ ਚਲੇ ਗਏ ਉਹ। ਫਿਰ ਸਣਵਤ ਬੀਜ ਚਲਾਏ ਬੀੜੇ ਰਾਏ ਦੇ। ਫਿਰ ਰਾਜੇ ਨੇ ਸਰਵਤ ਨੂੰ ਚਲਾਇਆ। ਇਹ ਭਰਮ ਤੇ ਚਰਚਾ ਕਰਦਾ ਹੈ। ਇਹਦੇ ਕੋਈ ਇੰਨੇ ਸਵਾਲ ਨੇ ਸਰਵਤ ਬੀਜ ਕੋਲ ਧਰਮ ਦੇ, ਕਿ ਉਹਨਾਂ ਦੇ ਜਵਾਬ ਦੇਣੇ ਔਖੇ ਨੇ। ਇੰਨਾ ਵਿਦਵਾਨ ਔਰ ਪੜ੍ਹਿਆ ਲਿਖਿਆ ਸਰਵਤ ਕਹਿੰਦੇ ਨੇ, ਜਿਹਦੇ ਜਿਹੜੇ ਵਸਤੂ ਤੋਂ ਇੱਕ ਬੂੰਦ ਗਰਜਵੇ ਨਾ ਉੱਡਾ ਹੀ ਉਹ ਰਾਖਸ਼ ਪੈਦਾ ਹੋ ਜਾਂਦਾ। ਸਰਵਤ ਬੀਜ, ਸਰਵਤ ਬੀਜ, ਇਹਦੇ ਕਈ ਨਾਂ ਨੇ। ਰਖਤ ਬੀਜ, ਰਖਤੇ ਬੀਜ ਹੈ ਇਹਦੀ। ਇਹਦੀ ਭਰਮ ਦਾ ਛੋਟਾ ਜਿਹਾ ਕਣਕਾ ਡਿੱਗ ਜਾ, ਉੱਡਾ ਹੀ ਭਰਮ ਖੜਾ ਹੋ ਜਾਂਦਾ। ਭਰਮ ਤੁਹਾਨੂੰ ਕਿਤੇ ਪੈਦਾ ਹੋ ਜਾ ਗੁਰਬਾਣੀ 'ਚ, ਬਸ ਤੁਸੀਂ ਗੁਰੂ ਨੂੰ ਟੁੱਟ ਗਏ, ਉੱਥੇ ਹੀ ਟੁੱਟ ਗਏ। ਜਿੱਥੇ ਵੀ ਗੁਰਬਾਣੀ 'ਚ ਤੁਹਾਨੂੰ ਸ਼ੰਕਾ ਖੜੀ ਹੋ ਗਈ ਸਿੱਖੀ ਨੂੰ, ਉੱਥੇ ਹੀ ਟੁੱਟ ਗਏ ਤੁਸੀਂ। ਜਿੱਥੇ ਸੱਚ ਸੱਚ ਕਰਕੇ ਨਾ ਮੰਨਿਆ, ਜਿਹੜੀ ਗੱਲ ਨੂੰ ਤੁਸੀਂ ਸਿੱਖ ਰਹੇ ਹੀ ਨਹੀਂ, ਉੱਥੇ ਭਰਮ ਦੋ ਕਰ ਦਿੰਦਾ ਨਾ। ਇਹ ਸਰਵਤ ਬੀਜ ਇਹਦਾ ਨਾਮ ਹੈ। ਉਹ ਕਹਿੰਦਾ ਮੇਰੇ ਸਾਰੇ ਸਵਾਲਾਂ ਦਾ ਜਵਾਬ ਦੇ ਦੇਵੇ, ਮੈਨੂੰ ਦਰਸ਼ਨ ਕਰਾ ਦੇਵੇ, ਮੈਂ ਮੰਨ ਲੂੰਗਾ। ਉਹਦੇ ਕੋਲ ਸਵਾਲ ਬਹੁਤ ਜ਼ਿਆਦਾ ਨੇ, ਗਿਆਨੀ ਗਿਆਨਵਾਨ। ਹਾਂਜੀ, ਸੰਜ ਪਟੇਲਾ ਪਾਏ ਚਿਲਕਤ ਟੋਪੀਆਂ। ਸੰਜੋ ਵਾਲੀ ਸਿਰ ਤੇ ਟੋਪ ਰੱਖ ਲਿਆ। ਲੁੱਜਣ ਨੂੰ ਰੜਾਏ ਰਾਖਸ਼ ਰੋਹਲੇ। ਹਾਂ, ਉਹ ਕਹਿੰਦੇ ਵੀ ਬਹੁਤ ਸਵਾਲ ਜਵਾਬ ਨੂੰ ਬਹੁਤ ਕਾਲੇ ਪਏ ਹੋਏ ਨੇ, ਅੜਾਏ ਕਾਲੇ ਪਏ ਹੋਏ ਨੇ ਰਾਖਸ਼ ਰੋਹਲੇ। ਹਾਂ, ਕਹਿੰਦੇ ਨੇ ਅਸੀਂ ਦੇਖਾਂਗੇ, ਸਾਡੇ ਸਵਾਲਾਂ ਦਾ ਜਵਾਬ ਕਿੱਥੋਂ ਦੇ ਦੂ। ਇਹਨਾਂ ਸਵਾਲਾਂ ਦਾ ਜਵਾਬ ਇਹ ਹੈ ਨਹੀਂ, ਕਿਸੇ ਨੂੰ ਦਿੱਤਾ ਹੀ ਨਹੀਂ ਅੱਜ ਤਾਈਂ। ਜਿਹੜੇ ਸਵਾਲਾਂ ਦੇ ਜਵਾਬ ਦਿੱਤੇ ਨੇ ਗੁਰਬਾਣੀ, ਉਹ ਸਾਡੇ ਸਮਝ ਨਹੀਂ ਆਏ। ਸਵਾਲ ਫੇਰ ਲਈ ਖੜੇ ਨੇ ਸਿੱਖ।
ਜਿਨ੍ਹਾਂ ਦੇ ਜਵਾਬ ਦਿੱਤੇ ਹੋਏ ਨੇ ਉਹ ਸਵਾਲ ਨੇ ਸਾਡੇ ਕੋਲ ਜੀ। ਜਵਾਬ ਗੁਰਬਾਣੀ ਦਿੱਤੇ ਹੋਏ ਨੇ, ਜਵਾਬ ਸਾਰੇ ਗੁਰਬਾਣੀ 'ਚ ਪਏ ਨੇ, ਸਵਾਲ ਸਾਡੇ ਕੋਲ ਨੇ। ਕੌਣ ਉਹਨਾਂ ਨੂੰ ਸਮਝੇ, ਕੌਣ ਸਮਝੇ, ਕੌਣ ਵੀ ਜਵਾਬ ਦਿੱਤੇ ਹੋਏ ਨੇ। ਸਵਾਲ ਸਾਰੇ ਸਾਡੇ ਕੋਲ ਨੇ, ਹੁਣ ਵੀ ਸਿੱਖਾਂ ਦੇ ਕੋਲ ਜਵਾਬ ਗੁਰਬਾਣੀ 'ਚ ਪਏ ਨੇ। ਕਿਸੇ ਨੇ ਖੋਜਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਖੋਜ ਦਾ ਵਿਸ਼ਾ ਸੀ, ਅਸੀਂ ਮੱਥਾ ਟੇਕਣ ਦਾ ਵਿਸ਼ਾ ਬਣਾ ਲਿਆ ਵੀ ਆਪੇ ਹੀ ਹੋ ਜੂ ਸਭ ਕੁਝ। ਹਾਂਜੀ, ਆਪਣੇ ਹੱਥੀ ਆਪਣਾ ਆਪੇ ਹੀ ਕਾਰ ਸਵਾਰੀ ਵਾਲਾ ਗੱਲ ਸੁਣ ਕੇ ਇੱਧਰ ਇੱਧਰ ਕੱਢ ਦਿੱਤੀ। ਕਦੇ ਨਾ ਕਿਨੇ ਹਟਾਏ ਜੁੱਧ ਮਚਾਏ ਕੈ, ਕਦੇ ਕਿਸੇ ਨੇ ਉਹਨਾਂ ਨੂੰ ਸੈਟੀਸਫਾਈ ਨਹੀਂ ਕਰਾਇਆ ਚਰਚਾ ਕਰਕੇ। ਇੰਨੇ ਸਵਾਲ ਨੇ ਉਹਨਾਂ ਕੋਲ। ਕਦੇ ਨਾ ਕਿਨੇ ਹਟਾਏ ਜੁੱਧ ਮਚਾਏ ਕੈ। ਹਾਂ, ਗਿਆਨ ਚਰਚਾ ਕਰਕੇ ਕਿਸੇ ਨੇ ਉਹਨਾਂ ਨੂੰ ਸ਼ਾਂਤ ਨਹੀਂ ਕਦੇ ਕੀਤਾ। ਇੰਨੇ ਸਵਾਲ ਨੇ ਉਹਨਾਂ ਕੋਲ ਧਰਮ ਦੇ ਪ੍ਰਤੀ। ਮਿਲਤੇ ਹੀ ਦਾਨੋਂ ਆਏ ਹੁਣ ਸੰਗਰ ਦੇਖਣਾ। ਹੁਣ ਕਹਿੰਦਾ ਆਊਗਾ ਮਜ਼ਾ। ਹੁਣ ਜੇ ਸਾਰੇ ਸਾਡੇ ਸਵਾਲਾਂ ਦੇ ਜਵਾਬ ਦੇ ਦਿੱਤੇ, ਦੇਖਾਂਗੇ ਕਿਵੇਂ ਦੇ ਦੂ। ਸੰਗਰ ਦੇਖਣਾ, ਹਾਂ, ਲੜਾਈ ਦੇਖਣ ਵਾਲੀ ਹੈ, ਜੁੱਧ ਦੇਖਣ ਵਾਲੀ ਗੱਲ ਹੈ। ਦੇਖਾਂਗੇ ਹੁਣ ਕਿਵੇਂ ਜਵਾਬ ਦੇ ਦੂ। ਪੌੜੀ ਦੈਂਤੀ ਡੰਡ ਉਭਾਰੀ ਨੇੜੇ ਆਏ ਕੈ। ਨੇੜੇ ਆ ਕੇ ਜਦ ਦੈਂਤਾਂ ਨੇ ਰੌਲਾ ਪਾਤਾ ਵੀ ਅਸੀਂ ਆ ਗਏ। ਉਹ ਜਿਵੇਂ ਜਗਾਰੇ ਆਪਣੇ ਨਹੀਂ ਅੱਗੇ ਜਾਣ ਲੱਗ ਜਾਂਦੇ, ਉਹੀ ਪਟਾਕੇ ਚਲਾਈ ਜਾਣੇ। ਕੱਢਦੇ ਨੇ ਨਗਰ ਕੀਰਤਨ ਜਾਂ ਜਲੂਸ, ਇਹਦਾ ਜਲੂਸ ਹੈ ਨਗਰ ਕੀਰਤਨ ਕਹਿਣ ਲੱਗ ਗਏ। ਜਲੂਸ ਤਾਂ ਨਿਕਲ ਗਿਆ ਇਹਨਾਂ ਦਾ, ਜਲੂਸ ਤਾਂ ਨਿਕਲ ਗਿਆ। ਹੁਣ ਤਾਂ ਸਿੱਖ ਵੀ ਮੰਨਣ ਲੱਗ ਗਏ ਵੀ ਧੂੜ ਉਡਾਉਂਦੇ ਨੇ, ਬੇਦਹਾ ਪੈਸਾ ਇਕੱਠਾ ਖਰਚ ਕਰਦੇ ਨੇ, ਐਨਰਜੀ ਵੇਸਟ ਕਰਦੇ ਨੇ, ਰਿਜ਼ਲਟ ਕੁਛ ਵੀ ਨਹੀਂ। ਤੇ ਜਲੂਸ ਨਿਕਲ ਗਿਆ ਨਾ, ਅਕਲ ਦਾ ਜਲੂਸ ਨਿਕਲ ਗਿਆ, ਗਿਆਨ ਦਾ ਜਲੂਸ ਨਿਕਲ ਗਿਆ। ਪਾਗਲ ਹੋਏ ਫਿਰੀ ਜਾਂਦੇ, ਪਾਗਲ ਮਗਰ ਲਾਏ ਹੋਏ ਨੇ। ਮਗਰ ਵੀ ਪਾਗਲ ਇਹਨਾਂ ਦੇ ਲੱਗਦੇ, ਅਕਲਮੰਦ ਨਹੀਂ ਜਾਂਦੇ ਇਹਨਾਂ ਦੇ ਵਿੱਚ। ਸਿਆਣੇ ਬੰਦੇ ਸਾਈਡ ਤੇ ਬੈਠੇ ਨੇ ਸਾਰੇ, ਉਹ ਨਹੀਂ ਜਾਂਦੇ। ਇਹ ਤਾਂ ਸਿਆਸੀ ਬੰਦੇ ਜਾਂਦੇ ਨੇ ਜਿਹਨੇ ਵੋਟਾਂ ਵਾਟਾਂ ਲੈਣੀਆਂ ਨੇ। ਜਾਂ ਕੋਈ ਨੇੜੇ ਆ ਗਿਆ ਸਰਦਾਬਾਨ ਕੋਈ ਹੁੰਦਾ, ਉਹ ਆਪਣਾ ਉੱਥੇ ਘਰੇ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਦੀ ਭੀੜ ਕਰਕੇ ਉਹ ਆਪਣੇ ਚਲੋ ਵੀ ਘਰ ਵੜ ਜਾਂਦਾ। ਉਹ ਐਂ ਦੇਖਦਾ ਚਲੋ ਸੰਗਤ ਹੈ, ਚਾਹੇ ਇਹਨਾਂ ਨੂੰ ਗਿਆਨ ਹੈ ਨਹੀਂ ਹੈ, ਪਰ ਗੁਰੂ ਨਾਲ ਜੁੜੇ ਹੋਏ ਨੇ, ਸਰਦਾਬਾਨ ਨੇ ਸਹੀ, ਸ਼ਰਧਾਵਾਨ ਨੇ ਸਹੀ। ਚਲੋ ਉਹ ਤਾਂ ਜਾਣਦਾ ਵੀ ਅਗਿਆਨੀ ਨੇ, ਸ਼ਰਧਾ ਤਾਂ ਹੈਗੀ ਹੋਈ ਹੈ, ਚਾਹੇ ਹੋਰ ਦਾ ਹੋਰ ਸਮਝਦੇ ਨੇ। ਸਿੰਘ ਕਰੀਏ ਸਵਾਰੀ ਦੁਰਗਾ ਸ਼ੋਰ ਸੁਣ। ਸਿੰਘ ਕਰੀਏ ਸਵਾਰੀ ਦੁਰਗਾ ਸ਼ੋਰ ਸੁਣ। ਦੁਰਗਾ ਨੇ ਸ਼ੋਰ ਸੁਣ ਕੇ ਸ਼ੇਰ ਤੇ ਸਵਾਰ ਹੋ ਗਈ, ਆ ਗਈ ਉਹ ਆਪਣੇ ਜਲਾਲ ਚ, ਜੰਗ ਦੇ ਮੂਡ ਚ ਆ ਗਈ। ਜੰਗ ਦੇ ਮੂਡ ਚ ਆਉਣਾ ਹੋਰ ਗੱਲ ਹੈ, ਸਵਾਲ ਜਵਾਬ ਦੇ ਮੂਡ ਚ ਆ ਗਈ ਵੀ ਆਉਣ ਦੇ, ਆ ਜਾਓ ਨੇੜੇ ਨੂੰ। ਖੱਬੇ ਦਸਤ ਉਭਾਰੀ ਗਦਾ ਫਰਾਏ ਕੈ। ਫੇਰ ਖੱਬਾ ਹੱਥ ਹੈ, ਸੱਜਾ ਫੇਰ ਨਹੀਂ ਹੈ, ਹੱਥ ਖੱਬਾ ਹੀ ਚੱਲਦਾ। ਹੁਣ ਗਦਾ, ਪਹਿਲਾਂ ਖੰਡਾ ਸੀ, ਹੁਣ ਗਦਾ ਹੈ। ਗਦਾ ਇੱਕ ਹੁੰਦੀ ਹੈ, ਖੰਡਾ ਦੋ ਹੁੰਦਾ। ਸ਼ੀਹਨ ਵੀ ਆਈ ਹੈ। ਹਾਂ, ਜਦ ਸੀਣਾ ਹੀ ਹੈ ਨਾ ਸਾਰ ਦੀ, ਉਦੋਂ ਬ੍ਰਹਮ ਗਿਆਨ ਦੀ ਗੱਲ ਕੀਤੀ ਹੈ। ਜਦ ਗਦਾ ਆਈ ਹੈ, ਉਦੋਂ ਦੋਹਾਂ ਤਰ੍ਹਾਂ ਦੀ ਕੁੱਟ ਕੀਤੀ ਹੈ। ਜਿਵੇਂ ਪ੍ਰਾਣੀ ਤੋਂ ਆਇਓ ਲਾਹਾ ਲੈਣ ਲੱਗੇ ਹੋ, ਕਿਤੇ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਇਹ ਕੁੱਟਤਾ ਗਦਾ ਵਾਲੇ, ਇਹ ਸਿੱਧਾ ਹੈ, ਬਸ ਉਦਾਂ ਹੀ ਕੁੱਟਦਾ ਵੀ ਕੀ ਕਰਨਾ, ਐਸੀ ਕਰਦਾ ਕੀ। ਮਾਰਿਆ ਕੁਛ ਜਗਾਉਣ ਵਾਸਤੇ, ਤੀਰ ਨਹੀਂ ਮਾਰਿਆ, ਤੀਰ ਨਹੀਂ ਹੈ। ਆਇਓ ਲਾਹਾ ਲੈਣ ਲੱਗਿਆ, ਕਿਤੇ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਹੋਸ਼ ਕਰ, ਉਹਨੂੰ ਕਿਹਾ ਹੋਸ਼ ਕਰ। ਜਦ ਉਹਨੂੰ ਕਿਹਾ ਤੇਰੇ ਚ ਗਲਤੀ ਹੈ, ਕਿਉਂ ਕਰਦਾ, ਕਰਨਾ ਐ ਸੀ, ਐਂ ਕਿਉਂ ਕੀਤਾ, ਫਿਰ ਤੀਰ ਹੈ। ਬਸ ਇਹ ਭੇਦ ਨੇ। ਗਦਾ ਕਾਦਾ ਹੈ, ਖੰਡਾ ਕਾਦਾ ਹੈ, ਸੀਣ ਸਾਰ ਦੀ ਕਾਦਾ ਹੈ। ਇਹ ਰੂਪ ਨੇ, ਚਰਚਾ ਦੇ ਰੂਪ ਨੇ ਇਹ।
ਸੈਨਾ ਸਭ ਸੰਘਾਰੀ ਸਰਵਣ ਬੀਜ ਦੀ। ਬਸ ਸੈਨਾ ਦਾ ਸਾਰੀ ਛੇਤੀ ਸੁਧਾਰਤੀ, ਕੁੱਟ ਗਈ ਗਦਾ ਨਾਲੇ ਸੈਨਾ ਕੁੱਟਤੀ। ਵੀ ਜੇ ਤੂੰ ਆਪਣੇ ਆਪ ਨੂੰ ਗੁਰੂ ਸਮਝਦਾ, ਬਈ ਮੈਂ ਵੀ ਪਰਮੇਸ਼ਰ ਹਾਂ, ਤੂੰ ਸਾਬਤ ਕਰ ਦੂ ਕਿਵੇਂ। ਜੇ ਤੂੰ ਨਹੀਂ ਮੰਨਦਾ ਦੱਸ ਕੀ ਆਧਾਰ ਹੈ ਤੇਰੇ ਕੋਲ ਮੰਨਣ ਦਾ। ਜੇ ਤੁਸੀਂ ਨਹੀਂ ਰੱਬ ਨੂੰ ਮੰਨਦੇ, ਅਵਤਾਰਵਾਦ ਨੂੰ ਮੰਨਦੇ, ਤਾਂ ਆਧਾਰ ਕੀ ਹੈ ਨਾ ਮੰਨਣ ਦਾ। ਤੁਸੀਂ ਇਹ ਕਹਿੰਦਾ ਜੇ ਤੂੰ ਹੈ ਤਾਂ ਮੈਂ ਵੀ ਹਾਂ, ਇਹ ਗੱਲ ਨਹੀਂ ਹੈ। ਉਹ ਤਾਂ ਝੂਠਾ ਹੈ, ਫਿਰ ਤੂੰ ਵੀ ਝੂਠਾ। ਜੇ ਉਹ ਝੂਠਾ ਤਾਂ ਤੂੰ ਵੀ ਝੂਠਾ। ਛੇਤੀ ਉਹ ਗੱਲ ਮੁੱਕ ਗਈ। ਫਿਰ ਉਹ ਜਦ ਤੇਰੇ 'ਚ ਕੀ ਫਰਕ ਹੈ? ਕੁੱਟਤਾ ਨਾ, ਗਧਾ ਨਾਲੇ ਕੁੱਟਤਾ, ਗਿਆਨ ਤਾਂ ਕਰਾਇਆ ਹੀ ਨਹੀਂ, ਤਰਕ ਨਹੀਂ ਦਿੱਤਾ ਕੁਛ। ਤੁਸੀਂ ਉਹਨਾਂ ਨੂੰ ਕਹਿੰਦੇ ਅਪਰਾਧੀ ਨੇ, ਬਾਕੀ ਰਹਿ ਗਈ ਗੱਲ। ਤੁਸੀਂ ਰਾਜੇ ਬਣ ਕੇ ਤੁਸੀਂ ਹੋਰ ਤਰੀਕੇ ਨਾਲ ਟੈਕਸ ਲੈਂਦੇ ਹੋ, ਉਹ ਹੋਰ ਤਰੀਕੇ ਚੜਾਵਾ ਲੈ ਲੈਂਦੇ ਨੇ। ਰਾਜੇ ਦਾ ਟੈਕਸ ਚੁੱਭਦਾ, ਆਪ ਦਿੱਤਾ ਚੜਾਵਾ ਘੱਟ ਚੁੱਭਦਾ। ਗੁਰਦੁਆਰੇ ਨੂੰ ਵੀ ਆਮਦਨ, ਸਰਕਾਰ ਨੂੰ ਵੀ ਆਮਦਨ। ਸਰਕਾਰ ਕੋਈ ਬਿੱਲ ਵਧਾ ਦੇਵੇ ਬਿਜਲੀ ਦਾ, ਹੋਰ ਕੋ ਵਧਾ ਦੇਵੇ, ਮਹਿੰਗਾਈ ਵੱਧ ਜਾਵੇ, ਉਹ ਲੋਕਾਂ ਨੂੰ ਚੁੱਭਦੀ ਹੈ। ਗੁਰਦੁਆਰੇ ਜਾ ਜੋ ਕਾਰ ਸੇਵਾ ਨੂੰ ਜੋ ਮਰਜ਼ੀ ਦੇ, ਚੁੱਭਦਾ ਹੀ ਨਹੀਂ। ਉਹ ਆਪ ਦਿੱਤਾ ਨਾ ਆਪਣੀ ਮਰਜ਼ੀ ਤੋਂ, ਚਾਹੇ ਉਹ ਚੋਰ ਨੇ ਜਿਹਨੂੰ ਦਿੱਤਾ, ਚਾਹੇ ਉਹ ਸਾਧ ਨੇ, ਚਾਹੇ ਉਹ ਖਰਚ ਕਰਦੇ ਨੇ, ਵਿੱਚੋਂ ਕੀ ਕਰਦੇ ਨੇ, ਫਿਰ ਦਿੱਤਾ ਤਾਂ ਤੁਸੀਂ ਰਾਜੀ ਨਾਲ ਹੈ ਨਾ। ਧਰਮ ਦੇ ਕਰਮ ਦਿੰਦੇ ਤਾਂ ਲੋਕ ਰਾਜੀ ਨਾਲ ਨੇ। ਇਹ ਠੀਕ ਹੈ, ਗਾਹਾਂ ਵਾਲਿਆਂ ਦੀ ਜ਼ਿੰਮੇਵਾਰੀ ਹੈ ਅਪਰਾਧੀ। ਹੁਣ ਤੁਸੀਂ ਦੇ ਦਿੱਤਾ, ਸ਼ਰਧਾ ਵਸ ਦੇ ਦਿੱਤਾ, ਗਾਹਾਂ ਵਾਲਿਆਂ ਦੇ ਹੁਣ ਜ਼ਿੰਮੇਵਾਰੀ ਹੈ। ਉਹਨਾਂ ਨੇ ਉਹਦਾ ਕੀ ਕੀਤਾ? ਉਹਨਾਂ ਤੇ ਚਲੀ ਗਈ ਜ਼ਿੰਮੇਵਾਰੀ। ਤੁਸੀਂ ਤਾਂ ਦੇਤਾ ਵੀ ਇਹ ਮੇਰੇ ਨੂੰ ਸਿਆਣੇ ਨੇ, ਮੇਰੇ ਕੋਲ ਇੰਨੇ ਪੈਸੇ ਵਾਧੂ ਨੇ, ਮੈਂ ਧਰਮ ਦੇ ਕਰਮ 'ਚ ਖਰਚ ਕਰਨੇ, ਮੇਰੇ ਤੇ ਉਹਨਾਂ ਵਧੀਆ ਨਹੀਂ ਬੈਨੀਫਿਟ ਆਉਣਾ। ਜੇ ਵਪਾਰ ਹੈ ਵੀ ਇਹ ਮੇਰੇ ਵਧੀਆ ਵਪਾਰ, ਜ਼ਿਆਦਾ ਬੈਨੀਫਿਟ ਮੈਨੂੰ ਹੋਊ, ਇਹਨਾਂ ਦੇ ਹੱਥੋਂ ਖਰਚਾ ਆਉਣਾ, ਮੈਨੂੰ ਜ਼ਿਆਦਾ ਬੈਨੀਫਿਟ ਹੋਊ, ਤਾਂ ਦਿੰਦੇ ਨੇ ਲੋਕ। ਉਹਨੂੰ ਤਾਂ ਬੈਨੀਫਿਟ ਹੋਣਾ ਹੀ ਹੋਣਾ, ਦੇਣ ਵਾਲੇ ਨੂੰ, ਦੇਣ ਵਾਲੇ ਨੂੰ ਉਹਦਾ ਨਹੀਂ ਘਾਟਾ ਹੋਣਾ, ਉਹ ਤਾਂ ਦੇ ਦਿੱਤਾ। ਹੁਣ ਜਿਹਨੂੰ ਦਿੱਤਾ ਉਹਦੀ ਜ਼ਿੰਮੇਵਾਰੀ ਹੈ, ਉਹਨੂੰ ਕਿਵੇਂ ਪੂਰਾ ਕਰੇ। ਉਹਦਾ ਜ਼ਿੰਮੇਵਾਰੀ ਤਾਂ ਉਹ ਤੇ ਆ ਗਈ। ਇਸ ਕਰਕੇ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ, ਅੰਤਕਾਲ ਕਾਤੀ ਕਟਿਓ। ਜ਼ਿੰਮੇਵਾਰੀ ਤੇਰੀ ਆ ਗਈ, ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਆ ਗਈ। ਗੁਰੂ ਦਾ ਚੜਾਵਾ ਕਿੱਥੇ ਖਰਚ ਹੁੰਦਾ, ਕਿਵੇਂ ਹੁੰਦਾ? ਜ਼ਿੰਮੇਵਾਰੀ ਧਰਮ ਪ੍ਰਚਾਰ ਕਮੇਟੀ ਦੀ ਆ ਗਈ, ਕਿੱਥੇ ਹੁੰਦਾ ਧਰਮ ਦਾ ਪੈਸਾ ਖਰਚ। ਜ਼ਿੰਮੇਵਾਰੀ ਜਿਹੜੇ ਪ੍ਰਚਾਰਕ ਨੇ ਉਹਨਾਂ ਦੀ ਹੈ, ਧਰਮ ਪ੍ਰਚਾਰ ਕਰਦੇ ਹੋ ਕਿ ਨਹੀਂ ਕਰਦੇ, ਤਨਖਾਹ ਲੈਂਦੇ ਹੋ। ਸੰਗਤ ਇਹਨਾਂ ਦੇ ਚੜਾਵਾ ਚੜਾਤਾ, ਉੱਥੇ ਉਹਦਾ ਗੋਲ ਵਿੱਚ ਪਾਇਆ ਹੈ ਜੋ ਵੀ ਕੁਛ ਉਹਦੇ ਸਰਦਾ ਸੀ। ਹਿਸਾਬ ਤਾਂ ਇਹਨਾਂ ਤੋਂ ਦੇਣਾ ਪੈਣਾ। ਹਿਸਾਬ ਕੌਣ ਦਊ? ਇਹ ਦੇਣਗੇ ਨਾ। ਜੀ ਤੋਂ ਕੁਛ ਲਈਦਾ, ਜਿੱਦਾਂ ਦਿੱਤਾ ਖਾਵਣਾ ਦੱਸ ਗਈ ਹੈ, ਸ਼ਾਬਾਸ਼ ਸ਼ਾਬਾਸ਼ ਕਿਉਂ ਨਹੀਂ ਕਹਿੰਦੇ? ਫਿਰ ਗੁਰੂ ਦੇ ਨਾਂ ਤੇ ਖਾਂਦੇ ਹੋ, ਸ਼ਾਬਾਸ਼ ਕਿਹਦੀ ਕਰਦੇ ਹੋ? ਲੀਡਰਾਂ ਦੀ, ਜਿਹਨੇ ਨੌਕਰੀ ਦਵਾਈ ਹੈ ਉਹਦੀ। ਗੁਰੂ ਦੇ ਨਹੀਂ ਕਰਦੇ। ਸਹੀ ਗੱਲ। ਇਹ ਪ੍ਰਚਾਰ ਸਹੀ ਕਿਉਂ ਨਹੀਂ ਕਰਦੇ? ਫਿਰ ਜ਼ਿੰਮੇਵਾਰੀ ਕਿਹਦੀ ਹੈ? ਜ਼ਿੰਮੇਵਾਰੀ ਪ੍ਰਚਾਰਕਾਂ ਦੀ, ਜਿਹੜੇ ਲੱਗੇ ਨੇ ਕਰਮਚਾਰੀਆਂ ਦੀ, ਇਹਨਾਂ ਦੀ ਜ਼ਿੰਮੇਵਾਰੀ ਕੀ ਹੈ? ਮਾਰੇ ਗਏ, ਬਸ ਪਤਾ ਲੱਗ ਗਿਆ। ਹਰ ਵਿਸਰਾ ਤੇਰੇ ਗੁਣ, ਕੋਈ ਗੁਣ ਨਹੀਂ ਰਿਹਾ, ਸਭ ਗਲ ਗਏ, ਗਲੇ ਪੈਰੇ ਅੰਦਰੋਂ ਸਭ।
ਚੰਗਾ ਆਦਮੀ ਨਾਲ ਨਹੀਂ ਰਹਿ ਸਕਦਾ, ਕਦੇ ਨਹੀਂ ਰਹਿ ਸਕਦਾ। ਕਿਵੇਂ ਰਹੂਗਾ ਚੰਗਾ? ਨਾ ਰਹਿਣ ਦੇਣ, ਨਾ ਉਹ ਰਹੇ, ਰਹਿਣ ਵੀ ਨਹੀਂ ਦਿੰਦੇ, ਰਹਿੰਦਾ ਵੀ ਨਹੀਂ। ਜਨ ਮਦ ਖਾਏ ਮਦਾਰੀ ਘੁੰਮਣ ਸੂਰਮੇ। ਜਨ ਮਦ ਖਾਏ ਮਦਾਰੀ ਘੁੰਮਣ ਸੂਰਮੇ। ਹੁਣ ਮਦ ਖਾਏ ਲਿਖਿਆ ਹੈ, ਮਦ ਤਾਂ ਪੀਣ ਵਾਲੀ ਚੀਜ਼ ਹੈ, ਇਹ ਤਾਂ ਖਾਣ ਵਾਲੀ ਚੀਜ਼ ਲਿਖਿਆ ਹੈ। ਇਹ ਕੀ ਗੱਲ ਹੈ? ਕਿਉਂ ਉਲਟ ਫੁਲਟ ਗੱਲਾਂ ਲਿਖੀਆਂ? ਆਦ ਦੀ ਬਾਣੀ ਮੋਂ ਉਲਟ ਫੁਲਟ ਨੇ ਤੇ ਗੱਲਾਂ, ਸਾਰਾ ਪੁੱਛਣ ਵਾਲਾ ਪਿਆ। ਮਦ ਖਾਏ ਮਦਾਰੀ, ਜਿਵੇਂ ਹੰਕਾਰ ਖਾ ਕੇ ਨਾ, ਹੰਕਾਰ ਦਾ ਨਸ਼ਾ ਹੁੰਦਾ। ਆ ਜਿਹੜਾ ਹੰਕਾਰ ਦਾ ਅਗਿਆਨ ਖਾਂਦੇ ਨੇ, ਹੰਕਾਰੇ ਖਾ ਗਏ। ਜਿਹੜਾ ਗਿਆਨ ਤਪ ਜਪ ਜੋ ਹੰਕਾਰ ਪੈਦਾ ਕਰਦਾ ਹੈ, ਮਨਮਤ ਦਾ, ਮਨਮਤ ਮਦ ਹੈ, ਮਨਮਤ ਮਦ ਜੇ ਦੁਰਮਤ ਮਦ ਜੇ ਪੀਵਤੇ। ਉਹ ਦੁਰਮਤ ਦੇ ਨਸ਼ੇ ਜਨੇ ਹੋ, ਮਦ ਖਾਏ ਮਦਾਰੀ ਘੁੰਮਣ ਸੂਰਮੇ। ਘੁੰਮਣ ਸੂਰਮੇ। ਸੂਰਮੇ ਐ ਘੁੰਮਦੇ ਨੇ ਜਿਵੇਂ ਆ ਜਿਹੜੇ ਨੇ ਨਾ ਮਦਾਰੀ ਨੇ। ਮਦਾਰੀ ਉਹਨੂੰ ਕਹਿੰਦੇ ਨੇ ਜਿਹੜਾ ਕਈ ਭੇਖ ਬਦਲਦਾ। ਹਾਂਜੀ। ਅਗਨਤ ਪਾਉ ਪਸਾਰੀ ਰੁਲੇ ਪਹਾੜ ਵਿੱਚ। ਆਹਾੜ ਰੁਲੇ ਆਹਾੜ ਵਿੱਚ। ਅਗਣਤ ਅਣਗਣਤ ਐ ਲੇਟੇ ਪਏ ਨੇ, ਪੈਰ ਪਸਾਰ ਕੇ ਸੌਂ ਗਏ ਉੱਥੇ ਰੁਲੇ ਆਹਾੜ ਵਿੱਚ। ਜਿਵੇਂ ਸੌਂ ਜਾਂਦੇ ਨੇ ਨਾ, ਭੀੜ ਦੇ ਵਿੱਚ ਡਿੱਗ ਕੇ ਮਰ ਜਾਂਦੇ ਨੇ, ਐ ਪਏ। ਜਾਪੈ ਖੇਡ ਖਿਡਾਰੀ ਸੁੱਤੇ ਫਾਗ ਨੂੰ। ਐ ਸਮਝ ਲਓ ਸੁੱਤ ਐ ਸੌਂ ਗਏ ਜਿਵੇਂ ਫੱਗਣ ਦੇ ਮਹੀਨੇ ਖੇਡਦੇ ਖੇਡਦੇ ਥੱਕ ਕੇ ਸੌਂ ਜਾਂਦੇ ਨੇ, ਉਹ ਵੀ ਲਿਬੜੇ ਤਿਬੜੇ। ਫੱਗਣ ਦੇ ਮਹੀਨੇ ਜਾਂ ਹੋਲੀ ਖੇਡਦੇ ਸੀ ਨਾ, ਜਾਂ ਥੱਕ ਟੁੱਟ ਜਾਂਦੇ ਨੇ, ਦਾਰੂ ਪੀ ਕੇ ਖੇਡਦੇ ਹੁੰਦੇ ਨੇ ਉਦੋਂ। ਇਹ ਉਹ ਵੀ ਲਿਬੜੇ ਤਿਬੜੇ ਉਹ ਜਿਹੇ ਬਿਜਲੀ ਸੁੱਤੇ ਪਏ, ਸੌਂ ਗਏ। ਹੁਣ ਥੱਕ ਗਏ, ਸੌਂ ਗਏ। ਉਵੇਂ ਬਲਾ ਜਿੱਥੇ ਖੇਡਦੇ ਤੇ ਉੱਥੇ। ਇੱਕ ਉਸ ਵੇਲੇ ਦਾ ਨਕਸ਼ਾ ਨੇ, ਉਸ ਵੇਲੇ ਦੇ, ਜਿਸ ਵੇਲੇ ਦੀ ਇਹ ਗੱਲ ਹੈ। ਉਹ ਜ਼ਮਾਨੇ ਜਿੱਦਾਂ ਨਕਸ਼ਾ ਖੇਲਦੇ ਸੀ, ਯੂਪੀ ਤਾਂ ਹੁਣ ਵੀ ਖੇਲਦੇ ਨੇ। ਇਹ ਹੋਲੀ ਖੇਲਦੇ ਨੇ ਜਾਂਦੇ ਨਾ, ਹੋਲੀ ਨਹੀਂ ਕਹਿੰਦੇ ਉਹਨੂੰ, ਦੁਲੈਂਡ ਹੀ ਕਹਿੰਦੇ ਨੇ। ਜਿੱਦਾਂ ਰੰਗ ਪਾਉਂਦੇ ਨੇ ਹੋਲੀ ਤੇ ਦੂਏ ਦਿਨ ਪਾਉਂਦੇ ਨੇ। ਸਾਰੇ ਸ਼ਰਾਬ ਪੀਂਦੇ ਹੈ, ਧਰਮ ਦਾ ਕੰਮ, ਧਰਮ ਦਾ। ਤੇ ਉਹ ਸ਼ਰਾਬ ਕਾਹਦੇ ਪੀਂਦੇ ਨੇ? ਮਦ ਖਾਏ ਮਦਾਰੀ ਤਾਂ ਲਿਖਿਆ। ਪੌੜੀ ਸਰਵਣਤ ਬੀਜ ਹਕਾਰੇ ਰਹਿੰਦੇ ਸੂਰਮੇ। ਜਿਹੜੇ ਰਹਿ ਗਏ ਨਾ ਸੂਰਮੇ ਕੁਛ, ਬਾਕੀ ਤਾਂ ਪਾਸਾ ਵੱਟ ਕੇ ਪਰੇ ਜਾ ਕੇ ਨਾ ਦਰਖਤਾਂ ਥੱਲੇ ਪੈ ਗਏ ਲੰਮੇ। ਵੀ ਇਹਨਾਂ ਨੂੰ ਕਰੀ ਜਾਣ ਦੋ ਚਰਚਾ। ਆਪਾਂ ਉੱਥੇ ਸਾਰੀ ਰਾਤ ਤਾਂ ਟਿਕੇ ਨਹੀਂ ਹੋਣੇ, ਪਹਿਲਾਂ ਸਕੀਮਾਂ ਬਣਾਉਂਦੇ ਹੋਣੇ ਨੇ। ਜਦੋਂ ਉੱਥੇ ਇੱਕ ਵਾਰੀ ਚੱਲੀ ਗੱਲ, ਕਹਿੰਦੇ ਇੱਥੇ ਨਹੀਂ ਚੱਲਣੀ, ਆਓ ਆਪਾਂ ਉਹ ਦਰਖਤ ਥੱਲੇ ਪੈਨੇ ਜਾ ਕੇ। ਉਹਦਾ ਆਪਣੇ ਲੜ ਕੇ ਜਾ ਕੇ ਵੀ ਇਹਨਾਂ ਨੂੰ ਕਰ ਲੈਣ ਤੋਂ ਚਰਚਾ, ਤਾਂ ਕੁਛ ਨਹੀਂ ਲੱਭਣ ਵਾਲਾ। ਉਹਨੇ ਫਿਰ ਉਹਦੇ ਪਾਸੇ ਪਾਸੇ ਚਲੇ ਗਏ ਨਾ ਜੰਗਲ ਦੇ ਵਿੱਚ। ਸਰਵਣਤ ਬੀਜ ਹਕਾਰੇ ਰਹਿੰਦੇ ਸੂਰਮੇ। ਉਹ ਹਾਕਾਂ ਹੁਕਾਂ ਮਾਰ ਕੇ ਉਹਨੇ ਇਕੱਠੇ ਕੀਤੇ, ਕਿੱਥੇ ਜਾ ਮਾਰੇ ਜਿਹੜੇ ਰਹਿ ਗਏ। ਬਾਕੀ ਕਹਿੰਦੇ ਵੀ ਸਾਡੇ ਦਾ ਹੱਥ ਖੜੇ ਕਰਕੇ ਵੀ ਸਾਡੇ ਵਾਸਤੇ ਤਾਂ ਗੱਲ ਹੈ ਨਹੀਂ ਭਾਈ ਕਰਨੀ। ਜਿਹੜੇ ਕੁਝ ਹੈ ਜੋ ਸੀ ਜਾਨ, ਉਹ ਇਕੱਠੇ ਕੀਤੇ ਉਹਨੇ। ਜੋਧੇ ਜੇਟੂ ਮਨਾਰੇ ਦਸਨ ਖੇਤ ਵਿੱਚ। ਹਾਂ, ਬੜੇ ਬੜੇ ਜਿਹੜੇ ਰਹਿ ਗਏ ਸੀ ਨਾ ਸਰਦਾਰ, ਉਹਨਾਂ ਦੇ ਵਿੱਚ ਉਹ ਉਸ ਖੇਤ ਦੇ ਵਿੱਚ ਉਹ ਇਕੱਠੇ ਕਰ ਲਏ, ਜਿਨ੍ਹਾਂ ਦਾ ਵੱਡਾ ਗਿਆਨ ਸੀ। ਸਭਨੀ ਦਸਤ ਉਬਾਰੇ ਤੇਗਾਂ ਧੂਕੇ। ਸਾਰਿਆਂ ਨੇ ਹੱਥ ਚੱਕੇ ਤੇਗਾਂ ਧੂਕੇ, ਸਾਰਿਆਂ ਨੇ ਸਵਾਲ ਕੀਤੇ। ਕਹਿਣ ਦਾ ਮਤਲਬ ਮਾਰੋ ਮਾਰ ਪੁਕਾਰੇ ਆਏ ਸਾਹਮਣੇ। ਮਾਰੋ ਮਾਰ ਪੁਕਾਰਦੇ ਆ ਗਏ, ਮੇਰੇ ਇਸ ਗੱਲ ਦਾ ਜਵਾਬ ਦੇਵੇ, ਉਹ ਗੱਲ ਦਾ ਜਵਾਬ ਦੇਵੇ, ਉਹਦਾ ਦੇਵੇ, ਫਲਾਣਾ। ਸਾਰਿਆਂ ਨੇ ਕੋਈ ਨਾ ਕੋਈ ਸਵਾਲ ਕੀਤਾ। ਸੰਜਾਂ ਤੇ ਠਨਕਾਰੇ ਤੇਗੀ ਉਭਰੇ। ਸੰਜੋ ਜਿਹੜੀ ਹੁੰਦੀ ਨਾ, ਉਹ ਉਹਨਾਂ ਦੀਆਂ ਵੱਜਦੀਆਂ ਨੇ। ਕੋਈ ਚੀਜ਼ ਵੱਜੇ ਨਾ, ਉੱਤੇ ਆਵਾਜ਼ ਦਿੰਦੀ ਹੈ। ਲੋਹੇ ਦੀ ਸੰਜੋ ਜਿਹੜੀ ਹੁੰਦੀ ਹੈ ਨਾ, ਫੱਟੀ ਵਾਲੀ, ਉਹ ਟਣਕ ਦੇ ਕੇ ਵੱਜਦੀ ਹੈ। ਜੇ ਕੋਈ ਚੀਜ਼ ਠਨਕਾਰੇ ਤੇਗੀ ਉਭਰੇ। ਤੇਗੀ ਉਭਰੇ। ਘਾਟ ਘੜਨ ਠਠਿਆਰੇ ਜਾਨ ਬਣਾਏ ਕੈ। ਜਿਵੇਂ ਠਠਿਆਰੇ ਕੋਈ ਚੀਜ਼ ਘੜਦੇ ਨੇ, ਪਤੀਲੇ ਪਤੂਲੇ ਬਣਾਉਂਦੇ ਨੇ, ਭਾਂਡੇ ਠੱਕ ਠੱਕ ਹੁੰਦੀ ਹੈ। ਐਂ ਜਦ ਉਧਰ ਲੱਗਦੇ ਨੇ ਤੀਰ ਜਾ ਜਾ ਕੇ ਨਾ, ਉਹਨਾਂ ਦੀ ਉਹ ਸੰਜੋਆਂ ਠਣਕਾ ਐਂ ਹਿਰਦਿਆਂ 'ਚ ਉਹਨਾਂ ਦੇ ਸੱਟ ਵੱਜਦੀ ਹੈ, ਆਵਾਜ਼ ਵੀ ਪੈਦਾ ਹੁੰਦੀ ਹੈ। ਜਿਹੜੇ ਉਧਰੋਂ ਜੋ
ਚੱਡੀ ਵੱਲੋਂ ਜਿਹੜੇ ਆ ਰਹੇ ਨਾ ਤੀਰ, ਉਹਨਾਂ ਦੇ ਹਿਰਦੇ 'ਚ ਐ ਸੱਟ ਮਾਰਦੇ ਨੇ, ਉਹਨਾਂ ਨੂੰ ਮਲੋਮ ਦਿੰਦੇ ਨੇ। ਹਾਂ, ਪੌੜੀ ਸੱਟ ਪਈ ਜਮਧਾਣੀ ਦਲਾ ਮੁਕਾਬਲਾ। ਸੱਟ ਪਈ ਜਮ ਧਾਣੀ ਦਲਾ ਮੁਕਾਬਲਾ। ਹੁਣ ਆਖਰੀ ਦੌਰ ਦੇ ਵਿੱਚ ਜਮ ਦੇ ਮਾਰਨ ਵਾਲੀ ਸੱਟ ਗਿਆਨ ਖੜਕ ਚਲਾਤੀ ਸਿੱਧੀ। ਪਹਿਲਾਂ ਹੈ ਨਾ ਗਦਾ, ਖੱਬੇ ਦਸਤ ਵਾਰੀ ਗਦਾ ਵਾਰੀ ਗਦਾ ਫਰਾਇਕ। ਖੱਬੇ ਦਸਤ ਵਾਰੀ ਸੀ ਨਾ ਗਦਾ ਫਰਾਇਕ। ਹੁਣ ਸੱਟ ਪਈ ਜਮਧਾਣੀ ਦਲਾ ਮੁਕਾਬਲਾ। ਹਾਂ, ਤੂੰ ਲਈ ਕਿਰਪਾਣੀ ਦੁਰਗਾ ਘੂਮਰ ਬਰਗਸਤਾਨੀ ਦਲ ਵਿੱਚ ਘੱਤਿਓ। ਘੂਮਰ ਬਰਗਸਤਾਨੀ ਦਲ ਵਿੱਚ ਘੱਤਿਓ। ਦਲ ਦੇ ਵਿੱਚ ਘੁੰਮ ਰਹੇ ਨੇ ਬੜੇ ਬੜੇ ਸ਼ਕਤੀਸ਼ਾਲੀ ਜਿਹੜੇ ਸੀ ਯੋਧੇ, ਉਹਨਾਂ ਦੇ ਦਲ ਦੇ ਵਿੱਚ ਸ਼ਕਤੀ ਨਾਲ ਪੂਰੇ ਨਾਲ ਘੁੰਮ ਰਹੀ ਹੈ ਚੰਡੀ। ਸਾਰਿਆਂ ਦੇ ਨਾਲ ਦੇਖ ਰਹੀ ਹੈ, ਸਾਰਿਆਂ ਦੇ ਸਵਾਲ ਦੇ ਜਵਾਬ ਦੇ ਰਹੀ ਹੈ। ਸਣੇ ਤੁਰਾ ਪਲਾਣੀ ਡਿੱਗਣ ਸੂਰਮੇ। ਬਾਬਾ ਜੀ ਦੇ ਪੈ ਜਾਂਦੀ ਹੈ ਸਣੇ ਤੁਰਾ ਪਲਾਣੀ, ਸਣੇ ਕੋੜਾ ਸਭ ਕੋ ਡਿੱਗ ਪੈਂਦਾ। ਇੱਕ ਨਾਲ ਹੀ ਨਹੀਂ, ਦੂਆ ਮੁੱਕਦਾ ਹੀ ਨਹੀਂ। ਇੱਕੋ ਹੀ ਸਵਾਲ, ਹਾਂ ਵੀ ਤੂੰ ਦੱਸ ਤੇਰਾ ਕੀ ਸਵਾਲ ਹੈ। ਉਹਦਾ ਜਵਾਬ ਦਿੱਤਾ ਵਾ, ਖਤਮ ਹੈ ਉਹ ਵੀ। ਹਰੇਕ ਨੂੰ ਝਾੜ ਝਾੜ ਕੇ ਬਿਠਾ ਦਿੱਤਾ, ਕਹਿਣ ਦਾ ਮਤਲਬ ਇਹ। ਉੱਠ ਉੱਠ ਮੰਗਣ ਪਾਣੀ ਘਾਇਲ ਘੁੰਮਦੇ। ਫਿਰ ਤਾਂ ਜਿਹੜੇ ਘਾਇਲ ਘੁੰਮਦੇ ਸੀ ਬਾਹਰ ਜਾ ਕੇ ਪਾਣੀ ਉਹ ਮੰਗਦੇ ਨੇ ਉੱਠ ਕੇ। ਇਹਦਾ ਪਾਣੀ ਦਾ ਪਿਲਾ ਦੇ, ਉੱਥੇ ਤਾਂ ਬਸ ਹੋ ਗਈ ਸਾਡੀ। ਰੌਲਾ ਪਾਉਂਦੇ ਸੀ ਉਹ, ਮੇਜ਼ਾਂ ਤੇ ਪਾਣੀ ਰੱਖਦੇ ਨੇ ਹੁਣ ਇਹ ਵਿਦਵਾਨ ਵੀ। ਹਾਂ, ਏਵੜ ਮਾਰ ਵਿਹਾਣੀ ਉੱਪਰ ਰਾਖਸ਼ਾਂ। ਰਾਖਸ਼ਾਂ ਦੇ ਏਦੀ ਕੁੱਟ ਪਈ, ਮਾਰ ਪਈ। ਬਿਜਲ ਜਿਉਂ ਚਰਲਾਣੀ ਉੱਠੀ ਦੇਵਤਾ। ਬਸ ਸਮਝੋ ਬਿਜਲੀ ਪਾਤੀ ਜਾਣੀ ਸਾਰਿਆਂ ਤੇ। ਇੱਡਾ ਬੜਾ ਗਿਆਨ ਦੀ ਚਰਚਾ ਹੋਈ, ਸਾਰਿਆਂ ਦੇ ਬਿਜਲੀ ਪੈ ਗਈ, ਮੱਤ ਮਾਰਤੀ ਸਾਰਿਆਂ ਦੀ। ਸਾਰਿਆਂ ਦੀ ਮੱਤ ਮਾਰਤੀ, ਕੋਈ ਜਵਾਬ ਹੀ ਨਹੀਂ ਕਿਸੇ ਦਾ। ਬਿਜਲੀ ਜਦੋਂ ਕਿਸੇ ਆਦਮੀ ਨੂੰ ਲੱਗਦੀ ਹੈ, ਉਹਦੀ ਕੋਈ ਸ਼ਕਤੀ ਕੰਮ ਨਹੀਂ ਕਰਦੀ। ਜਦੋਂ ਉਹਨੂੰ ਕਰੰਟ ਲੱਗ ਜਾਣਾ, ਉਹ ਆਪਣੇ ਆਪ ਨੂੰ ਛਡਾ ਨਹੀਂ ਸਕਦਾ, ਉਹਦੇ ਨੂੰ ਉਹਦੀ ਸ਼ਕਤੀ ਸਾਰੀ ਉਹ ਖਿੱਚ ਲੈਂਦੀ ਹੈ। ਐ ਸਾਰਿਆਂ ਨੂੰ ਨਿਸ਼ਕਰੀ ਕਰ ਦਿੱਤਾ ਬਿਜਲੀ ਪਾ ਕੇ। ਸਾਰਿਆਂ ਦੀ ਸ਼ਕਤੀ ਸੁੰਨ ਹੋ ਗਏ ਸਾਰੇ ਹੀ, ਹੱਥ ਪੈਰ ਚੱਲਣ ਤੇ, ਅਕਲ ਚੱਲਣ ਤੇ। ਐ ਝਾਕਦੇ ਨੇ ਜਿਵੇਂ ਚੂਹਾ ਉਹ ਦਵਾਈ ਖਾ ਕੇ ਝਾਕਦਾ ਹੁੰਦਾ। ਚੂਹਾ ਨਹੀਂ ਝਾਕਦਾ, ਦਵਾਈ ਖਾ ਕੇ ਸਿੱਧਾ ਝਾਕੀ ਜਾਂਦਾ, ਤੁਰ ਵੀ ਨਹੀਂ ਹੁੰਦਾ, ਚਾਹੇ ਕਰ ਦਿੰਦੇ ਫੜ ਲੋ ਜਾ ਕੇ। ਐ ਹੋ ਗਏ। ਉਹ ਹੈ ਨਾ ਅੱਗੇ ਆਇਆ ਉਹ ਖਾਏ ਕੇ, ਖਾਧੀ ਹੈ ਨਾ ਜ਼ਹਿਰ, ਨਸ਼ਾ। ਪੱਕਾ ਨਹੀਂ ਹੈ, ਮਦ ਖਾਏ ਮਦਾਰੀ। ਜਨ ਮਦ ਖਾਏ ਮਦਾਰੀ ਘੁੰਮਣ ਸੂਰ। ਹਾਂ, ਨਸ਼ਾ ਖਾ ਗਿਆ ਨਾ ਚੂਹਾ, ਮੈਂ ਝਾਕੀ ਜਾਂਦਾ। ਪੌੜੀ ਪਾਣੀ ਨੂੰ ਝਾਕਦਾ ਉਹ ਵੀ, ਪਾਣੀ ਐ ਪਾਣੀ ਮੰਗਦੇ ਨੇ ਫਿਰ। ਪੌੜੀ ਲੋਭੀ ਧੌਂਸ ਉਭਾਰੀ ਦਲਾ ਮੁਕਾਬਲਾ। ਸਭੋ ਸੈਨਾ ਮਾਰੀ ਪਲ ਵਿੱਚ ਦਾਨਵੀ। ਚੋਬਿਆਂ ਨੇ ਧੌਂਸ ਵਜਾਤੀ, ਸਾਰੀ ਸੈਨਾ ਉਹਨਾਂ ਦੀ ਮਾਰੀ ਗਈ ਪਲ ਵਿੱਚ। ਦੁਰਗਾ ਬਸ ਫਤਿਹ ਦੀ ਧੌਂਸ ਵਜਾਤੀ, ਵੀ ਖਤਮ ਲੜਾਈ। ਸਾਰੇ ਹਾਰ ਗਏ, ਸਾਰੇ ਹਾਰ ਗਏ। ਦਾਨਵਾਂ ਦੀ ਫੌਜ ਸਾਰੀ ਪਲ ਵਿੱਚ ਮਾਰੀ ਗਈ, ਬਹੁਤਾ ਚਿਰ ਨਹੀਂ ਲੱਗਿਆ। ਦੁਰਗਾ ਦਾਨੋ ਮਾਰੇ ਰੋਹ ਵਢਾਇਕ ਹੈ। ਦੁਰਗਾ ਨੇ ਰੋਹ ਵਢਾ ਕੇ ਮਾਰੇ ਨੇ। ਆਗੇ ਉੱਠ ਕੇ ਘਰੋਂ ਸਿਰ ਵਿੱਚ ਤੇਗ ਵਗਾਈ ਸਰਵਣਤ ਬੀਜ ਦੇ। ਬਸ ਸਰਵਣਤ ਬੀਜ ਰਹਿ ਗਿਆ ਸੀ ਕੱਲਾ। ਸਿਰ ਵਿੱਚ ਉਹਦੇ ਨਾਲ ਸਿੱਧੀ ਲੜਾਈ ਹੋਈ। ਉਹ ਜਿਹੜੀ ਸੀ ਨਾ ਗਿਆਨ ਖੜਕ ਦਾ ਬਾਹਰ, ਉਹਦੇ ਤੇ ਕੀਤਾ ਤੇਗ ਦਾ। ਭਰਮ ਸੀ, ਭਰਮ ਦੇ ਉੱਤੇ ਗਿਆਨ ਖੜਕ ਦੇ ਬਾਹਰ ਬਿਨਾਂ ਭਰਮ ਨਹੀਂ ਦੂਰ ਹੁੰਦਾ। ਗੁਰ ਪ੍ਰਸਾਦ ਭਰਮ ਕਾ ਨਾਸ। ਭਾਈ ਤੇ ਗਿਆਨ ਤਤ ਗਿਆਨ ਦੇ ਦੀਵਾਰ ਹੋ ਗਏ, ਸਿੱਧਾ ਅਟੈਕ ਹੋ ਭਰਮ ਤੇ। ਭਰਮ ਨਹੀਂ ਕਿਸੇ ਚੀਜ਼ ਨਾਲ ਦੂਰ ਹੁੰਦਾ, ਭਰਮ ਗਿਆਨ ਨਾਲ ਰੋਸ਼ਨੀ ਨਾਲ ਦੂਰ ਹੁੰਦਾ। ਪੌੜੀ ਅਗਨਤ ਦਾਨੋ ਭਾਰੇ ਹੋਏ ਲੋਹੂਆ। ਜਿਹੜੇ ਭਾਰੇ ਲਹੂ ਲੋਹਾਨ ਹੋਏ ਪਏ ਨੇ, ਬੜੇ ਭਾਰੇ ਦਾਨੂ, ਉਹ ਤਾਂ ਲਹੂ ਲੋਹਾਨ ਹੋਏ ਪਏ ਨੇ। ਉਹ ਤਾਂ ਲੋਭ ਦੇ ਹੀ ਕਮਾਏ ਪਏ ਨੇ, ਲੋਭ ਸੀ ਉਹਨਾਂ 'ਚ। ਉਹ ਕਹਿੰਦੇ ਤੁਸੀਂ ਫਿੱਟ ਵੇ ਖਾਇਆ ਪੇਟ ਵਧਾਇਆ। ਫਿੱਟ ਵੇ ਹਜੀਵੇ ਜਿਤ ਖਾਏ ਵਧਾਇਆ ਪੇਟ। ਫਿੱਟ ਵੇ ਹਜੀਵਿਆ ਜਿਤ ਖਾਏ ਵਧਾਇਆ ਪੇਟ। ਉਹ ਤਾਂ ਇਹਨਾਂ ਗੱਲਾਂ ਨਾਲੇ ਮਾਰੇ ਗਏ ਵਿਚਾਰੇ। ਉਹ ਕਹਿੰਦੇ ਅਕਲ ਵਧਾਉਣੀ ਸੀ, ਪੇਟ ਵਧਾ ਲਿਆ, ਸਰੀਰ ਬੜਾ ਵਧਾ ਲਿਆ।
ਖਾ ਕੇ ਅਕਲ ਤੈਨੂੰ ਤੇਲੇ ਦੀ ਨਹੀਂ ਇਹ ਗੱਲ ਕੀਤੀ। ਉਹਦਾ ਵਿਚਾਰੇ ਬਸ ਉਹਦਾ ਲਹੂ ਲੋਹਾਨ ਕਰਤੇ ਵੀ ਖਾਣ ਦਾ ਲੋਭ ਹੈ ਤੈਨੂੰ, ਅਕਲ ਕਿੱਥੋਂ ਆਉਣੀ ਸੀ? ਅਕਲ ਆਊ ਜਾਂ ਖਾਣ ਦਾ ਲੋਭ ਛੱਡੇਗਾ ਫਿਰ। ਜੋਧੇ ਜੇੜ ਮਨਾਰੇ ਅੰਦਰ ਖੇਤ ਦਾ ਹੈ, ਹਾਂ ਦੁਰਗਾ ਨੂੰ ਲਲਕਾਰੇ ਆਮਣ ਸਾਹਮਣੇ। ਉਹ ਬਨਾਰਿਆਂ 'ਚ ਜਿਹੜੇ ਰਾਖਸ਼ ਦੁਰਗਾ ਦੇ ਸਾਹਮਣੇ ਆ ਗਏ, ਜੋ 2-4 ਬਚ ਗਏ, ਦੁਰਗਾ ਸਭ ਉਹ ਸੰਘਾਰੇ ਜਦ ਬਹੁਤੀ ਸੈਨਾ ਮਾਰੀ ਗਈ, ਬਸ 2-4 ਰਹਿ ਗਏ, ਫਤਿਹ ਹੀ ਹੁੰਦਾ ਬਸ। ਹਾਂ ਦੁਰਗਾ ਸਭ ਸੰਘਾਰੇ ਰਾਖ ਸ਼ਾਮ ਦੇ। ਸਾਰੇ ਸੁਧਾਰਤੇ ਜਿਹੜੇ ਆਏ ਸੀ ਉਹ ਵੀ, ਇਹਨਾਂ ਦੇ ਸਵਾਲ ਰਹਿ ਗਏ ਉਹਨਾਂ ਨੇ ਨਹੀਂ ਕੀਤੇ, ਹੁਣ ਪਿੱਛੇ ਖੜੇ ਹੋਣੇ ਨੇ। ਹਾਂ ਰਤੂ ਦੇ ਪਰਨਾਲੇ ਤਿੰਨ ਤੇ ਭੋਏ ਪਏ। ਬਸ ਉਹ ਲੋਭ ਰਤ ਸਾਰੀ ਕੱਢਦੀ ਵਿੱਚੋਂ, ਕਿਉਂ ਬੜੇ ਬੜੇ ਬਨਾਰੇ ਸੀ ਨਾ, ਲੋਭ ਖਾਣ ਦੇ ਲੋਭੀ ਸੀ। ਉੱਠ ਕਰਨੇ ਆਰੇ ਰਾਖਸ਼ ਹੜ ਹੜਾਏ। ਉੱਠੇ ਕਾਰਨੇ ਆ ਰਹੇ ਰਾਖਸ਼ ਹੜ ਹੜਾਏ, ਬੜੇ ਬੜੇ ਕਾਰਨਾਮੇ ਕਰਨ ਵਾਲੇ ਰਾਖਸ਼ ਹੜ ਹੜਾ ਕੇ ਉੱਠੇ। ਪੌੜੀ ਧਗਾ ਸੰਗਲੀ ਆਲੀ ਸੰਗਰ ਵਾਇਆ। ਕੀ ਮਤਲਬ ਹੋਇਆ? ਜਿਹੜੇ ਮਾਰੇ ਸੀ ਉਹ ਕਿਵੇਂ ਉੱਠ ਖੜੇ? ਇੱਕ ਗੱਲ ਭਰਮ ਦੀ ਕੀਤੀ ਆ ਕੇ, ਜਵਾਬ ਮਿਲ ਗਿਆ, ਉਹਦਾ ਭਰਮ ਟੁੱਟ ਗਿਆ, ਨਵਾਂ ਭਰਮ ਹੋਰ ਹੋ ਗਿਆ, ਨਵਾਂ ਸਵਾਲ ਕਰਤਾ। ਕਹਿੰਦਾ ਸਵਾਲ ਅਜੇ ਹੋਰ ਹੈਗਾ ਮੇਰਾ। ਭਰਮ ਗਿਆਨੀ ਹੀ ਦੁਬਾਰਾ ਲੜਦਾ, ਬਹੁਤ ਦੇਰ ਤੱਕ ਲੜਦਾ ਹੈ, ਉਹਦੇ ਸਵਾਲ ਬਹੁਤ ਹੁੰਦੇ ਨੇ। ਉਹ ਦੁਆਨਾ ਦੇ 1-2 ਸਵਾਲ ਸੀ, ਇੱਕ 2 ਥੱਪੜ ਖਾ ਕੇ ਚੁੱਪ ਕਰਕੇ ਬਹਿ ਗਏ। ਜਿਹਦਾ ਸਵਾਲ ਹੈ ਕਿ ਉਹਨੇ ਇੱਕੋ ਥੱਪੜ ਖਾਣਾ, ਇਹ 2 ਨੇ 2 ਪੈ ਜਾਣਗੇ, ਉਹਦੇ 2 ਜਵਾਬ ਮਿਲੇ ਨੇ ਉਹਨੂੰ। ਇਹਦੇ ਸਵਾਲ ਬਹੁਤ ਨੇ। ਉੱਠ ਕਾਰਨੇ ਆਰੇ ਰਾਖਸ਼ ਹੜ ਹੜਾਏ। ਹਿਆੜ ਲਾ ਕੇ ਉੱਠਿਆ, ਸਵਾਲ ਦਾ ਜਵਾਬ ਮਿਲ ਗਿਆ, ਢਹਿ ਗਏ। ਫਿਰ ਕਹਿੰਦੇ ਅਜੋ ਤਾਂ ਬਹੁਤ ਸਵਾਲ ਨੇ ਸਾਡੇ, ਤਾਂ ਅਸੀਂ ਲੜਾਂਗੇ, ਹਾਰੇ ਨਹੀਂ ਅਸੀਂ, ਹਾਰੇ ਨਹੀਂ ਅਸੀਂ, ਇਹ ਨਮਲ ਨਹੀਂ ਹਾਰ ਗਏ ਅਸੀਂ। ਸਵਾਲ ਇਹ ਤੋਂ ਗਾਹਾਂ ਦੇ ਪੁੱਛਾਂਗੇ, ਬਹੁਤ ਕੁਛ ਨੇ ਸਾਡੇ ਕੋਲ ਪੁੱਛਣ ਨੂੰ। ਪੌੜੀ ਧਗਾ ਸੰਗਲੀ ਆਲੀ ਸੰਗਰ ਵਾਇਆ। ਧੱਗਾ ਸੰਗਲ ਆਲੀ ਸੰਗਲ ਪਾਇਆ, ਧੱਗਾ ਚੋਟਾਂ ਪਈਆਂ ਸੰਗਲਾਂ ਵਾਲੇ ਨਗਾਰਿਆਂ ਨੂੰ। ਫਿਰ ਦੁਬਾਰਾ ਉਹ ਚਲੇ ਗਏ, ਫਿਰ ਦੂਏ ਸਵਾਲ ਲੈ ਕੇ ਆਏ, ਮਸ਼ਵਰਾ ਕਰਕੇ ਦੂਏ ਸਵਾਲ ਲੈ ਕੇ ਆਏ। ਬਰਛੀ ਵੀ ਹੁਣ ਆਪਾਂ ਕਿਹੜੇ ਸਵਾਲ ਕਰੀਏ, ਕਿਹੜਾ ਸਵਾਲ ਰੱਖੀਏ, ਕਿੱਥੋਂ ਸ਼ੁਰੂ ਕਰੀਏ? ਭਰਮ ਦੇ ਨਾਲ ਤੇ ਲੜਾਈ ਆ ਗਈ। ਬਸ ਗੁਰਪ੍ਰਸਾਦ ਭਰਮ ਕਰ। ਬਰਛੀ ਬੰਬਲੀ ਆਲੀ ਸੂਰੇ ਸੰਗਰੇ। ਸੂਰਿਆਂ ਦੇ ਕੋਲ ਬੰਬਲੇ ਵਾਲੀ ਵਰਸ਼ੀ ਹੈ, ਯਾਨੀ ਮਨ ਜਿਹੜਾ ਹੈਗਾ ਨਾ, ਜਿਵੇਂ ਸੱਪ ਹੁੰਦਾ ਜਿਹੋ ਜਿਹਾ, ਇਹੋ ਜਿਹਾ ਮਨ ਨੇ ਬੜਾ ਵਾਲਾ ਇਹਨਾਂ ਕੋਲ, ਬਹੁਤ ਸਵਾਲ ਨੇ ਇਹਨਾਂ ਕੋਲ। ਉਹ ਸੂਰੇ ਇਕੱਠੇ ਹੋਏ ਨੇ, ਸ਼ਾਤਰ ਦਿਮਾਗ ਨੇ, ਜਿਹੜੇ ਸ਼ਾਤਰ ਦਿਮਾਗ ਵੀ ਨੇ। ਸਵਾਲ ਕਰਨ ਤੋਂ ਪਤਾ ਲੱਗਦਾ ਵੀ ਆਦਮੀ ਸ਼ਾਤਰ ਹੈ। ਭੇੜ ਮੱਚਿਆ ਬਿਰਾਲੀ ਦੁਰਗਾ ਦਾਨਵੀ। ਯੋਧਿਆਂ 'ਚ, ਵੀਰਾਂ ਦੇ ਵਿੱਚ, ਸੂਰਮਿਆਂ 'ਚ ਭੇੜ ਮੱਚਿਆ, ਦੁਰਗਾ ਦਾਨਵਾਂ ਦੇ ਵਿੱਚ। ਦੁਰਗਾ ਦਾਨਵਾਂ 'ਚ ਦੇਖੋ, ਇੱਥੇ ਦੇਵਤੇ ਨਹੀਂ ਹੈ ਬਿਲਕੁਲ ਵੀ। ਦੇਵਤੇ ਇਸ ਗਿਆਨ ਚਰਚਾ 'ਚ ਹਿੱਸਾ ਨਹੀਂ ਲੈ ਸਕਦੇ, ਭਰਮ ਦਾ ਨਾਸ ਹੈ। ਦੁਰਗਾ ਦਾਨਵੀ ਹੈ ਭੇੜ ਮੱਚਿਆ ਸਰ। ਹਾਂ, ਜਿਹਨਾਂ ਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਹੈ, ਉਹ ਇਹਨੂੰ ਅਰਥਾ ਕਿਵੇਂ ਲੈਣਗੇ? ਇਹ ਤਾਂ ਬਹੁਤ ਔਖੀ ਹੈ। ਅਜੋ ਵੀ ਕੋਈ ਗੱਲਾਂ ਸਮਝ ਤੇ ਬਾਹਰ ਨੇ, ਪੂਰਾ ਖੁਲਾਸਾ ਹੋਇਆ ਨਹੀਂ ਇਹਦਾ। ਮੈਂ ਮੰਨ ਲਾਂ ਵੀ ਪੂਰਾ ਖੁਲਾਸਾ ਹੋ ਗਿਆ, ਅਜੇ ਹੋਇਆ ਨਹੀਂ ਹੈ। ਸਿਰਫ ਜਿੰਨੀ ਕੁ ਸਮਝ ਆਈ ਉਨੀ ਗੱਲ ਕੀਤੀ ਹੈ। ਇਹ ਗੱਲ ਤੋਂ ਬਹੁਤ ਗਾਹਾਂ ਹੈ। ਜਿੰਨੀ ਗੁਰਬਾਣੀ ਦੀ ਸਮਝ ਆ ਉਹਦੇ ਨਾਲ ਅਸੀਂ ਅਰਥ ਕਰਦੇ ਹਾਂ ਬੁੱਝ ਕੇ। ਇਹਨੂੰ ਤਾਂ ਜਿੰਨੀ ਮਰਜ਼ੀ ਦੂਰ ਲੈ ਜਾ, ਪਰ ਜੇ ਜ਼ਿਆਦਾ ਦੂਰ ਲੈ ਜਾਈਏ ਪੱਲਾ ਕਿਸੇ ਨੇ ਕੁਛ ਨਹੀਂ ਪੈਣਾ। ਜੇ ਇਹਨੂੰ ਗਹਿਰਾਈ 'ਚ ਜ਼ਿਆਦਾ ਲੈ ਜਾਈਏ, ਸੁਣਨ ਵਾਲਿਆਂ ਦੇ ਪੱਲੇ ਕੱਖ ਨਹੀਂ ਰਹਿਣਾ। ਬਹੁਤ ਕਈ ਜਗ੍ਹਾ ਮੈਂ ਖੁਦ ਵੀ ਨਹੀਂ ਜ਼ਿਆਦਾ ਖੁਲਾਸਾ ਕਰਦਾ। ਉਹ ਬੰਦੇ ਇੰਨੇ ਦੂਰ ਖੜੇ ਹੋਣਗੇ, ਉਹਨਾਂ ਨੂੰ ਲੱਗੂ ਫਰਜੀ ਜੀ ਗੱਲ ਹੈ। ਗੱਲ ਫਰਜੀ ਨਾ ਲੱਗੇ, ਇਸ ਕਰਕੇ ਨੇੜੇ ਹੀ ਅਰਥ ਕਰਤੇ ਅਜੋ। ਉਹਨਾਂ ਲੋਕਾਂ ਖਾਤਰ ਜਿਹਨਾਂ ਨੂੰ ਆਪਦੀ ਪੂਰੀ ਸਮਝ ਹੈ, ਉਹਨਾਂ ਕੋਲ ਗੱਲ ਹੋਰ ਹੋਊਗੀ ਕਰਨ ਵਾਲੀ। ਉਹਨਾਂ ਨੂੰ ਸਮਝ ਆ ਨਾ ਵੀ ਗੱਲ ਕਿੱਥੇ ਹੈ। ਜਿਹਨਾਂ ਨੂੰ ਪੂਰੀ ਸਮਝ ਹੋ ਜੂ, ਉਹਨਾਂ ਨਾਲ ਆਪਸ ਵਿੱਚ ਜਾਂ ਚਰਚਾ ਕਰਾਂਗੇ ਤਾਂ ਗੱਲ ਹੋਰ ਹੁੰਦੀ।
ਇੱਥੇ ਮੋਟੀ ਮੋਟੀ ਗੱਲ ਦੱਸਣੀ ਪਊਗੀ ਬਸ। ਇਹ ਮੋਟੇ ਮੋਟੇ ਅਰਥ ਨੇ, ਇਹ ਬਹੁਤੇ ਬਰੀਕ ਅਰਥ ਨਹੀਂ ਹਨ। ਇਹ ਗੁਰਬਾਣੀ ਦੇ ਵੀ ਮੋਟੇ ਅਰਥ ਨੇ, ਬਰੀਕ ਵੀ ਨੇ, ਉਦੋਂ ਬਰੀਕ ਵੀ ਨੇ ਜਿਹਨੇ ਮਰਜ਼ੀ ਬਰੀਕ ਕਰੀ ਜਾਓ ਗੁਰਬਾਣੀ ਦੇ। ਜੇ ਗੁਰਬਾਣੀ ਦੇ ਵੀ ਬਰੀਕ ਅਰਥਾਂ ਚਲੇ ਜਾਈਏ ਸਮਝ ਨਹੀਂ ਆਉਣੀ ਕਿਸੇ ਦੇ, ਉਹ ਫਿਰ ਉਹ ਸਟੇਜ ਦਾ ਆਦਮੀ ਸਮਝਦਾ ਉਹਨੂੰ। ਹੁਣ ਇਹ ਗੱਲਾਂ ਕਿੱਥੇ ਦੀਆਂ ਨੇ? ਗੱਲਾਂ ਜੰਗ ਦੀਆਂ ਹੋ ਰਹੀਆਂ ਨੇ। ਹੈ ਤਾਂ ਜੰਗ, ਪਰ ਹੈ ਵਿਵੇਕ ਦੀ, ਬੁੱਧੀ ਦੀ, ਗਿਆਨੀ ਦੀ ਪਰ ਵਿਗਿਆਨੀ ਦੀ ਜੰਗ ਹੈ। ਗਿਆਨ ਚਰਚਾ ਹੈ, ਜਿਵੇਂ ਸਿੱਧ ਗੋਸ਼ਟੀ ਹੈ, ਸਾਰੇ ਸੰਤਾਂ ਸਾਧਾਂ ਉਹ ਗਏ ਨੇ ਗੁਰੂ ਗੋਸ਼ਟੀ ਕਰਨ, ਇਹ ਉਹ ਗੋਸ਼ਟੀ ਦੀ ਗੱਲ ਹੈ। ਇਹ ਤਾਂ ਗੋਸ਼ਟੀ ਹੈ। ਬਾਹਰ ਤਾਂ ਲਿਖਿਆ ਇਹਨੂੰ ਕਿ ਉਹ ਚੜ੍ਹ ਕੇ ਰਾਖਸ਼ ਆਏ ਨੇ, ਜਦ ਵੀ ਆਏ ਨੇ। ਜਦ ਗੁਰੂ ਸਾਹਿਬ ਗਏ ਨੇ, ਚੜ੍ਹ ਕੇ ਨਹੀਂ ਗਏ, ਸਮਝਾਉਣ ਗਏ ਨੇ। ਗੋਸ਼ਟੀ ਉੱਥੇ ਦੋ ਗੱਲਾਂ ਦਾ ਫਰਕ ਹੈ। ਗੋਸ਼ਟੀ ਹੁੰਦਾ ਜੀ ਜੋ ਕੁਛ ਕੱਢੀ ਦਾ ਹੁੰਦਾ, ਜਿਹੜੇ ਜਿੱਤਣ ਵਾਸਤੇ ਕਰਦੇ ਨੇ, ਦੂਏ ਨੂੰ ਜਲੀਲ ਕਰਨ ਵਾਸਤੇ ਕਰਦੇ ਨੇ, ਉਹ ਵਾਰ ਹੁੰਦੀ ਹੈ। ਜਿੱਤ ਹਾਰ ਉੱਥੇ ਆਦਿ ਗੁਰੂ ਗ੍ਰੰਥ ਸਾਹਿਬ ਜਿੱਤ ਹਾਰ ਦੀ ਕੋਈ ਗੱਲ ਨਹੀਂ। ਇੱਥੇ ਜਿੱਤ ਹਾਰ ਦੀ ਗੱਲ ਹੈ। ਕਿਉਂ? ਜਦੋਂ ਖਾਲਸਾ ਹਰਜੀਤਾਂ ਇੱਕ ਤੋਂ ਇੰਨਾ ਹਾਵੀ ਹੋ ਜਾਵੇ ਜਿਵੇਂ ਸੀ ਹੁੰਦਾ, ਇਹਦੀ ਸ਼ਕਤੀ ਹੋ ਜਾਵੇ, ਫਿਰ ਜਿਹੜੇ ਦੂਏ ਨੇ ਧਰਮ, ਉਹਨਾਂ ਨਾਲ ਗੋਸ਼ਟੀ ਕਰੀ ਦੀ ਹੁੰਦੀ। ਇਹ ਗੋਸ਼ਟੀ ਉਹ ਕਰੂ ਖਾਲਸਾ। ਦੂਏ ਜਦ ਆਉਂਦੇ ਨੇ ਉਹ ਚੜ੍ਹ ਕੇ ਆਉਣਗੇ। ਪਰਮ ਗਿਆਨੀ ਚੜ੍ਹ ਕੇ ਆਉਂਦੇ ਨੇ ਹਮੇਸ਼ਾ। ਸਮਝਣ ਵਾਸਤੇ ਨਹੀਂ ਆਉਂਦੇ ਹੁੰਦੇ, ਚੜ੍ਹ ਕੇ ਆਉਂਦੇ ਹੁੰਦੇ ਸਾਬਤ ਕਰਨ ਵਾਸਤੇ। ਉਹ ਮੁਸਲਮਾਨ ਨੂੰ ਵੀ ਭਰੋਸਾ ਹੋ ਗਿਆ ਸੀਗਾ, ਐਵੇਂ ਗਲਤ ਕਹੀ ਗਏ ਸਿੱਖਾਂ ਨੂੰ ਵੀ ਸਿੱਖਾਂ ਦਾ ਧਰਮ ਉੱਚਾ, ਧਰਮ ਸਾਡਾ ਹੀ ਉੱਚਾ। ਸਿੱਖਾਂ ਨੂੰ ਤਾਂ ਨੌਲੇਜ ਕੋਈ ਨਹੀਂ ਹੈ। ਇਹਨਾਂ ਦੇ ਅਰਥ ਸਮਝੀਏ, ਅਰਥ ਕੀ ਨੇ, ਫਿਰ ਇਹਨਾਂ ਨੂੰ ਆਪਣੇ ਸਮਝਾਈਏ ਅਰਥ। ਅਸੀਂ ਇਹਨਾਂ ਤੋਂ ਸੁਪੀਰੀਅਰ ਬਣ ਜੀ, ਸਾਡਾ ਧਰਮ ਸੁਪੀਰੀਅਰ, ਨਾਨਕ ਵਾਲਾ ਸੁਪੀਰੀਅਰ ਨਹੀਂ ਸੀ, ਉਹਨੂੰ ਇਹ ਭੁਲੇਖਾ ਸੀ। ਉਹ ਇੱਕ ਕਿਸਮ ਦਾ ਇਸ ਦੁਬਾਰਾ ਕਿਉਂ ਨਹੀਂ ਆਇਆ? ਦੁਬਾਰਾ ਇਸ ਕਰਕੇ ਨਹੀਂ ਆਇਆ, ਉਹ ਤਾਂ ਆਪ ਜਿੱਤਣ ਆਇਆ ਸੀ, ਹਾਰ ਥੋੜ੍ਹੀ ਆਇਆ ਸੀ। ਗਿਆ ਹਾਰ, ਉਹ ਹਾਰ ਮੰਨਦਾ ਸੀ, ਉਹ ਹਾਰ ਮੰਨ ਗਿਆ। ਕਿਉਂ? ਉਹਦੇ ਸਵਾਲ ਸੀ, ਮੈਨੂੰ ਵੀ ਸਵਾਲ ਕਰਨਾ ਪਿਆ। ਮੈਂ ਕਿਹਾ ਵੀ ਸਿਰਫ ਗੁਰਬਾਣੀ ਦੇ ਵਿੱਚ ਆਤਮ ਗਿਆਨ ਹੈ, ਹੋਰ ਕਿਸੇ ਗ੍ਰੰਥ 'ਚ ਆਤਮ ਗਿਆਨ ਨਹੀਂ। ਉਹ ਕਹਿੰਦਾ ਸਾਡੇ ਹੈਗਾ, ਮੈਂ ਤੁਹਾਡੇ ਹੈ ਨਹੀਂ। ਤੁਹਾਡੇ ਆਤਮਾ ਦਾ, ਪਰਮੇਸ਼ਰ ਦਾ ਗਿਆਨ ਤੁਹਾਡੇ ਹੈ ਨਹੀਂ, ਖੁਦਾ ਦਾ ਗਿਆਨ ਵੀ ਹੈ ਨਹੀਂ। ਆਤਮਾ ਨੂੰ ਛੱਡੋ, ਖੁਦਾ ਦਾ ਗਿਆਨ ਹੈ ਨਹੀਂ ਤੁਹਾਡੇ। ਨੋ ਹੈ ਖੁਦਾ ਦਾ, ਸੁਣਿਆ ਸੁਣੀਆਂ ਗੱਲਾਂ ਕਹਿੰਦੇ ਹੋ ਤੁਸੀਂ। ਜਿਵੇਂ ਸੰਸਾਰ ਦੀ ਰਚਨਾ ਹੋਈ ਆ, ਉਹ ਵੀ ਗਲਤ ਹੈ ਉਹਨਾਂ ਦੀ। ਉੱਥੇ ਤਾਂ ਗਏ ਨਹੀਂ ਅਸੀਂ। ਈਸਾਈ ਕਿਉਂ ਫੇਲ ਹੋਏ ਨੇ? ਰਚਨਾ ਦੀ ਗੱਲ ਗਲਤ ਕਰਤੀ ਤਾਂ ਫੇਲ ਹੋਏ ਨੇ। ਹਿੰਦੂਆਂ ਨਾਲ ਉਲਟ ਕਰਨੀ ਸੀ, ਘਰ ਬੈਠੇ, ਉਹ ਵੀ ਗਲਤ ਹੈ, ਇਹ ਵੀ ਗਲਤ ਹੈ। ਗੁਰਬਾਣੀ ਨੇ ਹੋਰ ਗੱਲ ਕੀਤੀ, ਉੱਥੇ ਤਾਂ ਜੋ ਪਹੁੰਚੇ ਨਹੀਂ। ਮੈਂ ਦੁਨਿਆਵੀ ਗੱਲ ਤਾਂ ਕੀਤੀ ਹੋਣੀ। ਖੁਦਾ ਕੀ ਹੈ ਇਹ ਗਿਆਨ ਨਹੀਂ ਕਰਾ ਰਹੀ ਕੁਰਾਨ ਕਿਤੇ ਵੀ। ਉਹ ਕਹਿੰਦਾ ਕਰਾ ਰਹੀ ਹੈ, ਉਹ ਦੱਸ ਰਹੀ ਹੈ, ਉਹਦੇ ਗੁਣ ਦੱਸ ਰਹੀ ਹੈ, ਸੁਣੇ ਸੁਣਾਏ ਹੋਏ ਨੇ ਜਿਹੜੇ ਪਹਿਲਾਂ ਲਿਖੇ ਹੋਏ ਨੇ। ਨਵੀਂ ਗੱਲ ਦੱਸੋ ਕੀ ਦੱਸੀ ਹੈ ਕੁਰਾਨ 'ਚ? ਖੁਦਾ ਕਿਹਾ ਜਾਏ, ਉਹਦਾ ਰੂਪ ਕੀ ਹੈ, ਕਿੱਥੋਂ ਮਿਲਦਾ, ਕੀ ਹੁੰਦਾ, ਇਹਦੇ ਬਾਰੇ ਹੈ ਕੋਈ ਗਿਆਨ? ਨਹੀਂ ਹੈ। ਤੂੰ ਕਦੇ ਕਰ ਸਾਡੇ ਗੱਲੇ ਹੈ ਗੁਰਾ ਇੱਕ ਦੇ ਬਜਾਈ, ਸਭਨਾਂ ਜੀਆਂ ਦਾ ਇੱਕ ਦਾਤਾ, ਦੋਵੇਂ ਵਿਸਰਦੇ। ਸਾਡਾ ਵਿਸ਼ਾ ਇਹ ਹੈ। ਉਹਨੇ ਕਿਹਾ ਵੀ ਬਿਲਕੁਲ ਇਹ ਗੱਲ ਹੈ ਜਿਹੜਾ ਸੁਪੀਰੀਅਰ ਹੈ ਧਰਮ। ਪਰ ਫਿਰ ਉਹਨੂੰ ਕੀ ਲੋੜ ਸੀ ਆਉਣ ਦੀ? ਫਿਰ ਤਾਂ ਉਹਦੇ ਖਿਲਾਫ ਚਲੀ ਗਈ ਗੱਲ। ਉਹਨੇ ਕਿਹਾ ਵੀ ਇਹ ਤਾਂ ਸੁਪੀਰੀਅਰ ਹੋ ਜਾਊਗਾ, ਫਿਰ ਹੋ ਗਿਆ ਤਾਂ ਸੁਪੀਰੀਅਰ, ਅਸੀਂ ਤਾਂ ਡਾਊਨ ਹੋ ਗਏ। ਹਾਂਜੀ।
ਮਾਰ ਮੱਚੀ ਮੁਹਰਾਲੀ ਅੰਦਰ ਖੇਤ ਲੈ। ਮਾਰ ਮੱਚੀ ਮੁਹਰਾਲੀ ਅੰਦਰ ਖੇਤ ਦੇ, ਖੇਤ ਵਿੱਚ ਮੁਹਰਾਲੀ ਮਾਰ ਹੈ। ਹੁਣ ਇਹ ਕੀ ਮੁਹਰਾਲੀ ਮਾਰ ਹੁੰਦੀ ਹੈ ਬਈ? ਜੋ ਤੈਨੂੰ ਮਾਰ ਨੂੰ ਮੂੰਹ ਕੀ ਉਹ ਮਾਰ ਹੈ ਮੁਹਰਾਲੀ। ਮੂੰਹ ਦੀਆਂ ਗੱਲਾਂ ਨੇ ਬਸ, ਇਹ ਮੂੰਹ ਦੀਆਂ ਮਾਰ ਹੈ, ਹੋਰ ਕੀ ਹੈ? ਉਹ ਕਹਿੰਦਾ ਮੂੰਹ ਦੀ ਮਾਰ ਬੜੀ ਮਾਰਦਾ ਹੈ, ਇਹ ਮੂੰਹ ਦੀ ਮਾਰ ਹੈ, ਹੋਰ ਕੁਝ ਨਹੀਂ, ਲੜਾਈ ਨਹੀਂ ਹੈਗੀ। ਮੁਹਰਾਲੀ ਤਾਂ ਲਿਖਿਆ ਹੋਇਆ, ਉਹਨੇ ਨੇ ਲਿਖਦਾ ਉਹ ਬੋਲੀਆਂ ਆ ਕੀ ਲਿਖਿਆ ਨੇ, ਦੇਖਦਾ ਟੀਕੇ ਵਾਲੇ ਨੇ। ਬਰਛੀਆਂ ਤਬਜ ਲੈ ਕੇ ਸੂਰਮੇ ਜੱਗ ਵਿੱਚ ਰੁੱਝ ਗਏ। ਲੈ ਕਿੱਥੇ ਆ? ਇਹ ਤਾਂ ਹੋਰ ਅੰਡ ਵੱਡੇ ਪੰਡਤ ਹੈ ਨਾ, ਇਹ ਵਿਦਵਾਨਾਂ ਨੂੰ ਕੀ ਪਤਾ? ਇਹ ਸਾਰੀ ਗੱਲ ਬੁੱਝਣ ਵਾਲੀ ਹੈ। ਮੁਹਰਾਲੀਆ ਮੂੰਹ ਦੀ ਮਾਰ ਹੈ, ਆਦਾਨ ਪ੍ਰਦਾਨ ਗੱਲਾਂ ਦਾ, ਸਿਰ ਹੋਰ ਕੁਝ ਨਹੀਂ ਹੈਗਾ। ਹਾਂਜੀ। ਮਾਰ ਮੱਚੀ ਮੁਹਰਾਲੀ ਅੰਦਰ ਖੇਤ ਦਾ ਹੈ, ਜਣ ਨੱਟ ਲੱਥੇ ਛਾਲੀ ਢੋਲ ਵਜਾਏ ਕੈ। ਜਿਵੇਂ ਨਾ ਢੋਲ ਵਜਾ ਕੇ ਛਾਲ ਮਾਰਦਾ ਨਾ ਪੁੱਠੀ, ਐ ਪੱਟ ਜਾਂਦੇ ਨੇ। ਇੱਕ ਗੱਲ ਤੇ ਹਾਰਦੇ ਨੇ, ਦੂਜੀ ਤੇ ਚਲੇ ਜਾਂਦੇ ਨੇ, ਦੂਜੀ ਤੇ ਹਾਰਦੇ ਨੇ, ਤੀਜੀ ਤੇ ਚਲੇ ਜਾਂਦੇ ਨੇ। ਇੱਕ ਤਾਂ ਨਹੀਂ ਖੜਦੇ, ਪਲਟੀਆਂ ਮਾਰਦੇ ਨੇ, ਪਲਟੀਆਂ। ਜਿਹੜੇ ਸ਼ਾਤਰ ਦਿਮਾਗ ਆਦਮੀ ਹੁੰਦੇ ਨੇ ਨਾ, ਉਹ ਟੇਕ ਕੇ ਚਰਚਾ ਨਹੀਂ ਕਰਦੇ, ਪਲਟੀਆਂ ਮਾਰਦੇ ਨੇ। ਇਹ ਪਲਟੀਆਂ ਮਾਰਨ ਲੱਗੇ ਹੁਣ। ਜਦ ਡਾਂ ਕਿਤੇ ਵੀ ਪੈਰ ਲੱਗੇ ਵੇ ਪਲਟੀਆਂ ਮਾਰਦੇ ਨੇ। ਲੋਹੂ ਫਾਥੀ ਜਾਲੀ ਲੋਥੀ ਜਮਤੜੀ। ਰੋਹੂ ਹੈ ਲਫ਼ਜ਼, ਲੋਹੂ ਨਹੀਂ ਹੈ। ਲੋਹੂ ਰੋਹੂ, ਰੋਹੂ ਰਾਰੇ ਨਾਲ। ਰੋਹੂ ਇੱਕ ਮੱਛੀ ਦਾ ਨਾਮ ਹੈ। ਲੋਹੂ ਫਾਥੀ ਜਾਲੀ। ਇਹ ਮਿਸਪ੍ਰਿੰਟ ਹੋਇਆ ਬਹੁਤ ਦੇਰ ਦਾ, ਐਵੇਂ ਚੱਲਦਾ ਸੀ। ਫਿਰ ਸਾਨੂੰ ਉਹ ਕਿਤਾਬ ਇੱਕ ਮੱਛੀਆਂ ਦੀ ਅਸੀਂ ਲਈ। ਬੱਚਿਆਂ 'ਚ ਰੋਹੂ ਲਫ਼ਜ਼, ਲੋਹ ਦੀ ਇੱਕ ਮੱਛੀ ਹੁੰਦੀ ਹੈ। ਉਹ ਇੱਕ ਪਾਸੇ ਤੇ ਨੋਕ ਹੁੰਦੀ ਹੈ, ਦੂਜੇ ਪਾਸੇ ਮੋਟੀ ਹੁੰਦੀ ਹੈ। ਤਿੱਖਾ ਪਾਸਾ ਜਾਲ ਚੋਂ ਬਾਹਰ ਨਿਕਲ ਜਾਂਦਾ, ਮੋਟਾ ਪਾਸਾ ਵਿੱਚੇ ਫਸ ਜਾਂਦਾ। ਸਮਝਿਆ ਜੀ? ਪੂਛ ਵੱਲੋਂ ਤਿੱਖੀ ਹੁੰਦੀ ਹੈ ਨਾ, ਉਹ ਬਾਹਰ ਨਿਕਲੇ ਜਾਣੀ ਹੈ। ਜਾਲ ਜੇ ਤਾਂ ਮੱਛੀ ਛੋਟੀ ਹੋਵੇ ਫਿਰ ਤਾਂ ਬਾਹਰ ਨਿਕਲ ਜੂਗੀ, ਜੇ ਮੱਛੀ ਮੋਟੀ ਹੋਵੇ ਤਾਂ ਉਹ ਫਸ ਜਾਂਦਾ। ਕਹਿੰਦਾ ਰੋਹੂ ਰੋਂਦੀਆਂ ਜਿਵੇਂ ਮੱਛੀਆਂ ਜਾਲ 'ਚ ਫਸ ਜਾਂਦੀਆਂ, ਅੱਧੀਆਂ ਬਾਹਰ ਹੁੰਦੀਆਂ ਜਾਲ ਤਾਂ ਅੱਧੀਆਂ ਅੰਦਰ ਹੁੰਦੀਆਂ ਨੇ। ਐ ਲੋਥਾਂ 'ਚ ਦਮਦਾੜਾਂ ਫਸੀਆਂ ਹੋਈਆਂ ਨੇ, ਜਿੰਨਾ ਅੱਧੀਆਂ ਅੰਦਰ ਨੇ, ਅੱਧੀਆਂ ਬਾਹਰ ਦੀਆਂ ਨੇ। ਉਹ ਲੋਹੂ ਫਾਥੀ ਜਾਲੀ ਲੋਥੀ ਜਮਤੜੀ। ਲੋਥਾਂ 'ਚ ਜਮਦਾੜਾਂ ਐ ਫਸੀਆਂ ਹੋਈਆਂ ਨੇ। ਕਣ ਵਿੱਚ ਜਿਉਂ ਛੰਛਾਲੀ ਤੇਗਾਂ ਹੱਸੀਆਂ। ਕਣ ਵਿੱਚ ਜਿਉਂ ਛਿਛਾਲੀ ਤੇਗਾਂ ਹੱਸੀਆਂ। ਤੇਗਾਂ ਐ ਹੱਸਦੀਆਂ ਨੇ ਜਿਵੇਂ ਘਰ 'ਚ ਬਿਜਲੀ ਚਮਕਦੀ ਹੁੰਦੀ ਹੈ। ਹਾਂ। ਘੁੰਮਰੇ ਆਰੀ ਸਿਆਲੀ ਬਣੀਆਂ ਕੇ ਜਮਾ। ਕੇਜਮਾਂ ਜਿਹੜੀਆਂ ਸੁਜੋਆਂ ਬਣੀਆਂ ਹੋਈਆਂ ਨੇ, ਐ ਸਮਝ ਲਓ ਘੁੰਮਰ ਆਰ ਸਿਆਲੀ ਨੇ ਬੜੀਆਂ ਕੇਜਮਾਂ। ਇਹ ਜੰਗ ਦਾ ਨਕਸ਼ਾ ਦਿਖਾਇਆ। ਇਹ ਹਾਂ ਨਹੀਂ ਕਾਨੂੰ ਇੱਥੇ ਮੈਂ ਕਰ ਲੈਣਾ। ਆਸਾ ਰਾਗ ਦੇ ਵਿੱਚ ਇਹ ਬਾਰ ਹੈ। ਵਾਰ ਕਿਹਨੂੰ ਕਹਿੰਦੇ ਨੇ? ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਵਾਰਾਂ ਨੇ। ਇਹ 22 ਹਮਲੇ ਨੇ, ਕਹਿਣ ਦਾ ਮਤਲਬ ਹੈ ਤਕਰੀਬਨ ਹਰ ਰਾਗ ਦੇ ਵਿੱਚ ਹਮਲਾ ਕੀਤਾ। ਵਾਰ ਕਿਸੇ ਵੀ ਬਾਣੀ ਦੇ ਆਖੀਰ 'ਚ ਹੁੰਦੀ ਹੈ, ਕਿਸੇ ਵੀ ਰਾਗ ਦੇ। ਜਿਹੜਾ ਰਾਗ ਚੱਲਦਾ ਹੈ ਅੰਤ ਵਿੱਚ ਵਾਰ ਹੁੰਦੀ ਹੈ। ਇਹਦਾ ਮਤਲਬ ਜਿਹੜਾ ਪਹਿਲਾਂ ਦੇ ਦਿੱਤਾ ਰਾਗ ਦੇ ਵਿੱਚ ਮੈਟਰ ਸਾਰਾ, ਜਿਹਨਾਂ ਮੱਤਾਂ ਦੇ ਖਿਲਾਫ ਦੇ ਦਿੱਤਾ, ਉਹ ਸਾਰਾ ਸਮਾਪ ਕੀਤਾ ਵਾਰ ਦੇ ਵਿੱਚ। ਪਿਛਲਾ ਕੋਰਸ ਸਾਰਾ ਰਿਵਾਈਜ਼ ਕੀਤਾ, ਉਹ ਸਾਰਾ ਉਸ ਜਿਹੜਾ ਉਹਦੇ ਵਿੱਚ ਹੈਗਾ ਦਿੱਤਾ ਹੋਇਆ ਮੈਟਰ ਗਿਆਨ, ਉਹ ਦੁਬਾਰਾ ਵਾਰ ਦੇ ਵਿੱਚ ਇਕੱਠਾ ਕਰਕੇ ਦੇ ਦਿੱਤਾ। ਅਸਲ ਵਿੱਚ ਕਿਹੜੀਆਂ ਮੱਤਾਂ ਦੇ ਖਿਲਾਫ ਕੀ ਲਿਖਣਾ ਕਹਿਣਾ ਚਾਹੁੰਦੇ ਸੀ, ਕੀ ਭਾਵ ਸੀ, ਕਿਹੜੇ ਪਖੰਡਵਾਦ ਖੰਡਨ ਕੀਤੇ, ਉਹ ਵਾਰ 'ਚ ਇਕੱਠੇ ਲਿਖ ਦਿੱਤੇ ਤਾਂ ਕਿ ਰਿਵਾਈਜ਼ ਹੋ ਜਾਵੇ। ਸਾਰਾ ਉਹ ਰਾਗ ਰਿਵਾਈਜ਼ ਹੋ ਜਾਵੇ, ਜਿਵੇਂ ਅਸੀਂ ਰਿਵੀਜ਼ਨ ਕਰਦੇ ਹਾਂ ਕਿਸੇ ਚੀਜ਼ ਦੀ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨੀ ਮਾਨਸ ਤੇ ਦੇਵਤੇ ਕੀਏ ਕਰਤਨ ਲੱਗੀ ਵਾਰ। ਹੁਣ ਵਾਰ ਲਫ਼ਜ਼ ਜਿਹੜਾ ਹੈਗਾ, ਇੱਕ ਬੱਬੇ ਨਾਲ ਹੁੰਦਾ ਬਾਹਰ, ਇੱਕ ਵਾਵੇ ਨਾਲ ਬਾਹਰ ਹੈ।
ਜਿਹੜੀ ਵਾਰ ਆਸਾ ਹੈ ਉਹ ਵਾਵੇ ਨਾਲ ਹੈ, ਉਹਦਾ ਅਰਥ ਹੋਰ ਹੈ। ਜਿਹੜਾ ਇੱਥੇ ਆਇਆ ਦਿਵਹਾੜੀ ਸਦ ਬਾਹਰ ਬੱਬੇ ਨਾਲ ਹੈ, ਇਹਦਾ ਅਰਥ ਹੋਰ ਹੈ। ਕਹਿਣ ਨੂੰ ਬਾਹਰ ਉਚਾਰਨ ਕਰਾਂਗੇ ਪਰ ਅਰਥ ਅਲੱਗ-ਅਲੱਗ ਹੋਣਗੇ। ਗੱਲ ਦੇਵਤੇ ਤੋਂ ਉੱਪਰ ਚਲੀ ਗਈ। ਬ੍ਰਹਮ ਦਾ ਪਰਮੇਸ਼ਰ ਦੇ ਪ੍ਰਥਾਏ ਵਰਤਦੇ ਨੇ ਲਫ਼ਜ਼, ਇਹ ਬ੍ਰਹਮ ਪਰਮੇਸ਼ਰ ਦੇ ਪ੍ਰਥਾਏ ਵਰਤਦੇ ਨੇ ਲਫ਼ਜ਼। ਹਾਲਾਂਕਿ ਬ੍ਰਹਮ ਗੁਰਬਾਣੀ ਨੇ ਬਹੁਤ ਨੀਵੀਂ ਪੱਧਰ ਤੇ ਰੱਖ ਕੇ ਵਰਤਿਆ ਹੈ। ਜਿਹੜਾ ਗੁਰਦੇਵ ਹੈ ਉਹੀ ਬ੍ਰਹਮ ਹੈ ਅਸਲ 'ਚ। ਬ੍ਰਹਮ ਤਾਂ ਆਪੇ ਹੈ, ਫਿਰ ਇਹ ਕਿਉਂ ਆਪੇ ਕਾਤੇ